ਸਤਿ ਸ੍ਰੀ ਅਕਾਲ ਜੀ। ਵੇਖਣ ਸੁਣਨ ਵਾਲਿਆਂ ਨੂੰ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ ਜੁੜਿਆਂ ਤੁਹਾਨੂੰ 4 ਸਾਲ ਤੋਂ ਵੱਧ ਸਮਾਂ ਹੋ ਗਿਆ ਹੋਵੇ ਤਾਂ ਤੁਸੀਂ ਵੀ ਗਵਾਹ ਹੋਵੋਗੇ ਕਿ ਅੱਜ ਪ੍ਰਾਈਮ ਏਸ਼ੀਆ ਟੀਵੀ ਦਾ ਪਰਿਵਾਰ YouTube ਦੇ ਉੱਪਰ 10 ਲੱਖ ਦਾ ਅੰਕੜਾ, ਜਿਹਨੂੰ ਆਪਾਂ 1 ਮਿਲੀਅਨ ਕਹਿ ਦਿੰਦੇ ਹਾਂ, 1 ਮਿਲੀਅਨ ਦਾ ਅੰਕੜਾ ਜਿਹੜਾ ਹੈ ਉਹ ਪਾਰ ਕਰ ਚੁੱਕਾ। ਇਹਦੇ ਲਈ ਤਹਿ ਦਿਲੋਂ ਰਿਣੀ ਆ ਸਮੁੱਚੀ ਦੁਨੀਆ 'ਚ ਬੈਠੇ ਪੰਜਾਬੀਆਂ ਦੇ, ਕਿਉਂਕਿ ਤੁਹਾਡੇ ਸਦਕਾ ਹੀ ਇਹ ਸਾਰਾ ਕੁਝ ਪੋਸੀਬਲ ਹੋ ਸਕਿਆ। ਕਿਉਂਕਿ ਬਹੁਤ ਸਾਰੇ ਢੰਗ ਤਰੀਕੇ ਹੋਰ ਵੀ ਹੁੰਦੇ ਨੇ, ਪਰ ਉਹਨਾਂ ਢੰਗ ਤਰੀਕਿਆਂ ਵੱਲ ਨਾ ਜਾ ਕੇ ਅਸੀਂ ਇਹ ਕੋਸ਼ਿਸ਼ ਕੀਤੀ ਕਿ ਇੱਕ ਤਾਂ ਜਿਹੜਾ ਬੰਦਾ ਵੀ ਸਾਡੇ ਨਾਲ ਜੁੜੇਗਾ ਉਹ ਪੱਕਾ ਰਹੇਗਾ, ਅਤੇ ਦੂਸਰਾ ਸਾਨੂੰ ਨਾਲ ਦੀ ਨਾਲ ਗਾਈਡ ਵੀ ਕਰਦੇ ਰਹਿਣਗੇ ਕਿ ਸੱਜੇ ਨਹੀਂ ਜਾਣਾ, ਥੋੜ੍ਹਾ ਖੱਬੇ, ਜਿੱਦਾਂ ਟਰਾਲੀ ਬੈਕ ਕਰਾਈ ਦੀ ਨਾ, ਵੀ ਥੋੜ੍ਹਾ ਮੋੜ ਕੇ ਕੱਟ ਕੇ ਥੋੜ੍ਹਾ ਚੱਕ ਕੇ ਚੱਲ ਹੁਣ ਸਿੱਧੀ ਆਉਣ ਦੇ, ਉਸ ਹਿਸਾਬ ਨਾਲ। ਸੋ ਟਰਾਲੀ ਬੈਗ ਲਾਉਂਦੇ ਆ ਆਪਣੇ ਹੁਣ 10 ਲੱਖ ਹੋ ਗਏ, ਉਹਦੇ ਲਈ ਬੜਾ ਧੰਨਵਾਦ। ਅਤੇ ਅੱਜ ਫਿਰ ਇੱਕ ਵਾਰ ਆਪਾਂ ਪੇਚਾ ਪ੍ਰਾਈਮ ਫੋਕਸ ਦੇ ਵਿੱਚ ਜਿਹੜਾ ਬੰਦਾ ਆਪਾਂ ਨੂੰ ਇੱਥੋਂ ਛੱਡ ਕੇ ਚਲ ਗਿਆ, ਉਹਦਾ ਆਪਾਂ ਦੁਬਾਰਾ ਕਾਬੂ ਕਰਨ ਦੀ ਕੋਸ਼ਿਸ਼ ਕਰਾਂਗੇ, ਪਤਾ ਕਰੀਏ ਭਲਾ ਕਿੱਥੇ ਆ। ਹਾਂਜੀ ਬਾਠ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ, ਬਹੁਤ ਮਿਹਰਬਾਨੀ। ਮੈਂ ਤਾਂ ਐਂ ਸੋਚ ਰਿਹਾ ਸੀ, ਮੈਂ ਕਿਹਾ ਅੱਜ ਗੁਰਪ੍ਰੀਤ ਭਾ ਤਾਂ ਊਂ ਚੌੜਾ ਹੋ ਕੇ ਘੁੰਮਦਾ ਫਿਰਦਾ ਹੋਣਾ ਕਿ 10 ਲੱਖ ਬੰਦੇ ਨਾਲ ਜੁੜ ਗਏ, ਹੁਣ ਕਿਹਨੂੰ ਮੰਨਦੇ ਆ? ਨਹੀਂ, 10 ਲੱਖ ਸਾਰਿਆਂ ਦੇ ਨਾਲ ਜੁੜਿਆ ਕਿ ਮੇਰੇ ਇਕੱਲੇ ਨਾਲ ਥੋੜ੍ਹਾ ਜੁੜਿਆ, ਸਾਰਿਆਂ ਦੇ ਨਾਲ ਹੀ ਆਪਣਾ ਕੋਈ ਟੀਮ ਤਾਂ ਟੀਮ ਹੀ ਆ। ਤੁਸੀਂ ਕੀ ਗੱਲ ਬੜੀ ਜੈਕਟ ਜੁਗੜ ਜੀ ਘੁੱਟ ਕੇ ਪਾਈ, ਕੋਈ ਠੰਡ ਠੁੰਡ ਲੱਗਦੀ ਇੱਥੇ ਕਿੱਦਾਂ? ਅਸਲ 'ਚ ਸਟੂਡੀਓ ਤੋਂ ਬਾਹਰ ਆਏ ਆ ਜੀ, 12, 14, 1500 ਕਿਲੋਮੀਟਰ ਦੂਰ ਤੇ ਲੇਕ ਦੇ ਕੰਢੇ ਦੇ ਉੱਤੇ ਹੀ ਆ, ਤੇ ਇੱਥੇ ਅੱਜ ਸਵੇਰੇ ਠੰਡ ਨੇ ਮਾਰਕਾ ਜਿਹਾ ਮਾਰ ਲਿਆ। ਇਸ ਕਰਕੇ ਮੈਨੂੰ ਸੀਗਾ ਕਿ ਐਵੇਂ ਕਮਜ਼ੋਰ ਹੱਡ ਨੇ ਭਾਈ ਜੁੜ ਜਾਣਗੇ, ਮੁੜ ਕੇ ਬੈਠੇ ਰਹਾਂਗੇ। ਸਿਆਲ ਮਹੀਨੇ ਉੱਪਰੋਂ ਸ਼ੁਰੂ ਹੋਣ ਵਾਲੇ ਆ, ਇਸ ਕਰਕੇ ਮੈਂ ਆਪਣਾ ਬੰਦੋਬਸਤ ਜਿਹਾ ਕਰਕੇ ਆਇਆ ਸੀ, ਤਾਂ ਕਰਕੇ ਪਾਈ ਆ। ਬਾਠ ਸਾਹਿਬ, ਇਹ ਕੀ ਗੱਲ ਕੈਨੇਡਾ 'ਚ ਵੱਡੇ ਛੱਪੜ ਨੂੰ ਵੀ ਲੇਕ ਕਹਿੰਦੇ ਆ ਜੀ? ਹਾਂ, ਨਹੀਂ, ਵੱਡੇ ਛੱਪੜ ਨੂੰ ਵੀ ਲੇਕ ਕਹਿੰਦੇ ਆ। ਮੈਂ ਤਾਂ ਫਿਰ ਇੱਕ ਦਿਨ ਪੁੱਛਦਾ ਸਾਰਿਆਂ ਨੂੰ, ਮੈਂ ਕਿਹਾ ਵੀ ਕਿਵੇਂ ਹੁਣ ਛੱਪੜ ਤੇ ਲੇਕ ਦੇ ਵਿੱਚ ਅੰਤਰ ਜਿਹੜਾ ਉਹ ਕਿਵੇਂ ਹਿਸਾਬ ਕਿਤਾਬ ਕਿਵੇਂ ਕਰੀਏ, ਕਿ ਵੱਖਰਾ ਕੀ ਹੁੰਦਾ। ਫਿਰ ਮੈਂ ਇੱਥੇ ਕੀ ਕੱਢਿਆ ਕਿ ਜਿਸ ਖੜੇ ਪਾਣੀ ਦੇ ਆਲੇ ਦੁਆਲੇ ਕਿਨਾਰਿਆਂ ਦੇ ਕੋਲੇ ਲਿਫਾਫਿਆਂ ਦਾ ਢੇਰ ਨਾ ਲੱਗਾ ਹੋਵੇ ਉਹ ਝੀਲ, ਤੇ ਜਿੱਥੇ ਢੇਰ ਲੱਗਾ ਹੋਵੇ ਉਹ ਛੱਪੜ। ਇੱਦਾਂ ਠੀਕ ਆ? ਨਹੀਂ, ਇਹ ਇੱਕ ਗੱਲ ਮੈਨੂੰ ਦੱਸੋ ਵੀ ਇਹ ਜਿਹੜੀ ਝੀਲ ਆ, ਇਹਦੇ ਵਿੱਚ ਉਹ ਕੋਈ ਕਾਈ ਨਹੀਂ ਜੰਮਦੀ, ਕੋਈ ਹੋਰ ਕੁਛ ਨਹੀਂ, ਕੋਈ ਡੱਡੂ ਕਿਰਲੀ ਕਾਢਾ, ਕੋਈ ਛਾਪੇ ਪੱਤੇ, ਕੁਛ ਵੀ ਨਹੀਂ ਹੈਗਾ? ਇੱਦਾਂ ਕਿਉਂ? ਮੈਂ ਵੇਖੀ ਇੱਕ ਦਿਨ ਤੁਹਾਡੀ ਉਹ ਬੜੀ ਸਾਫ਼ ਸੁਥਰਾ ਜਿਹਾ ਕੰਮ ਰੱਖਿਆ, ਮੇਰਾ ਖਿਆਲ ਨਹਾਉਣ ਧੋਣ ਵਾਲਾ ਕੰਮ ਹੀ ਕਰ ਲੈਂਦੇ ਲੋਕੀ। ਨਹੀਂ, ਲੋਕੀ ਅਸਲ 'ਚ ਗਰਮੀਆਂ ਨੂੰ ਕਰਦੇ ਹੀ, ਇੱਥੇ ਨਹਾਉਣ ਧੋਣ ਵਾਲਾ ਕੰਮ ਆ। ਮੈਨੂੰ ਇੱਦਾਂ ਲੱਗਦਾ 4 ਕੁ ਮਹੀਨੇ ਤਾਂ ਇਹ ਜੰਮੀ ਰਹਿੰਦੀ ਹੈ, ਇੱਥੇ ਬਰਫ਼ ਹੁੰਦੀ ਆ। ਮਾੜਾ ਮੋਟਾ ਜਿਹੜਾ ਜੀਆ ਜੰਤ ਜਿਹਾ ਹੁੰਦਾ, ਉਰਲਮ ਪਰਲਮ ਜਿਹਾ ਹੁੰਦਾ, ਉਹਦੇ ਪੱਲੇ ਵੈਸੇ ਹੀ ਕੱਖ ਨਹੀਂ ਰਹਿੰਦਾ। ਤੇ ਗਰਮੀਆਂ ਨੂੰ ਜੇ ਮਾੜੀ ਮੋਟੀ ਕੋਈ ਚੀਜ਼ ਇੱਧਰ ਉੱਧਰ ਹੋਣ ਦੀ ਕੋਸ਼ਿਸ਼ ਕਰਦੀ ਆ, ਕੋਈ ਜੰਮਦੀ ਆ, ਪਰ ਦੋ ਉਹਨਾਂ ਨੇ ਵੱਡੀਆਂ ਉਹ ਟਰਾਲੀ ਟੈਪ ਜਿਹਾ ਨਹੀਂ ਹੁੰਦਾ ਕੰਮ, ਉੱਦਾਂ ਦਾ ਵਿੱਚ ਤੋਰਿਆ ਆ। ਤੇ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਦਾ ਇੱਕੋ ਹੀ ਕੰਮ ਆ। ਯਾਨੀ ਅਸਲ ਦੇ ਵਿੱਚ ਗੁਰਪ੍ਰੀਤ ਸਿੰਘ, ਫਰਕ ਮੈਨੂੰ ਇੰਨਾ ਕੀ ਲੱਗਾ ਕਿ ਕਾਹੀ ਇੱਥੇ ਵੀ ਜੰਮਦੀ ਹੈ, ਹਾਲਾਤ ਸਾਰੇ ਵੀ ਇੱਥੇ ਹੀ ਆ, ਪਰ ਉੱਥੇ ਜਿਹੜੀ ਛੱਪੜਾਂ ਦੀ, ਨਹਿਰਾਂ ਦੀ, ਨਾਲਿਆਂ ਦੀ, ਦਰਿਆਵਾਂ ਦੀ ਸਫਾਈ ਕਾਗਜ਼ਾਂ ਦੇ ਵਿੱਚ ਹੁੰਦੀ ਆ, ਇਹ ਵਿਚਾਰੇ ਅਸਲ ਦੇ ਵਿੱਚ ਕਰ ਦਿੰਦੇ। ਇੰਨਾ ਕੀ ਫਰਕ ਆ, ਹੋਰ ਕੋਈ ਬਹੁਤਾ ਫਰਕ ਨਹੀਂ ਹੈਗਾ। ਓਕੇ। ਨਹੀਂ ਚਲੋ, ਮੈਂ ਤਾਂ ਇਹ ਪੁੱਛਿਆ ਵੀ ਮੈਂ ਕਿਹਾ ਵੀ ਪਹਿਲਾਂ ਨਾ ਜਦੋਂ ਇੱਧਰੋਂ ਆਪਣੇ ਜਹਾਜ਼ ਭਰ ਜਾਣ ਲੱਗ ਪਿਆ ਪੰਜਾਬੀ, ਤੇ ਮੈਨੂੰ ਇਹ ਲੱਗਿਆ, ਮੈਂ ਕਿਹਾ ਯਾਰ ਕਿਤੇ ਕੰਮ ਦੀ ਕਮੀ ਨਾ ਆ ਜੇ। ਪਰ ਜਿੱਦਾਂ ਹੁਣ ਤੁਸੀਂ ਮੈਨੂੰ ਆਹ ਗੱਲ ਦੱਸੀ ਆ, ਇਹਦਾ ਮਤਲਬ ਵੀ ਅਜੇ ਘੱਟੋ ਘੱਟ ਨਹੀਂ ਤੇ 50 ਸਾਲ ਆ ਪੰਜਾਬੀਆਂ ਨੂੰ ਕੋਈ ਰੌਲਾ ਨਹੀਂ ਹੈਗਾ, ਕੈਨੇਡਾ 'ਚ ਕੰਮ ਦੀ ਕਮੀ ਨਹੀਂ ਆਉਣੀ। ਕਿਉਂਕਿ ਜਿੱਦਾਂ ਹੁਣ ਤੁਸੀਂ ਸਫਾਈ ਦੀ ਗੱਲ ਕੀਤੀ, ਇਹਨੂੰ ਅਜੇ ਵੀ ਗੋਰੇ ਲੇਕ ਕਹੀ ਜਾਂਦੇ ਆ। 10 ਕੁ ਸਾਲਾਂ ਨੂੰ ਜੇ ਇੱਕ ਅੱਧੇ ਮੇਰੇ ਅੱਗੇ ਠੇਕੇਦਾਰ ਦੇ ਕਾਬੂ ਆ ਗਈ, ਫਿਰ ਥੋੜ੍ਹਾ ਗੋਰਿਆਂ ਨੂੰ ਚੋਗਾ ਪਾਵਾਂਗੇ ਕਿ ਵੀਰ ਮੇਰਾ ਜ਼ਰੂਰ ਮਸ਼ੀਨ ਸਾਰਾ ਦਿਨ ਚਲਾਉਣੀ ਹੈ, ਤੇ ਜੇ ਚੌਥੇ ਦਿਨ ਮਾੜਾ ਜਿਹਾ ਗੇੜਾ ਜਿਹਾ ਮਾਰਦਿਆ ਕਰਾਂਗੇ। ਕਾਈ ਕਿਹੜਾ ਰੋਜ਼ ਜੰਮਦੀ ਆ, ਹੌਲੀ ਹੌਲੀ ਜੀ ਆਪਣੀਆਂ ਆਦਤਾਂ ਜੀ ਇੱਦਾਂ। ਨਹੀਂ, ਗੱਲ ਤੁਹਾਡੀ ਠੀਕ ਜੀ, ਗੱਲ ਤੁਹਾਡੀ ਸੰਧਾਲੀਆ ਸਾਹਿਬ ਬਿਲਕੁਲ ਠੀਕ ਹੈ। 50 ਸਾਲ ਨਹੀਂ, ਮੈਨੂੰ ਲੱਗਦਾ ਆਉਣ ਵਾਲੇ 100 ਸਾਲ ਵੀ ਕੋਈ ਦਿੱਕਤ ਨਹੀਂ, ਕਿਉਂਕਿ ਕਈ ਸੜਕਾਂ ਤਾਂ ਮੇਨ ਸੜਕਾਂ ਜਿਹਨਾਂ ਨੂੰ ਆਪਾਂ GT ਰੋਡ ਕਹਿ ਦਈਦਾ, ਉਹ ਹਾਈਵੇ ਤਾਂ ਇੱਦਾਂ ਦੇ ਆ ਕਿ ਤੁਸੀਂ ਆਰਾਮ ਨਾਲ ਉੱਥੇ ਬਹਿ ਜਾਓ, 2-2 ਘੰਟੇ ਤੁਸੀਂ ਉਡੀਕਦੇ ਰਹਿੰਦੇ ਯਾਰ ਕਿਸੇ ਦਾ ਘਰ ਹੀ ਆ ਜਾਵੇ, ਕੋਈ ਪਿੰਡ ਹੀ ਆ ਜਾਵੇ, ਪਾਣੀ ਆ ਜਾਵੇ। ਇੱਦਾਂ ਵੀ ਲਿਖਿਆ ਹੁੰਦਾ ਕਿ ਭਾਈ ਅਗਲਾ ਜਿਹੜਾ ਉਹ ਗੈਸ ਵਾਲਾ ਪੰਪ ਆ, ਡੀਜ਼ਲ ਪੈਟਰੋਲ ਪੰਪ ਆ, 100 ਤੇ ਇੰਨੇ ਕਿਲੋਮੀਟਰ ਦੂਰ ਹੋਊਗਾ। ਇਸ ਕਰਕੇ ਭਾਈ ਖਾਲੀ ਪਿਆ, ਜੇ ਕਿਸੇ ਦਾ ਜੀਜੂ ਕਰਦਾ, ਸ਼ਰਤਾਂ ਕੋ ਪੂਰੀਆਂ ਕਰਦਾ, ਉਹ ਆ ਸਕਦਾ। ਪਰ ਮੈਂ ਤੁਹਾਨੂੰ ਖਿੱਚ ਕੇ ਫਿਰ ਉੱਥੋਂ ਲੈ ਕੇ ਚੱਲਾਂ ਜਿੱਥੋਂ ਤੁਸੀਂ ਤੁਰੇ ਸੀ। ਜੇ ਆਖੋਂ ਤਾਂ ਤੁਰਾਂ। ਹਾਂਜੀ, ਬਿਲਕੁਲ ਤੁਰੋ ਮਹਾਰਾਜ, ਬਿਲਕੁਲ ਤੁਰੋ, ਅਸੀਂ ਤੇ ਕਹਿਣ ਡਏ। ਮੈਂ ਇਹ ਸੋਚਦਾ ਸੀਗਾ ਕਿ 10 ਲੱਖ ਪਰਿਵਾਰਕ ਮੈਂਬਰ ਅੱਜ ਪੂਰੇ ਹੋ ਗਏ। ਤੁਸੀਂ ਇਹ ਦੇਖੋ, ਤੁਸੀਂ ਪਹਿਲੇ ਕਹਿ ਦਿੱਤਾ ਕਿ ਭਾਈ ਟਰਾਲੀ ਖੱਬੇ ਬਈ ਸੁਝਾ ਦਿੰਦੇ ਆ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਪਰ ਦੇਖੋ, ਸਭ ਤੋਂ ਵੱਡੀ ਗੱਲ ਜਿਹਦੀ ਆਪਾਂ ਨੂੰ ਖੁਸ਼ੀ ਆ ਨਾ, ਕਿ ਟਰਾਲੀ ਬੈਕ ਲਵਾਉਣ ਵਾਲਾ ਬੰਦਾ ਟਰਾਲੀ ਕੋ ਖੜਾ ਹੁੰਦਾ। ਜੇ ਤਾਂ ਉਹ ਕਰੇ ਭੋਰਾ ਕ ਸੱਜੇ ਹੋਏ, ਭੋਰਾ ਕ ਖੱਬੇ ਹੋਏ, ਫਿਰ ਤਾਂ ਟਰਾਲੀ ਲੱਗਦੀ ਹੈ ਸਿੱਧੀ। ਉਹ ਕਈ ਵਾਰੀ ਕਹਿੰਦਾ ਹੁੰਦਾ ਮਾੜੀ ਜੀ ਐ ਨੂੰ
ਮਾੜੀ ਜੀ ਆਉਣ ਨੂੰ, ਹੁਣ ਐ ਨੂੰ ਤੇ ਆਉਣ ਨੂੰ ਦਾ ਨਹੀਂ ਪਤਾ ਲੱਗਦਾ ਹੁੰਦਾ ਕਿ ਭਾਈ ਟਰਾਲੀ ਖੱਬੇ ਲਾਉਣੀ ਹੈ ਕਿ ਸੱਜੇ ਲਾਉਣੀ ਹੈ, ਪਰ ਆਪਾਂ ਨੂੰ ਇਦਾਂ ਦੇ ਐ ਨੂੰ ਆਉਣ ਵਾਲੇ ਬੰਦੇ ਘੱਟ ਹੀ ਟੱਕਰਿਆ, ਉਦਾਂ ਦੇ ਬੰਦੇ ਵੱਧ ਟੱਕਰਿਆ ਜਿਨ੍ਹਾਂ ਨੇ ਸਾਨੂੰ ਸਿੱਧੇ ਰਾਹੇ ਪਾਇਆ। ਬਿਲਕੁਲ ਸਹੀ ਗੱਲ, ਇਸੇ ਕਰਕੇ ਤੇ ਟਰਾਲੀ ਆਪਣੀ ਫਿਲਹਾਲ ਸਿੱਧੀ ਬੈਕ ਲੱਗ ਜਾਂਦੀ ਆ। ਤੇ ਬਾਠ ਸਾਹਿਬ ਗੱਲ ਇਹ ਆ ਵੀ ਇਹ ਜਿਹੜਾ ਸਫ਼ਰ ਆ ਨਾ, ਜਿੱਦਾਂ ਉਦੋਂ ਵੀ ਤੁਸੀਂ ਗੱਲ ਕਰਦੇ ਸੀ ਅਮਨ ਭਾਜੀ ਨਾਲ, ਇਹ ਸਫ਼ਰ ਮੈਂ ਵੇਖਿਆ ਵੀ ਜਦੋਂ ਸ਼ੁਰੂਆਤ ਹੋਈ ਨਾ, ਜਦੋਂ ਇਹ ਪ੍ਰਾਈਮ ਏਸ਼ੀਆ TV ਕਹਿ ਲਓ ਕਿ ਆਪਾਂ ਸ਼ੁਰੂ ਕਰਨ ਦੇ ਇੱਕ ਪਾਸੇ ਤੁਰਦੇ ਸੀ, ਉਦੋਂ ਜਿਉਂ ਉਹ ਦਰੀਆਂ ਜੀਆਂ ਝਾੜਨ ਵਾਲਾ ਕੰਮ, ਕਦੀ ਬੂਹੇ ਦੀ ਕੁੰਡੀ ਨਾਲ ਲੱਗਣੀ, ਕਦੀ ਜੇ ਸ਼ੁਰੂ ਕਰਨਾ ਤੇ ਬਾਹਰ ਗਲੀ 'ਚ ਆ ਜਾਣਾ ਕੋਈ ਹੋ ਕੇ ਆਲੂ ਲੈ, ਗੰਢੇ ਲੈ, ਫੇਰ ਕੋਈ ਭੱਜ ਕੇ ਬੰਦੇ ਨੂੰ ਕਹਿਣਾ ਉਹ ਯਾਰ ਇਹਨੂੰ ਕਹਿ ਕੇ ਆ ਭਰਾਵਾ 5 ਮਿੰਟ ਤੂੰ ਬਾਅਦ 'ਚ ਆ ਜੀ, ਤੇਰੇ ਕੋਲੋਂ ਆਲੂ ਲੈ ਲਾਂਗੇ। ਤੇ ਉਹ ਵਾਲੇ ਕੰਮਾਂ 'ਚ ਉਦੋਂ ਨਹੀਂ ਸੀ ਲੱਗਦਾ ਕਿ ਵੀ ਇਹ ਪ੍ਰਾਈਮ ਏਸ਼ੀਆ TV ਨੂੰ ਲੋਕ ਦੁਨੀਆ ਭਰ 'ਚ ਪਿਆਰ ਕਰਨਗੇ, ਕਿਉਂਕਿ ਉਦੋਂ ਤਾਂ ਬੰਦਾ ਇੱਕ ਧੁਨ 'ਚ ਲੱਗਾ ਜਾਂਦਾ ਨਾ ਵੀ ਚਲੋ ਯਾਰ ਇੱਕ ਨਾ ਜਿੱਦਾਂ ਨਵੀਂ ਗੱਡੀ ਲਈ ਹੁੰਦੀ ਤੇ ਜਾਚ ਸਿੱਖਣ ਵਾਲਾ ਕੰਮ ਹੀ ਸੀਗਾ, ਪਰ ਜਦੋਂ ਫਿਰ ਗੱਡੀ ਚੱਲ ਪੈਂਦੀ ਆ ਫਿਰ ਹੌਲੀ ਹੌਲੀ ਸਾਰੀਆਂ ਗੱਲਾਂ ਦਾ ਖਿਆਲ ਵੀ ਰੱਖਣਾ ਪੈਂਦਾ। ਸੋ ਇਹ ਗੱਲ ਤਾਂ ਹੈਗੀ ਆ ਕਿ ਵੀ ਜੇ ਬੰਦਾ ਧੁਨ ਦੇ ਨਾਲ ਲੱਗਾ ਰਹੇ ਤੇ ਉਹਦੀ ਨੀਤ ਸਾਫ਼ ਹੋਵੇ ਤੇ ਪ੍ਰਮਾਤਮਾ ਸਾਥ ਜ਼ਰੂਰ ਦਿੰਦਾ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਪੱਕੀ ਆ, ਤੁਹਾਡਾ ਉਦੋਂ ਵੀ ਸੂਤ ਸੀ ਤੇ ਤੁਹਾਡਾ ਅੱਜ ਵੀ ਸੂਤ ਆ। ਪੁੱਛੋ ਕਿਵੇਂ? ਕਿੱਦਾਂ ਜੀ? ਉਦੋਂ ਤੁਹਾਡਾ ਇਦਾਂ ਸੂਤ ਸੀ ਕਿ ਜਦੋਂ ਤੁਸੀਂ ਘਰੋਂ ਤੁਰਨਾ, ਤੁਹਾਨੂੰ ਉਹਨਾਂ ਨੇ ਸਮਾਨ ਲਿਖ ਕੇ ਘਰਦਿਆਂ ਦੇ ਦੇਣਾ, ਜੀ ਅੱਜ ਗੰਢੇ ਵੀ ਲਿਆਉਣੇ ਆ, ਅੱਜ ਆਲੂ ਵੀ ਲਿਆਉਣੇ ਆ, ਤਾਂ ਤੁਸੀਂ ਕਿਹੜਾ ਕਹਿੰਦੇ, ਬਾਜ਼ਾਰ ਨੂੰ ਤਾਂ ਜਾਣਾ ਹੀ ਨਹੀਂ ਸੀ ਪੈਂਦਾ। ਵਿੱਚੇ ਪ੍ਰੋਗਰਾਮ ਕਰਦਿਆਂ ਕਿਉਂਕਿ ਸੈਟਅਪ ਉਦੋਂ ਆਰਜੀ ਤੌਰ ਤੇ ਸੀ, ਉਧਰੋਂ ਪ੍ਰੋਗਰਾਮ ਕਰਦੇ ਹੋਣਾ, ਉਧਰੋਂ ਭਾਈ ਨੇ ਕਹਿਣਾ ਆਲੂ ਲੈ, ਨਾਲ ਹੀ ਗੁਰਪ੍ਰੀਤ ਸੰਧੇ ਵਾਲੇ ਨੂੰ ਚੇਤਾ ਆਣਾ, ਲੈ ਯਾਰ ਅੱਜ ਤਾਂ ਘਰਦਿਆਂ ਨੇ ਆਲੂ ਲੈਣ ਨੂੰ ਕਿਹਾ, ਇੱਕ ਮਿੰਟ ਕੈਮਰੇ ਮੜ ਜਾ ਬੰਦ ਕਰਿਓ, ਮੈਂ ਆਲੂ ਲੈ ਆਵਾਂ। ਤੁਹਾਡਾ ਉਦੋਂ ਵੀ ਸੂਤ ਸੀ, ਤੁਹਾਡਾ ਅੱਜ ਵੀ ਸੂਤ ਆ, ਨਹੀਂ ਤਾਂ ਦਰਸ਼ਕਾਂ ਤੋਂ ਪੁੱਛ ਲਓ, ਟਿੱਪਣੀਆਂ ਉਹਨਾਂ ਨੇ ਕਰ ਦੇਣੀਆਂ। ਦੇਖੋ ਬਾਠ ਸਾਹਿਬ, ਗੱਲ ਪਤਾ ਕੀ ਹੈ, ਜਿਹੜਾ ਬੰਦਾ ਮੇਰੇ ਵਾਂਗੂ ਕਬੀਲਦਾਰ ਆ ਉਹਨੇ ਤੇ ਰੋਟੀ ਖਾਣੀ ਆ ਭਾ, ਹੁਣ ਤੇਰੇ ਵਾਂਗੂ ਥੋੜਾ ਵੀ ਬਸ ਡੰਡਾ ਡੇਰਾ ਚੱਕ ਕੇ ਤੇ ਚੱਲ ਜੋ ਕੈਨੇਡਾ, ਤੇ ਉਦੋਂ ਬਾਅਦ ਨਾ ਕੋ ਅੱਗੇ ਜਾਣੇ ਨਾ ਪਿੱਛੇ ਜਾਣੇ, ਜੈਕਟ ਕਦੀ ਪਾ ਲਈ ਕਦੀ ਲਾਹ ਲਈ, ਹੈ ਨਾ। ਇਸ ਕਰਕੇ ਫਰਕ ਬੜਾ ਪੈਂਦਾ। ਮੈਂ ਤੁਹਾਨੂੰ ਤਾਂ ਦੱਸੀ ਜਾਂਦਾ ਵੀ ਅਜੇ ਆ ਕੱਟੀ ਤੁਹਾਡੀ ਮੈਂ ਛੱਡਤੀ, ਮੈਨੂੰ ਨਾ ਕਈ ਵਾਰ ਖਿੱਚ ਹੀ ਬੜੀ ਚੜ੍ਹਦੀ ਹੁੰਦੀ ਵੀ ਜਿਹੜਾ ਤੁਸੀਂ ਮੇਰੇ ਨਾਲ ਬੱਸ ਵਾਲਾ ਧੋਖਾ ਕੀਤਾ। ਮੈਂ ਤਾਂ ਬੜਾ ਮਨ 'ਚ ਸੁਪਨੇ ਸਜਾਏ, ਮੈਂ ਕਿਹਾ ਇੱਕ ਨਾ ਕਿਤੇ ਬੱਸ ਚੱਲ ਪਈ ਨਾ ਬਾਠ ਸੰਧਾਂ ਵਾਲੀ ਆ ਟਰਾਂਸਪੋਰਟ, ਤੇ ਕੀ ਪਤਾ ਫਿਰ 6 ਸਾਲਾਂ ਤੱਕ ਆਪਣੀਆਂ ਵੀ ਕੋਈ 10-15 ਬੱਸਾਂ, ਹੁਣ ਆਪਾਂ ਵੀ ਬੱਸਾਂ ਵਾਲੇ ਸਰਦਾਰ ਵੱਜਿਆ ਕਰਾਂਗੇ। ਤੁਸੀਂ ਮਹਾਰਾਜ ਉਹ ਮੇਰੀ ਬੱਸ ਵਾਲੀ ਗੱਲ ਵੀ ਵਿੱਚ ਹੀ ਰਹਿਣ ਦੀ, ਹੁਣ ਨਾ ਉਹ ਬੱਸ 'ਚ ਸਵਾਰੀ ਹੈ ਨਾ ਗੱਲ ਨਾ ਬਾਤ। ਮੈਨੂੰ ਇੱਕ ਦਿਨ ਮੈਸੇਜ ਆਇਆ, ਕਹਿੰਦੇ ਯਾਰ ਭਾ ਉਹ ਗੱਲ ਨਹੀਂ ਕੀਤੀ ਮਿੰਨੀ ਬੱਸ ਵਾਲੀ। ਮੈਂ ਕਿਹਾ ਵੀ ਮਿੰਨੀ ਬੱਸ ਅਸੀਂ ਪਾਉਣੀ 17 'ਚ ਸਾਡੀ ਚੱਲੀ ਨਹੀਂ, ਹੁਣ 22 'ਚ ਵੇਖੋ ਜੇ ਚੱਲ ਗਈ ਤੇ ਫਿਰ ਚਲਾ ਲਵਾਂਗੇ, ਨਹੀਂ ਤੇ ਫਿਰ ਠੀਕ ਹੀ ਠੀਕ ਹੈ। ਸੰਧਾਲੀਆ ਸਾਹਿਬ, ਮੈਂ ਤਾਂ ਬਹੁਤ ਦੂਰ ਦੀ ਸੋਚੀ ਬੈਠਾ ਸੀ, ਤੁਸੀਂ ਤਾਂ ਨੇੜੇ ਹੀ ਨਿਬੇੜ ਦਿੱਤੀ। ਮੈਨੂੰ ਇਸ ਗੱਲ ਦਾ ਭਰਾ ਦੇ ਉੱਤੇ ਰੋਸਾ ਬਹੁਤ। ਹੁਣ ਮੈਂ ਦੱਸਦਾ ਕਿ ਕੀ ਸੋਚ ਕੇ ਬੈਠਾ ਸੀ ਤੁਹਾਡੇ ਲਈ। ਮੈਂ ਇਹ ਸੋਚਿਆ ਸੀ ਕਿ ਮਿੰਨੀ ਬੱਸ ਆਪਾਂ ਦੋਨਾਂ ਭਰਾਵਾਂ ਨੇ ਪਾਉਣੀ ਆ, ਤੇ ਪਾਉਣੀ ਹੁਣ ਵੀ ਆ। ਮਿੰਨੀ ਬੱਸ ਪਾਵਾਂਗੇ, ਪਹਿਲਾਂ ਇੱਕ ਬੱਸ ਹੋਊਗੀ, ਸ਼ੁਰੂਆਤੀ ਦੌਰ ਦੇ ਵਿੱਚ ਸਵਾਰੀਆਂ ਬੈਠਣਗੀਆਂ, ਆਪਾਂ ਮੂਹਰਲੇ ਪਾਸੇ ਲਿਖ ਦੇਣਾ ਕਿ ਭਾਈ ਯਾਰੀ ਪੱਕੀ, ਟਿਕਟ ਆਪੋ ਆਪਣੀ, ਜਾਣੀ ਕਿ ਕੋਈ ਇਹ ਨਾ ਕਹੇ ਕਿ ਮੈਂ ਤਾਂ ਸੰਧੇ ਵਾਲੀਏ ਦੇ ਪਿੰਡ ਦਾ, ਮੈਂ ਬਾਠ ਦੇ ਪਿੰਡ ਦਾ, ਮੈਂ ਟਿਕਟ ਨਹੀਂ ਲੈਣੀ। ਟਿਕਟਾਂ ਆਪਾਂ ਸਾਰਿਆਂ ਤੋਂ ਲੈਣੀਆਂ, ਪੈਸੇ ਲੈਣੇ ਆ। ਦੂਜੇ ਪਾਸੇ ਜਦੋਂ ਕਿਸ਼ਤਾਂ ਪੂਰੀਆਂ ਹੋ ਗਈਆਂ, ਬੱਸ ਆਪਣੀ ਫ੍ਰੀ ਹੋ ਗਈ, ਫਿਰ ਆਪਾਂ ਦੂਸਰੀ ਮਿੰਨੀ ਬੱਸ ਪਾਉਣੀ ਆ, ਉਹਦੇ ਤੋਂ ਬਾਅਦ ਤੀਸਰੀ ਮਿੰਨੀ ਬੱਸ ਪਾਉਣੀ ਆ। ਮੈਂ ਤਾਂ ਇੱਥੋਂ ਤੱਕ ਵੀ ਸੋਚ ਕੇ ਬੈਠਾ ਸੀ ਕਿ ਉਸ ਤੋਂ ਬਾਅਦ ਗੁਰਪ੍ਰੀਤ ਸੰਧਾ ਵਾਲੀਆ ਨੇ ਐਨ ਤੰਬਾ ਲਾਇਆ ਹੋਊ, ਕੁੜਤਾ ਚਿੱਟਾ ਪਾਇਆ ਹੋਊ, ਸਿਰ ਤੇ ਪੱਗ ਬੰਨੀ ਹੋਊ, ਗੁਰਪ੍ਰੀਤ ਸੰਧਾ ਵਾਲੀਆ ਵੱਡੇ ਸਾਰੇ ਸੋਫੇ ਤੇ ਬੈਠਾ ਹੋਊ, ਤੇ ਲੋਕ ਆਇਆ ਕਰਨਗੇ ਹਲਕੇ ਦੇ ਕਿ ਸਾਡੇ ਮੁੰਡੇ ਨੂੰ ਕੰਡਕਟਰ ਰੱਖ ਲਓ ਜੀ, ਸਾਡਾ ਮੁੰਡਾ ਡਰਾਈਵਲੀ ਵਧੀਆ ਕਰਦਾ ਉਹਨੂੰ ਰੱਖ ਲਓ ਜੀ। ਕਿਸੇ ਨੇ ਕਹਿਣਾ ਜੀ ਸਾਡੇ ਮੁੰਡੇ ਨੂੰ ਸਹਾਇਕ ਰੱਖ ਲਓ ਜੀ। 5-4 ਇਦਾਂ ਦੇ ਵੀ ਆਇਆ ਕਰਨੇ ਆ, ਸਾਡਾ ਮੁੰਡਾ ਥੱਪੜ ਥੁੱਪੜ ਬਹੁਤ ਵਧੀਆ ਫੇਰਦਾ, ਜੇ ਕਿਸੇ ਦੂਜੇ ਬੱਸ ਵਾਲੇ ਨਾਲ ਪੰਗਾ ਹੋਇਆ ਤੇ ਥੱਪੜ ਵਧੀਆ ਫੇਰੂਗਾ। ਮੈਂ ਤਾਂ ਇਦਾਂ ਵੀ ਸੋਚਦਾ ਸੀ ਕਿ ਇੰਨੇ ਕੁ ਬੰਦਿਆਂ ਨੂੰ ਹੌਲੀ ਹੌਲੀ ਨੌਕਰੀਆਂ ਦੇ ਦੇਣੀਆਂ। ਮੈਂ ਤਾਂ ਭਾ ਨੂੰ ਇਲੈਕਸ਼ਨ ਲੜਾਉਣ ਨੂੰ ਫਿਰਦਾ ਸੀ, ਭਾ ਹੁਣੇ ਗੁੱਸੇ ਹੋ ਗਿਆ। ਬਾਠ ਸਾਹਿਬ, ਗੱਲ ਪਤਾ ਕੀ ਹੈ, ਦੇਖੋ ਤੁਸੀਂ ਚੱਲ ਗਏ ਕੈਨੇਡਾ, ਤੁਹਾਡਾ ਆ ਕੈਨੇਡਾ ਦੇ ਹਿਸਾਬ ਨਾਲ ਹੁਣ ਤੁਹਾਨੂੰ ਇਹ ਲੱਗਦਾ ਵੀ ਜਦੋਂ ਬੰਦੇ ਦਾ ਕਾਰੋਬਾਰ ਚੱਲ ਜਾਂਦਾ ਫਿਰ ਬੰਦਾ ਵੱਡਾ ਹੋ ਜਾਂਦਾ। ਇਹ ਆ ਪੰਜਾਬ, ਇੱਥੇ ਕਾਰੋਬਾਰ ਉਹਨਾਂ ਕੀ ਚੱਲਣਾ ਚਾਹੀਦਾ ਜਿੰਨਾ ਕੁ ਭਾਈ ਸਾਹਿਬ ਰੋਟੀ ਪਾਣੀ ਚੱਲਦਾ ਰਹੇ। ਜੇ ਕਾਰੋਬਾਰ ਵੱਡਾ ਹੋ ਜੇ ਨਾ, ਤੇ ਫਿਰ ਜਿਹੜੇ ਉਤੋਂ ਵੱਡੇ ਘਰ ਵਾਲੇ ਉਹ ਬੰਦੇ ਕਹਿੰਦੇ ਸਾਈਡ ਤੇ ਲਾ ਕੇ, ਹਾਂ ਵੀ ਦੱਸ ਇਹਨਾਂ ਬੱਸਾਂ ਦੇ ਕਿੰਨੇ ਲੈਣੇ। ਅਗਲਾ ਕਹਿੰਦਾ ਮੈਂ ਨਹੀਂ ਲੈਣੇ, ਉਹ ਕਹਿੰਦੇ ਫਿਰ ਕੋਈ ਨਹੀਂ, ਜਿੰਨੇ ਕੁ ਦੇਣੇ ਉਨੇ ਕੀ ਦੇ ਦੇਣੇ, ਜੇ ਆਪ ਮੂੰਹ ਮੰਗੇਗਾ ਤੇ ਤਾਂ ਤੇਰਾ ਸਾਰ ਦਿੰਦੇ। ਇਸ ਕਰਕੇ ਆਪਾਂ ਬੱਸ ਕਰੀਏ, ਜਿੰਨੀ ਕੁ ਆਪਣੀ ਸੋਮੋ ਚੱਲੀ ਚੁੱਲੀ ਜਾਂਦੀ, ਮਿੰਨੀ ਬੱਸ ਚੱਲੀ ਜਾਂਦੀ, ਉਹਨੇ 'ਚ ਹੀ ਸਾਰ ਲਈਏ। ਕਿਉਂਕਿ ਜੇ ਬਹੁਤਾ ਵੱਡਾ ਕਾਰੋਬਾਰ ਕਰਾਂਗੇ ਤੇ ਫਿਰ ਅਗਲੇ ਨੇ ਕਾਰੋਬਾਰ ਦੱਬ ਕਦੋਂ ਲੈਣਾ ਇਹਦਾ ਵੀ ਨਹੀਂ ਪਤਾ ਲੱਗਣਾ। ਆਪਾਂ ਕੋਈ ਖਬਰਾਂ ਵਾਲਾ ਕਾਰੋਬਾਰ ਕਰ ਲਈਏ ਜਿਹੜਾ ਆਪਣੇ ਸੈੱਟ ਆਉਂਦਾ। ਨਹੀਂ ਕਰ ਲਈਏ, ਮੈਨੂੰ ਵੀ ਇਹੀ ਲੱਗਦਾ ਕਰ ਲਈਏ। ਬੱਸ ਤਾਂ ਚਲੋ ਅਜੇ ਕਿਉਂਕਿ ਕੋਵਿਡ ਆ, ਨਾ ਤਾਂ ਅਜੇ ਰੈਲੀਆਂ ਹੋ ਰਹੀਆਂ ਨਾ ਕੁਛ ਹੋਰ ਆ। ਤੁਸੀਂ ਐਂ ਕਰਨਾ, ਕੱਪੜਾ ਕੁੱਪੜਾ ਜਿਹਾ ਬੱਸ ਦੇ ਉੱਤੇ ਮਾਰ ਰੱਖਿਓ, ਨਾਂ ਨੂੰ ਜਿਹੜਾ ਲਿਖਾਉਣਾ ਕਿਸੇ ਭਾਈ ਨੂੰ ਕਹਿ ਰੱਖਿਓ, ਤੇ ਆ ਜਾਓ ਫਿਰ ਸਿੱਧਾ ਖਬਰਾਂ ਦੀ ਕਬੱਡੀ ਪਾਉਂਦੇ ਆ। ਤੁਸੀਂ ਗੱਲ ਕੀਤੀ ਵੀ ਰੈਲੀਆਂ ਨਹੀਂ ਹੁੰਦੀਆਂ, ਰੈਲੀਆਂ ਦੀ ਸੁਣ ਲਓ। ਆ ਰੱਖੜੀ ਆ, ਰੱਖੜੀ ਤੇ ਪਹਿਲਾਂ ਤੇ ਆਪਾਂ ਧੰਨਵਾਦ ਕਰ ਦਈਏ ਜਿਹੜੀ
ਫਿਲਮ ਪ੍ਰਾਈਮ ਏਸ਼ੀਆ ਟੀਵੀ ਵੱਲੋਂ ਬਣਾਈ ਗਈ ਉਹਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜੀ ਐਂਡ ਤੁਸੀਂ ਸ਼ੇਅਰ ਕੀਤੀ। ਇਹਦੇ ਨਾਲ ਬੜਾ ਹੌਸਲਾ ਵੱਧਦਾ ਕਿਉਂਕਿ ਜਦੋਂ ਇੱਕ ਚੰਗੀ ਚੀਜ਼ ਬਣਾਈ ਜਾਂਦੀ ਹੈ ਉਸ ਚੰਗੀ ਚੀਜ਼ ਨੂੰ ਐਪਰੀਸ਼ੀਏਟ ਕੀਤਾ ਜਾਂਦਾ ਅਤੇ ਮਨ ਕਰਦਾ ਵੀ ਹਾਂ ਆਪਾਂ ਇੱਕ ਹੋਰ ਚੰਗੀ ਚੀਜ਼ ਬਣਾਈਏ। ਉਸ ਦਿਨ ਬਾਠ ਸਾਹਿਬ ਤੁਹਾਨੂੰ ਯਾਦ ਹੋਣਾ ਜਿੱਦਣ ਅਮਨ ਭਾਜੀ ਤੁਹਾਡੇ ਨਾਲ ਸੀਗੇ ਅਤੇ ਉਹਨਾਂ ਨੂੰ ਬੜਾ ਇਸ ਚੀਜ਼ ਦਾ ਹਿਰਖ ਸੀਗਾ ਕਿ ਵੀ ਜਿਹੜੀ ਚੰਗੀ ਚੀਜ਼ ਹੁੰਦੀ ਆ ਉਹਦੇ ਤਾਂ ਵਿਊਜ਼ ਨਹੀਂ ਹੁੰਦੇ, ਉਹਨੂੰ ਕੋਈ ਐਪਰੀਸ਼ੀਏਟ ਨਹੀਂ ਕਰਦਾ, ਕੋਈ ਸ਼ੇਅਰ ਨਹੀਂ ਕਰਦਾ। ਅਤੇ ਜੇ ਕੋਈ ਲਾਗੇ ਟੁੱਟੀ ਜਿਹੀ ਵੀਡੀਓ ਕਿਸੇ ਇਹੋ ਜਿਹੇ ਬੰਦੇ ਦੀ ਬਣਾ ਦਈਏ ਜਿਹਦੇ ਤੋਂ ਆਪਾਂ ਨੂੰ ਕੋਈ ਸੇਧ ਨਹੀਂ ਮਿਲਣੀ ਜਾਂ ਜਿਹਦਾ ਥੰਬਨੇਲ ਟਾਈਟਲ ਹੀ ਕੋਈ ਇਹੋ ਜਿਹਾ ਹੋਵੇ ਵੀ ਯਾਰ ਆਹ ਸਮਾਜ ਨੂੰ ਕੀ ਸੇਧ ਦੇਊਗਾ, ਉਹਦੇ ਫਿਰ ਮਿਲੀਅਨ 'ਚ ਵਿਊ ਹੁੰਦੇ ਆ। ਉਦਣ ਵੀ ਮੈਨੂੰ ਮਹਿਸੂਸ ਹੋਇਆ ਸੀ ਕਿ ਵੀ ਗੱਲ ਤਾਂ ਬਿਲਕੁਲ ਸਹੀ ਕਹਿ ਰਿਹਾ, ਪਰ ਨਹੀਂ ਉਹਨਾਂ ਦੇ ਉਸ ਮੇਰਾ ਖਿਆਲ ਜਿਹੜਾ ਉਹਨਾਂ ਨੇ ਨਿਹੋਰਾ ਜਿਹਾ ਮਾਰਿਆ ਸੀ ਉਹਦੇ ਤੋਂ ਬਾਅਦ ਕੰਮ ਚੱਲ ਪਿਆ। ਕੀ ਕਹਿੰਦੇ ਜੀ? ਬਿਲਕੁਲ ਸੰਧਾਲੀਆ ਸਾਹਿਬ, ਜਦੋਂ ਨਾ ਪੰਜਾਬ ਦੇ ਵਿੱਚ ਗੱਲ ਚੱਲਦੀ ਹੁੰਦੀ ਆ ਕਿ ਪੰਜਾਬ ਦੇ ਵਿੱਚ ਬੁੱਕ ਕਲਚਰ ਖਤਮ ਹੋ ਗਿਆ, ਕਿਤਾਬਾਂ ਦਾ ਕਲਚਰ ਖਤਮ ਹੋ ਗਿਆ, ਉਦੋਂ ਨਾਲ ਦੀ ਨਾਲ ਇੱਕ ਮਨ ਦੇ ਵਿੱਚ ਗੱਲ ਆਉਂਦੀ ਹੁੰਦੀ ਆ ਕਿ ਕਿਤਾਬਾਂ ਦਾ ਕਲਚਰ ਤਾਂ ਖਤਮ ਹੋ ਗਿਆ ਪਰ ਲੋਕਾਂ ਦੇ ਲਈ ਇੱਕ ਸਮੱਸਿਆ ਵੀ ਆ ਕਿ ਕਿਤਾਬਾਂ ਤਾਂ 1000 ਛਪਦੀਆਂ ਸਾਲ 'ਚ, ਲੋਕਾਂ ਨੇ ਸਾਰੀਆਂ ਨਹੀਂ ਖਰੀਦਣੀਆਂ। ਕਿਵੇਂ ਪਤਾ ਲੱਗੇ ਕਿ ਚੰਗੀ ਕਿਤਾਬ ਕਿਹੜੀ ਹੈ, ਮਿਆਰੀ ਕਿਤਾਬ ਕਿਹੜੀ ਹੈ, ਪੜ੍ਹਨ ਵਾਲੀ ਕਿਤਾਬ ਕਿਹੜੀ ਹੈ? ਉਹੀ ਹਾਲ ਇੱਧਰਲੇ ਪਾਸੇ ਹੋਇਆ। ਲੋਕ ਸਵੇਰੇ ਉੱਠਦੇ ਆ YouTube ਤੇ Facebook ਤੇ ਕਈ ਪਾਸੇ ਜਦੋਂ ਮਾੜਾ ਜੇ ਠੂੰਗਾ ਮਾਰਦੇ ਆ 500 ਪੋਸਟਾਂ ਆ ਜਾਂਦੀਆਂ ਤੇ ਪੋਸਟਾਂ ਵੀ ਕੀ ਹੁੰਦੀਆਂ, ਆਹ ਚੀਜ਼ ਇੱਦਾਂ ਹੋ ਗਈ, ਆਹ ਇੱਦਾਂ ਹੋ ਗਈ, ਬੜੀਆਂ ਅਜੀਬੋ ਗਰੀਬ ਜੀਆਂ ਫੋਟੋ ਲਾ ਕੇ ਬੜੇ ਬੇਢੰਗੇ ਜਿਹਾ ਟਾਈਟਲ ਦੇ ਕੇ ਲੋਕਾਂ ਨੂੰ ਐਕਸਾਈਟ ਕਰ ਦਿੱਤਾ ਜਾਂਦਾ ਤੇ ਠੂੰਗਾ ਅਗਲੇ ਦਾ ਉੱਥੇ ਵੱਜ ਜਾਂਦਾ। ਇਹਦੇ ਵਿੱਚ ਜਦੋਂ ਕੋਈ ਤੁਹਾਡੇ ਵਰਗਾ ਸਿਆਣਾ ਬੰਦਾ, ਸਿਆਣਾ ਜਾਣੀ ਕਿ ਅਕਲਮੰਦ ਬੰਦਾ, ਜਾਣੀ ਦੂਜਾ ਸਿਆਣਾ ਨਾ ਪਾ ਸਮਝ ਲਿਓ ਹੁਣ, ਤੇ ਇਹ ਜਿਹੜਾ ਬੰਦਾ ਜਦੋਂ ਵਧੀਆ ਕੰਮ ਕਰਦਾ ਹੈ ਤਾਂ ਫਿਰ ਉਹ ਕਿਤੇ ਪੋਸਟ ਵਿੱਚੇ ਰੁਲ ਜਾਂਦੀ ਹੈ। ਪਰ ਮੈਂ ਤੁਹਾਡੀ ਇਸ ਗੱਲ ਦੇ ਨਾਲ ਸੰਧਾਲੀਆ ਸਾਹਿਬ ਬਿਲਕੁਲ ਸਹਿਮਤ ਹਾਂ ਕਿ ਪ੍ਰਾਈਮ ਏਸ਼ੀਆ ਟੀਵੀ ਦੇ ਦਰਸ਼ਕਾਂ ਨੇ ਜਿੱਦਾਂ ਹੱਥੋਂ ਹੱਥ ਰੱਖੜੀ ਦਾ ਬਹਾਨਾ ਉਹ ਸ਼ਾਰਟ ਫਿਲਮ ਚੱਕੀ ਹੈ ਨਾ, ਉਹਦੇ ਨਾਲ ਇਕੱਲਾ ਇਹੀ ਨਹੀਂ ਹੋਇਆ ਕਿ ਚੰਗੇ ਕੰਮ ਨੂੰ ਲੋਕ ਐਪਰੀਸ਼ੀਏਟ ਕਰਦੇ ਆ, ਉਹਦੇ ਨਾਲ ਤਾਂ ਸਗੋਂ ਤੁਹਾਡਾ, ਸਾਡਾ ਤੇ ਇਦਾਂ ਦੇ ਚੰਗੇ ਕੰਮ ਕਰਨ ਵਾਲੇ ਜਿਹੜੇ ਹੋਰ ਲੋਕ ਆ ਨਾ, ਉਹਨਾਂ ਦਾ ਹੌਸਲਾ ਵੀ ਵੱਧਦਾ ਕਿ ਭਾਈ ਚੰਗੀ ਚੀਜ਼ ਨੂੰ ਵੇਖਣ ਵਾਲੇ, ਚਾਹਣ ਵਾਲੇ, ਖਰੀਦਣ ਵਾਲੇ, ਉਹਦਾ ਮੁੱਲ ਪਾਉਣ ਵਾਲੇ ਲੋਕ ਜਿਹੜੇ ਅਜੇ ਬੈਠੇ ਆ, ਇਹ ਗੱਲ ਕੋਈ ਛੋਟੀ ਨਹੀਂ ਹੈ। ਤੁਸੀਂ ਤਾਂ ਚਲੋ ਕ੍ਰੀਏਟਿਵ ਬੰਦੇ ਹੋ, ਕੰਮਕਾਰ ਇਦਾਂ ਦਾ ਕਰਦੇ ਹੀ ਰਹਿਣਾ, ਬਣਾਉਂਦੇ ਹੀ ਰਹਿਣਾ, ਪਰ ਮੇਰੇ ਲਈ ਇਹ ਤਸੱਲੀ ਵਾਲੀ ਗੱਲ ਸੀ ਕਿ ਭਾਈ ਭਾਊ ਨੇ ਕੋਈ ਉਦਮ ਕੀਤਾ ਹੈ, ਚੰਗਾ ਉਦਮ ਕੀਤਾ ਤੇ ਉਹਦਾ ਲੋਕਾਂ ਮੁੱਲ ਪਾਇਆ। ਨੇ ਮੁੱਲ ਵੀ ਪਾਇਆ ਬਾਠ ਸਾਹਿਬ। ਮੈਂ ਤੇ ਹਾਰ ਕੇ ਜਦੋਂ ਉਹ ਕਰੈਕਟਰਾਈਜੇਸ਼ਨ ਕਰ ਰਿਹਾ ਸੀ ਵੀ ਕਿਸ ਪਾਤਰ ਨੂੰ ਕਿਸ ਕਿਰਦਾਰ 'ਚ ਰੱਖਿਆ ਜਾਵੇ, ਹੁਣ ਮੈਂ ਬੜਾ ਕਨਫਿਊਜ਼ ਸੀ ਪਹਿਲਾਂ ਕਿ ਜਿਹੜਾ ਭਰਾ ਦਾ ਕਿਰਦਾਰ ਮੈਂ ਕਰਾਂ ਜਾਂ ਨੰਬਰਦਾਰ ਦਾ ਕਰਾਂ। ਹੁਣ ਜੇ ਲੁੱਕ ਵਾਈਜ਼ ਜਾਂ ਬਾਕੀ ਸਾਰੇ ਕੁਛ ਲਈ ਦੇਖਿਆ ਜਾਵੇ ਤਾਂ ਮੈਨੂੰ ਲੱਗਦਾ ਸੀ ਕਿ ਨਹੀਂ, ਭਰਾ ਦੇ ਕਿਰਦਾਰ ਲਈ ਉਹ ਢਿੱਲੋਂ ਸਾਹਿਬ ਬਹੁਤ ਵਧੀਆ ਨੇ। ਹੁਣ ਮੈਂ ਤਾਂ ਸਗੋਂ ਗਾਲਾਂ ਵੀ ਲੈ ਰਹੀਆਂ, ਕਮੈਂਟਾਂ 'ਚ ਵੀ ਕਈ ਬੰਦਿਆਂ ਨੇ ਥੱਲੇ ਲਿਖਿਆ ਵੀ ਇੱਦਾਂ ਦੇ ਨੰਬਰਦਾਰ ਪਿੰਡ ਪਿੰਡ ਹੁੰਦੇ ਆ, ਜਿੱਥੇ ਕਿਤੇ ਮਿਲਣ ਢਾਲ ਹੋਏ ਨੇ ਭੈਣ ਰਵਾ ਦਿੱਤੀ ਆ। ਪਰ ਮੈਨੂੰ ਇਹ ਕਿ ਵੀ ਚਲੋ ਐਪਰੀਸ਼ੀਏਟ ਕੀਤਾ ਲੋਕਾਂ ਨੇ, ਇਹਦੇ ਨਾਲ ਹੌਸਲਾ ਵੱਧਦਾ, ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਣਾਉਂਦੇ ਰਹਾਂਗੇ। ਇਹ ਗੱਲ ਦਿਮਾਗ 'ਚ ਇੱਥੋਂ ਆ ਗਈ ਸੀ ਕਿ ਤੁਸੀਂ ਰੈਲੀਆਂ ਦੀ ਗੱਲ ਕਰਦੇ ਸੀ ਨਾ, ਤੇ ਰੱਖੜੀ ਦੇ ਉੱਪਰ ਹੀ ਆਪਾਂ ਫਿਲਮ ਬਣਾਈ ਸੀ। ਰੱਖੜ ਪੁੰਨਿਆ ਦਾ ਮੇਲਾ ਲੱਗਦਾ ਹੁੰਦਾ ਬਾਬਾ ਬਕਾਲਾ ਸਾਹਿਬ, ਤੇ ਉੱਥੇ ਸਿਆਸੀ ਕਾਨਫਰੰਸਾਂ ਵੀ ਹੁੰਦੀਆਂ। ਐਤਕੀ ਨਾ ਮੇਲਾ ਦੇ ਨਾ ਕਾਨਫਰੰਸਾਂ, ਨਾ ਫਿਰ ਲੋਕਾਂ ਨੂੰ ਗੱਲਾਂ ਹੀ ਸੁਣਨ ਨੂੰ ਮਿਲੀਆਂ। ਨਹੀਂ, ਇਹ ਗੱਲ ਦੇਖੋ, ਘਾਟਾ ਤਾਂ ਬੜਾ ਪਿਆ ਨਾ। ਸਭ ਤੋਂ ਵੱਡਾ ਘਾਟਾ ਤਾਂ ਸਾਡੇ ਲੀਡਰਾਂ ਨੂੰ ਪਿਆ। ਲੀਡਰਾਂ ਨੇ ਉੱਥੇ ਜਾਣਾ ਹੁੰਦਾ, ਬਾਰ-ਬਾਰ ਮਨਾ ਕਰਨ ਦੇ ਬਾਵਜੂਦ ਵੀ ਜਾਣਾ ਹੁੰਦਾ, ਦੰਦ ਦੁੰਦ ਮਾੜੇ ਮੋਟੇ ਘਸਾਉਣੇ ਹੁੰਦੇ ਆ। ਹਾਲਾਂਕਿ ਬਾਬੇ ਦਾ ਥਾਂ ਆ, ਬਾਬੇ ਦੇ ਥਾਂ ਤੇ ਉੱਤੇ ਜਾ ਕੇ ਬਹੁਤਾ ਸੱਚ ਬੋਲਣਾ ਚਾਹੀਦਾ, ਪਰ ਇਹਦੇ ਬਾਵਜੂਦ ਵੀ ਲੀਡਰ ਜਦੋਂ ਫਿਰ ਬੋਲਣ ਲੱਗਦੇ ਆ, ਕਈ ਵਾਰੀ ਪਤਾ ਹੀ ਨਹੀਂ ਲੱਗਦਾ ਕਿ ਕਈ ਗੱਡੀ ਕਿਹੜੇ ਗੇਅਰ 'ਚੋਂ ਕੱਢ ਕੇ ਕਿਹੜੇ ਗੇਅਰ 'ਚ ਪਾਤੀ ਹੈ। ਉਹ GT ਰੋਡ ਤੋਂ ਲਾ ਕੇ ਹੁਣ ਜਿਹੜੀ ਛੋਟੀ ਰੋਡ ਦੇ ਉੱਤੇ ਪਾਤੀ ਆ, ਫਿਰ ਉਹ ਠਾਠਾ ਹੀ ਕਰਾਉਂਦੇ। ਮੈਂ ਤਾਂ ਵੈਸੇ ਕਹਿਣਾ ਕਿ ਕਰੋਨਾ ਵਾਇਰਸ ਆਇਆ, ਉਹਦੇ ਨਾਲ ਕਈ ਚੀਜ਼ਾਂ ਸਾਨੂੰ ਸਿੱਖਣ ਨੂੰ ਮਿਲਦੀਆਂ। ਹੁਣ ਲੋਕ ਜਾਂਦੇ ਹੋਣਗੇ, ਅੱਗੋਂ ਪਿੱਛੋਂ ਚਲੇ ਜਾਓ, 2-4 ਦਿਨ ਵਿਰਲਾ ਟਾਮਾ ਮੱਥਾ ਟੇਕ ਕੇ ਆ ਜਾਂਦੇ ਹੋਣਗੇ, ਨਹੀਂ ਤਾਂ ਹੁਣ ਤਾਂ ਦੇਖੋ ਮਹਾਰਾਜ ਦੀ ਬਾਣੀ ਸੁਣਦੇ ਹੋਣਗੇ, ਕੋਈ ਨਵਾਂ ਮਨ ਦੇ ਵਿੱਚ ਤਹਈਆ ਕਰਦੇ ਹੋਣਗੇ, ਨਹੀਂ ਤਾਂ 5 ਮਿੰਟ ਗੁਰੂ ਘਰ ਬੈਠ ਕੇ ਜਦੋਂ 20 ਮਿੰਟ ਫਿਰ ਲੀਡਰਾਂ ਦੇ ਕਾੜ ਕਰਦੇ ਭਾਸ਼ਣ ਸੁਣਦੇ ਹੋਣੇ ਆ। ਘਰੇ ਆ ਕੇ ਹੋ ਸਕਦਾ ਕੋਈ ਡਾਂਗ ਵੀ ਚੱਕ ਲੈਂਦਾ ਹੋਵੇ ਕਿ ਭਾਈ ਹੁਣ ਤਾਂ ਐਂ ਕਰਨਾ ਹੀ ਕਰਨਾ। ਬਾਕੀ ਕਰੋਨਾ ਦੇ ਕਰਕੇ ਬਹੁਤ ਕੁਝ ਸੱਜੇ ਖੱਬੇ ਹੋਇਆ, ਪਰ ਰੈਲੀਆਂ ਵਾਲੇ ਪੱਖ ਤੋਂ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਭਾਈ ਇਹ ਚੀਜ਼ਾਂ ਜ਼ਰੂਰੀ ਵੀ ਹੈਗੀਆਂ, ਜਿਹਨਾਂ ਤੋਂ ਬਿਨਾਂ ਵੀ ਸਾਰਿਆ ਜਾ ਸਕਦਾ ਕਰੋਨਾ ਤੋਂ ਬਾਅਦ ਵੀ। ਬਾਠ ਸਾਹਿਬ, ਇਹ ਜਿਹੜੀ ਤੁਸੀਂ ਗੱਲ ਕਹੀ ਨਾ ਕਿ ਵੀ ਬੰਦਾ ਗੁਰੂ ਘਰ ਜਾਂਦਾ, ਮੇਲੇ ਮੱਸਿਆ ਦੇ ਉੱਪਰ ਤੇ ਸਗੋਂ ਕੰਮ ਉਲਟਾ ਹੋ ਜਾਂਦਾ। ਬੰਦਾ ਸੋਚਦਾ ਕਿ ਯਾਰ ਮੈਂ ਆਇਆ ਤੇ ਮੇਲਾ ਵੇਖਣਾ, ਫਿਰ ਨਾਲ ਦੇ ਜਿਹੜਾ ਮਤਲਬ ਟੋਲਾ ਹੁੰਦਾ ਮੇਲਾ ਵੇਖਣ ਵਾਲਾ, ਉਹਦੇ 'ਚੋਂ ਇੱਕ ਬੰਦਾ ਕਹਿੰਦਾ ਉਹ ਚੱਲ ਇੱਦਾਂ ਕਰੀਏ, ਪਹਿਲਾਂ ਮੱਥਾ ਟੇਕ ਆਈਏ, ਫਿਰ ਕੰਮ ਬਾਅਦ 'ਚ ਕਰਦੇ ਹਾਂ। ਇੱਧਰ ਉੱਧਰ ਮੋਢੇ ਮਾਢੇ ਮਾਰਦੇ ਜਦੋਂ ਬੰਦਾ ਅੱਗੇ ਜਾਂਦਾ, ਫਿਰ ਉੱਧਰੋਂ ਕੋਈ ਨਾ ਕੋਈ ਪਿੰਡ ਦਾ ਜਾਂ ਜਾਣ ਪਛਾਣ ਵਾਲਾ ਸਾਹਮਣੇ ਤੁਰਿਆ ਆਉਂਦਾ ਹੁੰਦਾ, ਉਹਦੀ ਪੱਗ ਢਿੱਲੀ ਜਿਹੀ ਹੋਈ ਹੁੰਦੀ ਆ, ਸਾਫਾ ਉਹਨੇ ਗਲ 'ਚ ਪਾਇਆ ਹੁੰਦਾ। ਉਹਨੂੰ ਪੁੱਛਦੇ, ਹਾਂ ਕੀ ਗੱਲ ਭਾਊ ਮੁੜਿਆ? ਉਹ ਬੜੀ ਭੀੜ ਆ ਭਰਾਵਾ, ਮੇਰੇ ਕੋਲੋਂ ਨਹੀਂ ਜਾਇਆ ਗਿਆ, ਮੈਂ ਫਿਰ ਵਾਪਸ ਆ ਗਿਆ ਜੀ। ਉਹਦੀ ਗੱਲ ਸੁਣ ਕੇ ਅੱਗੇ ਵੀ ਨਹੀਂ ਬੰਦਾ ਵੇਖਣ ਜਾਂਦਾ ਵੀ ਭੀੜ ਹੈਗੀ ਕਿ ਨਹੀਂ ਹੈਗੀ, ਉੱਥੋਂ ਹੀ ਮੁੜ ਆਉਂਦਾ।
ਫਿਰ ਹੁਣ ਤਾਂ ਸ਼ਾਇਦ ਘੱਟ ਗਿਆ ਕੰਮ, ਨਹੀਂ ਤਾਂ ਪਹਿਲਾਂ ਮੇਲਿਆਂ ਦੇ ਉੱਪਰ ਕਿਤੇ ਚਿੱਤਰਹਾਰ ਵੇਖ ਲਿਆ, ਕਿਤੇ ਸਰਕਸ ਵੇਖ ਲਈ, ਕਿਤੇ ਉਹ ਮੌਤ ਦਾ ਖੂਹ ਵੇਖ ਲਿਆ, ਹੋਰ ਕੁਛ ਨਹੀਂ ਤਾਂ ਇੱਧਰੋਂ ਉੱਧਰੋਂ ਪਕੌੜੇ ਖਾ ਲਏ। ਫਿਰ ਪਕੌੜਿਆਂ 'ਚ ਵੀ ਬੰਦੇ ਦਾ ਮਨ ਕਰਦਾ ਉਹ ਸੁੱਖੇ ਵਾਲਾ ਹੈਗਾ, ਸੁੱਖੇ ਵਾਲਾ ਭੰਗ ਵਾਲਾ ਹੈਗਾ, ਭਲਾ ਖਾਈਏ। ਇਹੋ ਜਿਹਾ ਕੰਮ ਕਰ ਕੇ ਫੇਰ ਗਦਰ ਮਦਰ ਜਿਹਾ ਹੋ ਗਏ ਬੰਦਾ। ਉੱਧਰੋਂ ਲੀਡਰ ਬੋਲੀ ਜਾਂਦੇ ਆ, ਲੀਡਰ ਦਾ ਤੇ ਘੱਟ ਹੁੰਦਾ, ਜਿਹੜਾ ਲਾਗੇ ਉਹਨਾਂ ਨੇ ਗਾਉਣ ਵਜਾਉਣ ਵਾਲਾ ਕੋਈ ਬੰਦਾ ਬੰਦੀ ਲਾਇਆ ਹੁੰਦਾ ਉਹਦੇ ਵੱਲ ਧਿਆਨ, ਬੇ ਬੱਲੇ ਬੱਲੇ ਐਤਕੀ ਲਿਆਂਦੀ ਗਾਉਣ ਵਾਲੀ ਵਧੀਆ, ਸੁਣ ਕੇ ਮੁੜ ਕੇ ਫਿਰ ਪਿੰਡ ਵਾਲੀ ਟਰਾਲੀ ਲੱਭ ਲੈਂਦਾ ਵੀ ਆਪਾਂ ਮੇਲਾ ਵੇਖ ਲਿਆ। ਇਹੋ ਤੇ ਰੌਲਾ ਇਸੇ ਕਰਕੇ ਦੇ ਲੀਡਰਾਂ ਨੂੰ ਪਤਾ ਵੀ ਇਹਨਾਂ ਨੂੰ ਸਮਝ ਸੁਮਝ ਕੁਛ ਨਹੀਂ ਲੱਗਣੀ। ਨਹੀਂ, ਮੇਰੇ ਵਰਗੇ ਬੰਦੇ ਤਾਂ ਕਈ ਇਦਾਂ ਦੇ ਵੀ ਸ਼ਰਧਾਲੂ ਹੁੰਦੇ ਆ, ਉਹ ਜਾ ਕੇ ਪਹਿਲਾਂ ਦੇਖਦੇ ਨੇ, ਅੱਛਾ ਉਹ ਟਰਾਲੀ ਦੇ ਵਿੱਚ ਛਬੀਲ ਲੱਗੀ ਆ, ਅੱਛਾ ਟਰਾਲੀ 'ਚ ਛਬੀਲ ਲੱਗੀ, ਫਿਰ ਉਹ ਮੇਰੇ ਵਰਗੇ ਬੰਦੇ ਨੇ ਦੇਖ ਜਾਣਾ ਜੱਗ ਦੇ ਵਿੱਚੋਂ ਗਲਾਸ 'ਚ ਪਾਣੀ ਕਦੋਂ ਡਿੱਗਦਾ, ਤੇ ਜੇ ਪਾਣੀ ਡਿੱਗਦਾ ਤੇ ਪਾਣੀ ਕਿਹੜੇ ਰੰਗ ਦਾ, ਰੂਹ ਅਫਜਾ ਪਾਇਆ ਕਿ ਨਹੀਂ ਪਾਇਆ ਵਿੱਚ, ਸਾਦਾ ਪਾਣੀ ਵਾਲਾ ਜੇ ਕਿਸੇ ਨੇ ਸਟਾਲ ਲਾਇਆ ਹੋਵੇ ਉਧਰ ਨੂੰ ਮੇਰੇ ਵਰਗਾ ਜਾਂਦਾ ਹੀ ਕੋਈ ਨਹੀਂ। ਹੁਣ ਤੁਸੀਂ ਇਹ ਗੱਲ ਬਿਲਕੁਲ ਠੀਕ ਆਖੀ ਹੈ। ਮੈਂ ਪੰਜਾਬ ਦੇ ਇੱਕ ਲੀਡਰ ਦਾ ਨਾਂ ਨਹੀਂ ਲੈਣਾ, ਮੈਂ ਇਹ ਵੀ ਨਹੀਂ ਦੱਸਣਾ ਕਿ ਉਹ ਕਿਹੜੀ ਪਾਰਟੀ ਦਾ, ਉਹ ਲੀਡਰ ਸਾਹਿਬ ਤੁਰੇ ਜਾਣ। ਮੈਂ ਤਾਂ ਛੋਟਾ ਹੁੰਦਾ ਮੇਲਾ ਦੇਖਣ ਗਿਆ ਸੀ, ਚਲੋ ਅਖਬਾਰਾਂ ਖੂਰਾਂ ਪੜ੍ਹਨ ਦਾ ਸ਼ੌਕ ਸੀਗਾ, ਲੀਡਰ ਸਾਹਿਬ ਦੀ ਪਛਾਣ ਆ ਗਈ, ਉਹ 5-7 ਬੰਦਿਆਂ ਦੇ ਨਾਲ ਕਾਲੀ ਕਾਲੀ ਤੁਰੇ ਜਾਣ। ਉਹਨਾਂ ਨੂੰ ਪੁੱਛਿਆ ਕਿ ਨਾਲ ਦੇ ਨੇ ਕਿੱਦਾਂ ਜੀ, ਉਹ ਮੱਥਾ ਟੇਕਣ ਦਾ ਨਹੀਂ, ਰਸ਼ ਬਹੁਤ ਆ, ਬਾਬੇ ਦੇ ਦਰ ਤੇ ਚਲੋ ਆ ਹੀ ਗਏ ਆ ਤੇ ਹੁਣ ਆਪਾਂ ਇੱਥੋਂ ਹੀ ਦੂਰੇ ਮੱਥਾ ਟੇਕ ਲੈਨੇ। ਉਹਨਾਂ ਨੇ ਉੱਥੇ ਹੀ ਧਰਤੀ ਨੂੰ ਹੱਥ ਲਾਇਆ ਤੇ ਮਹਾਰਾਜ ਨੂੰ ਅੱਧਾ ਕੁ ਮਿੰਟ ਧਿਆਇਆ ਤੇ ਜਾ ਕੇ ਫਿਰ ਸਟੇਜ ਤੇ ਚੜ ਗਿਆ। ਜਿਉਂ 45 ਮਿੰਟ ਉਹਨਾਂ ਨੇ ਠਾ ਠਾ ਕਰਾਈ ਨਾ ਉੱਥੇ, ਮੈਂ ਸੋਚਦਾ ਸੀ ਅੰਦਰਲੇ ਪਾਸੇ ਜਾਣ ਨੂੰ ਤਾਂ ਕਹਿੰਦੇ ਸੀ ਭੀੜਾ, ਚਿੱਤ ਬਹੁਤਾ ਤਕੜਾ ਨਹੀਂ, ਹੁਣ ਬਿਮਾਰ ਠਮਾਰ ਰਹੀਦਾ। ਇੱਥੇ 45 ਮਿੰਟ ਲੀਡਰ ਸਾਹਿਬ ਨੇ ਮੁੜ ਕੇ ਪਾਣੀ ਦਾ ਘੁੱਟ ਵੀ ਨਹੀਂ ਭਰਿਆ। ਤੇ ਮੂਹਰਲੇ ਪਾਸੇ ਜਿਹੜੇ ਲੋਕ ਵੀ ਸੀ ਨਾ, ਲੀਡਰ ਸਾਹਿਬ ਦੀਆਂ ਗੱਲਾਂ ਸੁਣ ਸੁਣ ਕੇ ਮੈਨੂੰ ਤਾਂ ਐਂ ਲੱਗਦਾ ਸੀ ਇਹਨਾਂ ਨੇ ਕੰਡਿਆਲੀ ਤਾਰ ਭਾਰਤ ਤੇ ਪਾਕਿਸਤਾਨ ਵਾਲੀ ਹੁਣੇ ਹੀ ਤੋੜ ਦੇਣੀ ਹੈ। ਇਹਨਾਂ ਨੇ ਤਾਂ ਹੁਣੇ ਹੀ ਜਾ ਕੇ ਘਰ ਦਾ ਚੁੱਲ੍ਹਾ ਚੌਂਕਾ ਕੋਈ ਨਾ ਕੋਈ ਲੱਤ ਮਾਰ ਕੇ ਢਾਹ ਹੀ ਦੇਣਾ ਹੈ, ਕਿਉਂਕਿ ਐਡੇ ਜੋਸ਼ ਦੇ ਵਿੱਚ ਗੱਲਾਂ। ਪਰ ਬਹੁਤ ਸਾਰੇ ਲੀਡਰ, ਆਪਾਂ ਪੰਜਾਬ ਦੇ ਲੋਕਾਂ ਨੂੰ ਵੀ ਸੱਦਾ ਦੇਣੇ ਕਿ ਤੁਹਾਡੇ ਚੋਂ ਕਈ ਲੀਡਰਾਂ ਦੇ ਨਾਲ ਵੀ ਹੋਣਗੇ। ਕਿੰਨੇ ਕੁ ਲੀਡਰ ਹੈ ਜਿਹੜੇ ਰੈਲੀ ਦੇ ਵਿੱਚ ਜਾ ਕੇ ਤਾਂ 3-3 ਘੰਟੇ ਬੈਠੇ ਰਹਿੰਦੇ ਆ, ਘੰਟਾ ਭਾਸ਼ਣ ਵੀ ਦੇ ਦਿੰਦੇ ਆ, ਪਰ ਅੰਦਰ ਜਾ ਕੇ ਸਧਾਰਨ ਸ਼ਰਧਾਲੂਆਂ ਦੇ ਵਿੱਚ ਦੀ ਜਾ ਕੇ ਮੱਥਾ ਉਹਨਾਂ ਨੇ ਕਦੇ ਨਹੀਂ ਟੇਕਿਆ ਹੋਣਾ। ਲੀਡਰ ਵੀ ਅੱਜ ਕੱਲ੍ਹ ਐਂਟਰਟੇਨਰ ਹੀ ਬਣ ਗਏ ਆ ਨਾ ਬਾਠ ਸਾਹਿਬ। ਉਹਨਾਂ ਨੂੰ ਪਤਾ ਵੀ ਅੱਗੇ ਬੈਠੀ ਜਿਹੜੀ ਸੰਗਤ ਆ, ਜਿੰਨਾ ਚਿਰ ਤੱਕ ਉਹ ਹੱਸੀ ਹੁੱਸੀ ਜਾਵੇ ਉਨੀ ਦੇਰ ਤੱਕ ਬਸ ਤੁਸੀਂ ਆਪਣਾ ਲੈਕਚਰ ਦੱਬੀ ਆਓ। ਤੇ ਜਦੋਂ 2 ਵਾਰਾਂ ਕਹਿਣ ਦੇ ਉੱਪਰ ਕਹੋ ਵੀ ਜਿੰਦਾਬਾਦ ਮੁਰਦਾਬਾਦ ਤੇ ਹੱਥ ਥੋੜੇ ਜਿਹੇ ਢਿੱਲੇ ਜਿਹੇ ਖੜੇ ਹੋਣ, ਉਦੋਂ ਫਿਰ ਉਹ ਕਹਿੰਦੇ ਬਸ ਚੰਦ ਸ਼ਬਦ ਕਹਿ ਕੇ ਹੁਣ ਮੈਂ ਤੁਹਾਡੇ ਕੋਲੋਂ ਮਾਫੀ ਮੰਗ ਲੈਣੀ ਆ, ਮਗਰ ਬੁਲਾਰੇ ਬਹੁਤ ਖੜੇ ਨੇ, ਫਿਰ ਉਹ ਗੋਲ ਕਰ ਦਿੰਦੇ ਹੁੰਦੇ ਗੱਲ। ਪਰ ਇੱਕ ਚੱਕਰ ਹੈ ਨਾ, ਆਪਣੇ ਲੋਕਾਂ ਨੂੰ ਵੀ ਸਵਾਦ ਆਉਂਦਾ ਲੀਡਰਾਂ ਦੀਆਂ ਸੁਣਨ ਦਾ, ਕਿਉਂਕਿ ਲੀਡਰਾਂ ਦਾ ਤਾਂ ਪਤਾ ਹੀ ਆ ਵੀ ਆਪਸ 'ਚ ਰਿਸ਼ਤੇਦਾਰੀਆਂ ਜਾਣ ਪਛਾਣਾ, ਜੇ ਕਿਸੇ ਨੇ ਕਿਸੇ ਨੂੰ ਸਟੇਜ ਤੋਂ ਕੁਝ ਕਹਿ ਵੀ ਦਿੱਤਾ ਤੇ ਕੀ ਫਰਕ ਪੈਂਦਾ, ਪਰ ਲੋਕਾਂ ਨੂੰ ਸਵਾਦ ਆਉਂਦਾ। ਜਿੱਦਾਂ ਅਗਲੇ ਨੇ ਕਿਹਾ ਮੈਂ ਐਤਕੀ ਦੇਖਿਓ ਕਿੱਦਾਂ ਫਲਾਣੇ ਦੇ ਗਿੱਟੇ ਛਾਂਗਦਾ, ਇੱਥੇ ਤੁਹਾਡੇ ਸਾਹਮਣੇ ਘੜੀਸਣਾ ਮੈਂ। ਹੁਣ ਜਦੋਂ ਬੰਦਾ ਸੋਚਦਾ ਵੀ ਯਾਰ ਏਡੇ ਵੱਡੇ ਬੰਦੇ ਨੂੰ ਘੜੀਸਣਗੇ ਹੋਏ, ਗਿੱਟੇ ਛਾਂਗਣਗੇ ਹੋਏ, ਐਸੇ ਕੰਮ 'ਚ ਬੰਦੇ ਆਸੂਸ ਕੇ ਆ ਜਾਂਦੇ ਆ। ਪਰ ਰੌਲਾ ਇਹ ਆ ਵੀ ਇਹ ਸਾਰੇ ਕੁਛ ਦੇ ਵਿੱਚ ਆਪਾਂ ਤਾਂ ਕਹਿ ਲਓ ਕਿ ਵੀ ਸਾਦੇ ਸੁਭਾਅ ਦੇ ਪੰਜਾਬੀ ਲੱਗੇ ਰਹੇ, ਪਰ ਜਿਹੜਾ ਬੇੜਾ ਹੌਲੀ ਹੌਲੀ ਗਰਕਦਾ ਹੁਣ ਤਾਂ ਫੱਟੇ ਵੀ ਡਿੱਗਣ ਲੱਗ ਪਏ ਬੇੜੇ ਦੇ, ਉਹਦਾ ਫਿਕਰ ਕਰਨਾ ਬੜਾ ਜ਼ਰੂਰੀ ਆ ਬਾਠ ਸਾਹਿਬ। ਜੇ ਨਾ ਕੀਤਾ ਨਾ ਤੇ ਫਿਰ ਲੱਗਦਾ ਨਹੀਂ ਕਿ ਅਗਲੀ ਪੀੜ੍ਹੀ ਜਿਹੜੀ ਉਹ ਇਸ ਬੇੜੇ ਤੇ ਚੜ੍ਹ ਸਕੇ। ਨਹੀਂ ਸੰਧਾਲੀਆ ਸਾਹਿਬ, ਮੈਂ ਤੁਹਾਡੀ ਗੱਲ ਦੇ ਨਾਲ ਪੂਰਾ ਹੀ ਸਹਿਮਤ ਹਾਂ। ਦੇਖੋ ਇਹ ਸਾਡੇ ਜਿਹੜੇ ਲੀਡਰ ਆ ਨਾ, ਜਦੋਂ ਇਹ ਕਹਿੰਦੇ ਹੁੰਦੇ ਆ ਕਿ ਮੂਹਰਲੀ ਸੰਗਤ ਜਿਹੜੀ ਬੈਠੀ ਆ ਸਿਆਸੀ ਰੈਲੀਆਂ ਦੇ ਵਿੱਚ, ਜਿਹੜੇ ਬੰਦੇ ਬੈਠੇ ਆ ਵੀ ਉਹ ਹੁਣ ਢਿੱਲੇ ਜਾ ਹੋ ਗਿਆ, ਫਿਰ ਕਹਿੰਦੇ ਹੁੰਦੇ ਤੁਹਾਡੀਆਂ ਹੈ ਨਹੀਂ ਗੱਲਾਂ ਨੇ, ਤੁਸੀਂ ਢਿੱਲੇ ਪੈ ਜਾਂਦੇ ਆ, ਅਗਲੇ ਤੁਹਾਡੇ ਉੱਤੇ ਆ ਕੇ ਚੜ ਜਾਂਦੇ ਆ, ਉਹ ਫਿਰ ਤੁਹਾਡਾ ਧੱਕਾ ਕਰਦੇ ਆ, ਤੁਹਾਡੇ ਲੁੱਟ ਲੈਂਦੇ ਆ, ਫਲਾਨਾ ਕਰਦੇ ਆ, ਜੋਸ਼ ਦੇ ਵਿੱਚ ਆ ਕੇ ਫਿਰ ਉਹਨਾਂ ਨੇ ਕੋਈ ਨਾ ਕੋਈ ਨਾਰਾ ਲਵਾ ਦੇਣਾ। ਇਹ ਗੱਲ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਸੰਧਾਲੀਆ ਸਾਹਿਬ ਸੋਚਣੀ ਪਊਗੀ ਨਾ, ਕਿ ਜਦੋਂ ਕੋਈ ਲੀਡਰ ਆ ਕੇ ਇਹ ਕਹਿੰਦਾ ਕਿ ਤੁਸੀਂ ਮੈਨੂੰ ਇੱਕ ਵਾਰੀ 5 ਸਾਲ ਮੌਕਾ ਦਿਓ ਜ਼ਰੂਰ, ਤੁਹਾਡੇ ਸਾਰੇ ਕੰਮ ਸੜਕਾਂ ਦੇ ਹੋਣ, ਸਕੂਲ ਦੇ ਹੋਣ, ਫਲਾਨੇ ਹੋਣ, ਧਮਕਾਨੇ ਹੋਣ, ਨਿੱਕੇ ਨਿਆਣੇ ਨੌਕਰੀ ਲਵਾਉਣੇ ਹੋਣ, ਬਾਪੂ ਦੀ ਪੈਨਸ਼ਨ ਲਵਾਉਣੀ ਹੋਵੇ, ਉਹ ਸਾਰੇ ਗਿਣਾ ਦਿੰਦੇ ਆ ਕਿ ਭਾਈ ਮੈਂ ਕਰ ਦੂੰਗਾ। ਉਹੀ ਸਾਰੇ ਅਗਲੇ ਪਿੰਡ ਜਾ ਕੇ ਗਿਣਾ ਦਿੰਦੇ ਆ। ਇਹ ਤਾਂ ਸਾਡੇ ਲੋਕਾਂ ਨੂੰ ਸਮਝਣਾ ਪਊਗਾ ਕਿ ਭਾਈ ਜਦੋਂ ਕੋਈ ਲੀਡਰ ਭਾਸ਼ਣ ਦਿੰਦਾ ਨਾ, ਇੱਕ ਕੰਨ ਦੇ ਵਿੱਚ ਉਹਦੇ ਭਾਸ਼ਣ ਦੀਆਂ ਗੱਲਾਂ ਸੁਣਿਓ ਤੇ ਦੂਸਰੇ ਕੰਨ ਦੇ ਵਿੱਚ ਤੁਸੀਂ ਇਸ ਗੱਲ ਆਪਣੇ ਆਪ ਹੀ ਚੇਤੇ ਜੀ ਕਰਿਓ ਕਿ ਭਾਈ ਪੰਜਾਬ ਦੇ ਸਿਰੇ ਕਰਜ਼ਾ ਹੈਗਾ, ਆਮਦਨ ਪੰਜਾਬ ਨੂੰ ਆਉਂਦੀ ਨਹੀਂ, ਤੇ ਜਿੰਨੇ ਕ ਪੈਸੇ ਇਹ ਤੁਹਾਡੇ ਪਿੰਡ ਨੂੰ ਆ ਕੇ ਅਨਾਉਂਸ ਕਰ ਚੱਲੇ ਨਾ ਕਿ ਮੈਂ ਆਹ ਵੀ ਕਰ ਦੂੰ, ਤੇ ਜੇ ਕੱਲੇ ਪਿੰਡ ਨੂੰ ਆਹ ਕੁਝ ਅਨਾਉਂਸ ਕਰਨਾ ਪਏ, ਸਾਰਾ ਪੰਜਾਬ ਵੇਚ ਕੇ ਵੀ ਪੈਸੇ ਨਹੀਂ ਦਿੱਤੇ ਜਾਣੇ ਸਿੱਧੇ ਤੌਰ ਦੇ ਉੱਤੇ। ਇਹ ਤਾਂ ਹੁਣ ਜੇ ਸੰਧਾਲੀਆ ਸਾਹਿਬ ਆਪਾਂ ਇਦਾਂ ਦੇਖ ਲਈਏ ਕਿ ਐਤਕੀ ਤਾਂ ਲੋਕਾਂ ਦੇ ਸਿਰ ਦੇ ਉੱਤੇ ਗੇਮ ਖੜੀ ਹੈ। ਲੋਕ ਸੋਚ ਵਿਚਾਰ ਲੈਣ, ਇਹ ਨਾ ਦੇਖਣ ਕਿ ਕਿਹੜਾ ਲੀਡਰ ਵੱਧ ਵਾਅਦੇ ਕਰਦਾ ਹੈ, ਇਹ ਦੇਖਣ ਕਿ ਕਿਹੜਾ ਲੀਡਰ ਚੱਜ ਦੇ ਵਾਅਦੇ ਕਰਦਾ ਹੈ, ਕਿਹੜਾ ਲੀਡਰ ਜ਼ਮੀਨੀ ਹਕੀਕਤ ਵਾਲੇ ਵਾਅਦੇ ਕਰਦਾ। ਹਾਂ, ਜੇ ਲਪੇਟ ਕੇ ਸਿਰ ਦੇ ਉੱਤੇ ਵਾਅਦਿਆਂ ਦੀ ਪੰਡ ਰੱਖਣੀ ਹੈ, ਫਿਰ ਤਾਂ ਪੰਜਾਬ ਦੇ ਲੋਕਾਂ ਦੇ ਲਈ ਮੈਦਾਨ ਖੁੱਲ੍ਹਾ ਹੀ ਆ, ਦੌੜੇ ਭੱਜੇ ਫਿਰੋ ਭਾਈ। ਇੱਕ ਨਾ ਕਮਜ਼ੋਰੀ ਵੀ ਲੱਗਦੀ ਆ ਬਾਠ ਸਾਹਿਬ, ਆਪਾਂ ਨਾ ਜਿਹੜਾ ਪੰਜਾਬੀਆਂ ਦਾ ਸੁਭਾਅ ਆ ਨਾ ਕਿ ਵੀ ਕੋਈ ਗੱਲ ਨਹੀਂ ਯਾਰ, ਜੇ ਬੰਦੇ ਨੇ ਲਾਰਾ ਲਾਇਆ ਸੀ ਤੇ ਉਹ ਲਾਤਾ ਸਹੀ ਯਾਰ, ਹੁਣ ਕਿਹੜਾ ਜਾ ਕੇ ਲੀਡਰ ਦਾ ਮਤਲਬ ਕੋਈ ਲੱਕ ਗੁੱਟ ਫੜ ਲੈਣਾ ਵੀ ਹਾਂ ਭਾਈ ਇੱਧਰ ਆ ਤੂੰ ਲਾਰਾ ਲਾ ਕੇ ਗਿਆ ਸੀਗਾ।
ਹੁਣ ਇਹ ਜਿਹੜਾ ਕਾਰਨ ਹੈ ਮੇਰੇ ਖਿਆਲ ਨਾਲ ਉਹਦਾ ਕਰਕੇ ਜ਼ਿਆਦਾ ਕੰਮ ਖਰਾਬ, ਕਿਉਂਕਿ ਪੁੱਛਣ ਵਾਲਾ ਹੈ ਨਹੀਂ ਨਾ ਕੋਈ। ਅਗਲਿਆਂ ਨੇ ਜਿੱਦਾਂ ਸੰਵਿਧਾਨ ਦੇ ਵਿੱਚ ਲਿਖਿਆ ਵੀ ਇੱਕ ਵਾਰ ਲੀਡਰ ਬਣ ਗਿਆ 5 ਸਾਲ ਲਈ ਤੁਸੀਂ ਚੁਣ ਦਿੱਤਾ, ਅਗਲਾ ਚੁਣਿਆ ਗਿਆ। ਭਾਈ ਸਾਹਿਬ ਹੁਣ 5 ਸਾਲ ਉਹ ਭਾਵੇਂ ਤੁਹਾਡੀ ਡਿਊਟੀ ਚਾੜ ਕੇ ਹੋਕਾ ਦੇਵੇ ਨਾ ਦੇਵੇ, ਕੋਈ ਲੈਣਾ ਦੇਣਾ ਨਹੀਂ, ਕੋਈ ਕਿਸੇ ਨੂੰ ਪੁੱਛ ਨਹੀਂ ਸਕਦਾ। ਪਰ ਜੇ ਕਿਤੇ ਉਹ ਦੂਸਰਾ ਕੰਮ ਹੋਵੇ, ਜਿਵੇਂ ਉਹ ਕਾਲ ਬੈਕ ਵਾਲਾ ਕੰਮ ਨਹੀਂ ਹੁੰਦਾ ਵੀ ਹਾਂਜੀ ਭਾਈ ਸਾਹਿਬ ਤੁਸੀਂ ਉਹਨਾਂ ਨੂੰ ਵਾਪਸ ਮੰਗਾ ਸਕਦੇ ਹੋ, ਤੁਹਾਨੂੰ ਲੱਗਿਆ ਵੀ ਹਾਂ ਭਈ ਇਹ ਬੰਦਾ ਸਾਡਾ ਕੰਮ ਨਹੀਂ ਕਰ ਰਿਹਾ, ਫਿਰ ਤਾਂ ਸ਼ਾਇਦ ਭਾਵੇਂ ਕੋਈ ਗੱਲ ਬਣ ਜੇ। ਤੇ ਜੇ ਹੁਣ ਆਹੀ ਕੁਛ ਚੱਲੀ ਜਾਣਾ ਤਾਂ ਉਹਦੇ 'ਚ ਵੀ ਹੁੰਦਾ ਨਾ ਵੀ ਚਲੋ ਪਰੇ ਪੰਚਾਇਤ ਦੇ ਵਿੱਚ ਜੇ ਕਿਤੇ ਪਿੰਡ ਆ ਹੀ ਗਿਆ ਲੀਡਰ ਅਤੇ ਇੱਕ ਅੱਧੇ ਬੰਦੇ ਨੂੰ ਕੋਈ ਸੂਝਵਾਨ ਨੂੰ ਲੱਗਿਆ ਵੀ ਮੈਂ 2 ਸਵਾਲ ਪੁੱਛ ਲਾਂ, ਤੇ 10 ਬੰਦੇ ਪਿੰਡ ਦੇ ਹੀ ਮੋਹਤਬਾਰ ਆਖੀ ਜਾਣਗੇ ਉਹ ਬਹਿ ਜਾ ਯਾਰ ਤੂੰ ਉਹ ਕੋਈ ਨਹੀਂ ਛੱਡ, ਹੁਣ ਕਿਤੇ ਲੀਡਰ ਸਾਹਿਬ ਨੇ ਆਪਾਂ ਨੂੰ ਆਹੋ ਥੋੜ੍ਹਾ ਦੇਣਾ, ਉਹ ਆਪ ਆ ਗਏ ਇੰਨਾ ਕਿਤੇ ਥੋੜ੍ਹਾ, ਉਹ ਚੱਲ ਕੋਈ ਨਹੀਂ ਛੱਡ ਤੂੰ। ਇਹਨੇ ਜਿਹਨੂੰ ਲੀਡਰ ਸਾਹਿਬ ਨੇ ਆਣ ਕੇ ਉਹਨੂੰ ਥਾਪੜਾ ਦੇ ਦੇਣਾ ਹੁੰਦਾ ਤੇ ਗੱਲ ਮੁੱਕ ਜਾਂਦੀ। ਆਹ ਵੀ ਤੇ ਹੈਗਾ ਨਾ, ਏਕਾ ਨਾ ਅਗਲੇ ਹੋਣ ਦਿੰਦੇ ਤੇ ਨਾ ਆਪਾਂ ਹੀ ਕਰਕੇ ਰਾਜੀ ਹਾਂ। ਸੰਧਾਲੀਆ ਸਾਹਿਬ ਵੈਸੇ ਦੇਖੋ 6 ਮਹੀਨੇ ਹੋਏ ਮੈਨੂੰ ਇੱਧਰ ਆਏ ਨੂੰ, ਪਰ ਮੈਂ ਇਹ ਦੇਖਿਆ ਮੇਰੀ ਗੈਰ ਹਾਜ਼ਰੀ ਤੁਸੀਂ ਕਈ ਚੀਜ਼ਾਂ ਚੇਤਾ ਭੁੱਲ ਜਾਂਦੇ ਹੋ। ਉੱਥੇ ਤੁਸੀਂ ਤਾਂ ਕਿਹਾ ਕਾਲ ਬੈਕ ਵਾਲਾ ਸਿਸਟਮ, ਤੁਸੀਂ ਸਵਿਟਜ਼ਰਲੈਂਡ ਬਣਾਉਣ ਨੂੰ ਫਿਰਦੇ ਆ। ਤੁਸੀਂ ਇੱਕ ਗੱਲ ਦੇਖੋ 13,000 ਤੋਂ ਵੱਧ ਪਿੰਡ ਨੇ, ਅਜੇ ਤਾਂ ਪਿੰਡਾਂ ਦੇ ਵਿੱਚ ਜਿਹੜਾ ਇਜਲਾਸ ਹੋਣਾ ਹੁੰਦਾ 6 ਮਹੀਨੇ ਅਸੀਂ ਉਹ ਨਹੀਂ ਕਰਨਾ ਸ਼ੁਰੂ ਕੀਤਾ। ਪਿੰਡਾਂ ਦੀਆਂ ਪੰਚਾਇਤਾਂ ਦਾ ਕਿੰਨੇ ਕੁ ਲੋਕਾਂ ਨੂੰ ਪਿੰਡਾਂ 'ਚ ਪਤਾ ਕਿ ਭਾਈ 6 ਮਹੀਨੇ ਇਕੱਠੇ ਹੋਈਦਾ, 6 ਮਹੀਨੇ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਪੰਚਾਇਤ ਤੋਂ ਹਿਸਾਬ ਲੈਣਾ ਹੁੰਦਾ। ਤੇ ਉਹ ਗ੍ਰਾਮ ਸਭਾ ਦੇ ਇਜਲਾਸ ਦੇ ਵਿੱਚ ਇੱਕ ਤਾਂ ਪਿਛਲੇ 5-7 ਮਹੀਨਿਆਂ ਦਾ ਲੇਖਾ ਜੋਖਾ ਕਰਨਾ ਹੁੰਦਾ, ਅਗਲੇ 5-7 ਮਹੀਨਿਆਂ 'ਚ ਕਰਨਾ ਕੀ ਹੈ ਉਹਦੀ ਸਲਾਹ ਵੀ ਕਰਨੀ ਹੁੰਦੀ ਹੈ। ਕਿੰਨੇ ਕੁ ਪਿੰਡ ਨੇ ਭਾਈ ਜਿਨ੍ਹਾਂ ਪਿੰਡਾਂ ਦੇ ਵਿੱਚ ਗ੍ਰਾਮ ਸਭਾ ਦਾ ਸਹੀ ਇਜਲਾਸ ਹੁੰਦਾ, ਕਿੰਨੇ ਕੁ ਪਿੰਡ ਨੇ ਜਿਨ੍ਹਾਂ ਦੇ ਵਿੱਚ ਗ੍ਰਾਮ ਸਭਾ ਦੇ ਲਈ ਆਣ ਕੇ ਅੰਗੂਠੇ ਲੱਗਦੇ ਆ ਤੇ ਦਸਖਤ ਹੁੰਦੇ ਆ ਤੇ ਸਰਪੰਚ ਸਾਹਿਬ ਅਨਾਉਂਸਮੈਂਟ ਕਰਕੇ ਪਿੰਡ ਨੂੰ ਇਕੱਠਾ ਕਰਦੇ ਆ। ਨਾ ਕੋਈ ਦੱਸਦਾ ਹੈ, ਨਾ ਕਿਸੇ ਨੂੰ ਪਤਾ ਹੁੰਦਾ ਹੈ। ਜਿੱਥੇ ਵਿਰਲੇ ਟਾਵੇਂ ਪਿੰਡਾਂ ਦੇ ਵਿੱਚ ਮਾੜੀ ਮੋਟੀ ਅਵੇਅਰਨੈਸ ਹੈਗੀ ਹੈ ਉੱਥੇ ਇਹ ਕੰਮ ਚੱਲਦਾ। ਬਾਕੀ ਉਹ ਕਾਲ ਬੈਕ ਵਾਲਾ ਸਿਸਟਮ ਉਹ ਤਾਂ ਕਮਾਲ ਦਾ ਹੀ ਆ ਨਾ, ਜੇ ਕਿਤੇ ਹੋ ਜਾਏ ਤਾਂ ਵੱਖਰੀ ਗੱਲ ਹੈ। ਬਾਕੀ ਜਿਹੜੀ ਗੱਲ ਤੁਸੀਂ ਆਖੀ ਹੈ ਕਿ ਲੀਡਰ ਸਾਹਿਬ ਜਦੋਂ ਪਿੰਡ ਆਉਂਦੇ ਆ ਇੱਕ ਬੰਦਾ ਖੜਾ ਹੋ ਕੇ ਸਵਾਲ ਪੁੱਛਣ ਲੱਗਦਾ ਤੇ 5 ਬੰਦੇ ਕਹਿੰਦੇ ਆ ਬਹਿ ਜਾ, ਇਦਾਂ ਵੀ ਕਹਿੰਦੇ ਹੁੰਦੇ ਆ। ਉਹ ਨਹੀਂ ਪਿੰਡ ਆਏ ਨਾ ਇਦਾਂ ਨਹੀਂ ਕਰੀਦੀ। ਉਹ ਮੁੜ ਕੇ ਕੋਈ ਗੱਲ ਨਹੀਂ ਭਾਂਸਿਆ ਉਹ ਫਲਾਣੇ ਦੇ ਘਰੇ ਚਾਹ ਪੀਣੀ ਆ, ਤੂੰ ਲੀਡਰ ਸਾਹਿਬ ਦੇ ਨਾਲ ਉਸਲੇ ਗੱਲ ਕਰ ਲਈ। ਮੁੜ ਕੇ ਭਾਂਸੂ ਨੂੰ ਕੋਈ ਵਿਹੜੇ ਦੇ ਅੰਦਰ ਨਹੀਂ ਵੜਨ ਦਿੰਦਾ, ਮੁੜ ਕੇ ਦਰਵਾਜ਼ੇ ਲਾ ਲੈਂਦੇ ਆ। ਇੱਥੋਂ ਤੱਕ ਕਿ ਜਦੋਂ ਭਾਂਸੂ ਨੇ ਕੋਈ ਪੁੱਛਣ ਲੱਗਣਾ ਇੱਕ ਅੱਧੇ ਬੰਦੇ ਨੇ ਜਿੰਦਾਬਾਦ ਕਰਕੇ ਹੁਣ ਜਿਹੜੇ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਉਹਨਾਂ ਦੇ ਗਲ ਦੇ ਵਿੱਚ ਹਾਰ ਪਾਉਣਗੇ ਲੀਡਰ ਸਾਹਿਬ, ਇਹਨਾਂ ਨੂੰ ਪਾਰਟੀ ਦੇ ਵਿੱਚ ਵਧੀਆ ਅਹੁਦੇ ਦਿੱਤੇ ਜਾਣਗੇ, ਇਹਨਾਂ ਨੂੰ ਪਾਰਟੀ ਦੇ ਵਿੱਚ ਬਣਦਾ ਮਾਣ ਤੇ ਸਨਮਾਨ ਦਿੱਤਾ ਜਾਊਗਾ, ਇਹਨਾਂ ਨੇ 40 ਸਾਲ ਫਲਾਨੀ ਪਾਰਟੀ 'ਚ ਸੇਵਾ ਕੀਤੀ ਸੀ, ਇਹਨਾਂ ਨੂੰ ਕੋਈ ਅਹੁਦਾ ਨਹੀਂ ਦਿੱਤਾ ਗਿਆ। ਤੇ ਮੁੜ ਕੇ ਉੱਥੇ ਹੀ ਬੈਠੇ ਬਿਠਾਏ ਸਾਈਨ ਕਰਕੇ 25-26 ਚਿੱਠੀਆਂ ਜਿਹੜੀਆਂ ਉਹ ਸਕੱਤਰ ਜਨਰਲ ਦੀਆਂ, ਜਨਰਲ ਸਕੱਤਰ ਦੀਆਂ, ਸੀਨੀਅਰ ਮੀਤ ਪ੍ਰਧਾਨ ਦੀਆਂ ਦੇ ਕੇ ਅਹੁਦੇ ਹੋ ਜਾਣਾ। ਉਹਦੇ WhatsApp ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਆ ਕਿ ਨੰਬਰਦਾਰੀ ਵਾਲਾ ਪੀਪਾ ਅਗਲੇ ਬੰਨ ਦਿੰਦੇ ਆ, ਪ੍ਰਧਾਨਗੀ ਵਾਲਾ ਪੀਪਾ ਨਾਲ ਬੰਨ ਦਿੰਦੇ ਆ। ਉਹ ਬੰਦਾ 6 ਮਹੀਨੇ ਖੜਕਾਉਂਦਾ, 6 ਮਹੀਨਿਆਂ 'ਚ ਅਗਲੇ ਬੰਦੇ ਵੋਟਾਂ ਵਾਲੀ ਪਨੀਰੀ 'ਚੋਂ ਆਪਣਾ ਕੱਖ ਕੰਡਾ ਜਿਹਾ ਪੂਰਾ ਕਰਕੇ ਤੇ ਉਦੋਂ ਬਾਅਦ ਫੁਰ ਹੋ ਜਾਂਦੇ, ਫਿਰ ਕਿਹਨੇ ਲੱਭਣਾ ਹੁੰਦਾ 4.5 ਸਾਲ। ਆਪਾਂ ਖਬਰਾਂ ਵਾਲੇ ਪਾਸੇ ਵੀ ਆਈਏ। WhatsApp ਤੁਸੀਂ ਸੁਣਿਆ ਹੋਣਾ ਯਾਰ, ਸਾਡੇ ਪੰਜਾਬ ਦੇ ਵਿੱਚ ਨਕਲੀ ਸ਼ਰਾਬ ਪੀ ਕੇ ਤੇ ਵਾਹਵਾ ਘਰ ਉੱਜੜ ਗਏ। ਕਾਰਨ ਇਹ ਹੈ ਕਿ ਵੀ ਕਿਉਂਕਿ ਸ਼ਰਾਬ ਜਿਹੜਾ ਜਿਹਨੂੰ ਚਸਕਾ ਇੱਕ ਨਾਲ ਲੱਗ ਜਾਂਦਾ, ਉਹ ਕਹਿੰਦਾ ਚੱਲ ਜਿੰਨੀ ਸਸਤੀ ਮਿਲ ਜੇ ਉਨੀ ਕਰ ਲਈਏ, ਜਿੰਨੀ ਸਸਤੀ ਮਿਲ ਜੇ ਉਨੀ ਪੀ ਲਈਏ। ਤੇ ਹੁਣ ਸਸਤੀ ਦੇ ਚੱਕਰ 'ਚ ਤੁਹਾਨੂੰ ਪਤਾ ਵੀ ਕਈ ਕੁਛ ਪਾ ਕੇ ਕੈਮੀਕਲ ਕੁਮੀਕਲ ਜੇ ਤੇ ਉਹ ਵੀ ਪੈ ਜਾਂਦੇ ਆ। ਹੁਣ ਤਾਂ ਭੱਜੀ ਫਿਰਦੀ ਆ ਸਰਕਾਰ। ਹੁਣ ਕੈਪਟਨ ਸਾਹਿਬ ਵੀ ਕਹਿੰਦੇ ਵੀ ਆਪਾਂ ਜਾਂਚ ਕਰਾਉਣੀ ਹੈ, ਪੁਲਿਸ ਵਾਲਿਆਂ ਤੱਕ ਵੀ ਗਾਜ ਡਿੱਗੀ ਆ, ਕੋਈ ਲੀਡਰਾਂ ਨੂੰ ਵੀ ਕੋਸੀ ਜਾਂਦਾ। ਪਰ ਗੱਲ ਇਹ ਹੈ ਵੀ ਇਹ ਹੁਣ ਇਹ ਤਾਂ ਹੈ ਨਹੀਂ ਵੀ ਰਾਤੋਂ ਰਾਤ ਹੀ ਕੈਮੀਕਲ ਘੋਲ ਕੇ ਬਣਾ ਲਿਆ ਹੋਵੇ ਤੇ ਰਾਤੋਂ ਰਾਤ ਹੀ ਉਹ ਜੇ ਇੱਕ ਨਹੀਂ ਕਈ ਪਿੰਡਾਂ ਵਿੱਚ ਦੀ ਕਈ ਤਹਿਸੀਲਾਂ ਵਿੱਚ ਦੀ ਉਹ ਚੀਜ਼ ਲੰਘੀ ਆ ਵੀ ਉਹ ਜਿਹੜੀ ਚੇਨ ਹੈ ਉਹ ਰਾਤੋਂ ਰਾਤ ਹੀ ਬਣ ਗਈ ਕਿਤੇ। ਸੰਧਾਲੀ ਸਾਹਿਬ ਅਸਲ ਦੇ ਵਿੱਚ ਨਾ ਰੌਲਾ ਕਿੱਥੇ ਇੱਕ ਖੜਾ ਕਿ ਪਹਿਲਾਂ ਝਾਰਖੰਡ ਤੇ ਬਿਹਾਰ ਦੇ ਵਿੱਚੋਂ ਖਬਰਾਂ ਆਉਂਦੀਆਂ ਹੁੰਦੀਆਂ ਸੀ, ਵਿੱਚ ਵਿਚਾਲੇ ਯੂਪੀ ਦੇ ਵਿੱਚੋਂ ਖਬਰਾਂ ਆ ਜਾਣੀਆਂ ਕਿ ਭਾਈ ਆਹ ਕੁਛ ਹੋਈ ਜਾਂਦਾ। ਤੇ ਹੁਣ ਇਹ ਮਸਲਾ ਪੰਜਾਬ ਤੱਕ ਅੱਪੜ ਗਿਆ। ਹੁਣ ਜ਼ਹਿਰੀਲੀ ਸ਼ਰਾਬ ਦੇ ਨਾਲ ਇੰਨੇ ਬੰਦੇ ਇੱਕੋ ਪਿੰਡ ਦੇ ਵਿੱਚ ਮਰ ਗਏ। ਅਸੀਂ ਪੰਜਾਬੀਆਂ ਨੇ ਹੈਰਾਨ ਹੋਣਾ ਇਹ ਕਿਵੇਂ ਹੋ ਸਕਦਾ, ਜ਼ਹਿਰੀਲੀ ਸ਼ਰਾਬ ਦਾ ਮਸਲਾ ਕਿੱਧਰਲੇ ਪਾਸੇ ਨੂੰ ਆ ਸਕਦਾ, ਇਹ ਤਾਂ ਸੰਭਵ ਹੀ ਨਹੀਂ ਹੈਗਾ। ਪਰ ਆਪਣੇ ਹੁਣ ਦੇਖੋ ਭਾਵੇਂ ਜੰਡਿਆਲੇ ਦੀ ਗੱਲ ਕਰ ਲਓ, ਤਰਨਤਾਰਨ ਦੀ ਗੱਲ ਕਰ ਲਓ, ਅੰਮ੍ਰਿਤਸਰ ਦੀ ਗੱਲ ਕਰ ਲਓ, ਕਿੰਨੀਆਂ ਥਾਵਾਂ ਦੇ ਉੱਤੇ ਇਹ ਸਾਰਾ ਕੁਝ ਜਿਹੜਾ ਉਹ ਘਟਣ ਵਾਪਰਨ ਲੱਗ ਪਿਆ। ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਹੈ, ਲੋਕਾਂ ਦੀ ਮੌਤ ਹੋ ਗਈ, ਲੋਕ ਹਸਪਤਾਲਾਂ ਦੇ ਵਿੱਚ ਨੇ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਕੀ ਕਹਿ ਰਹੇ ਨੇ, ਸਾਡੇ ਪਾਪਾ ਜੀ ਤਾਂ ਰੋਜ਼ ਹੀ ਨਾ ਸ਼ਾਮ ਨੂੰ ਇੱਕ ਪੈਗ ਫਲਾਣੇ ਤੋਂ ਲਾਉਣ ਜਾਂਦੇ ਹੁੰਦੇ ਸੀ, ਸਾਡੇ ਮੁੰਡੇ ਵੀ ਜਿਹੜੇ ਫਲਾਨੀ ਜਗ੍ਹਾ ਦੇ ਉੱਤੇ ਜਾਂਦੇ ਸੀ। ਜਾਣੀ ਕਿ ਜੇ ਪਰਿਵਾਰਾਂ ਨੂੰ ਵੀ ਪਤਾ ਹੈ, ਜੇ ਗਾਹਕ ਨੂੰ ਵੀ ਪਤਾ ਹੈ, ਜੇ ਉਹ ਰੋਜ਼ ਹੀ ਸ਼ਾਮ ਨੂੰ ਉੱਥੇ ਪੈਗ ਲਾਉਣ ਜਾਂਦੇ ਹੁੰਦੇ ਸੀ ਜਾਂ ਬੋਤਲ ਲੈਣ ਜਾਂਦੇ ਸੀ ਜਾਂ ਅਧੀਆ ਜਾਂ ਪਾਈਆ ਲੈਣ ਜਾਂਦੇ ਸੀ ਜਾਂ 2 ਨੰਬਰ ਦੇ ਵਿੱਚ ਸ਼ਰਾਬ ਲੈਣ ਜਾਂਦੇ ਸੀ, ਪੰਚਾਇਤ ਨੂੰ ਵੀ ਪਤਾ ਹੋਊ, ਉੱਥੋਂ ਦੇ ਅਧਿਕਾਰੀਆਂ ਨੂੰ ਵੀ ਪਤਾ ਹੋਊ। ਇਹਦਾ ਮਤਲਬ ਹੈ ਕਿ ਮਹੀਨਾ ਹਫ਼ਤਾ ਕੁਛ ਨਾ ਕੁਛ ਚੱਲਦਾ ਵੀ ਜ਼ਰੂਰ ਹੋਊਗਾ। ਇਹਦਾ ਮਤਲਬ ਹੈ ਕਿ ਸਰਕਾਰੀ ਦਰਬਾਰੇ ਸਾਰੇ ਥਾਵਾਂ ਤੇ ਗੱਲ ਤਾਂ ਹੋਣੀ ਹੈ। ਆ ਪਿਛਲੇ ਸਮੇਂ 'ਚ ਕਿੰਨਾ ਰੌਲਾ ਪੈਂਦਾ ਰਿਹਾ
ਕਿ ਸ਼ਰਾਬ ਤੋਂ ਜਿੰਨੀ ਆਮਦਨ ਪੰਜਾਬ ਨੂੰ ਹੋਣੀ ਚਾਹੀਦੀ ਉਨੀ ਹੁੰਦੀ ਨਹੀਂ। ਇੱਥੋਂ ਤੱਕ ਕਿ ਠੇਕੇਦਾਰਾਂ ਨੇ ਆਪਣੀ ਨਿੱਜੀ ਫੌਜ ਵੀ ਰੱਖੀ ਹੋ ਸੀ ਕਿ ਭਾਈ ਸ਼ਰਾਬ 2 ਨੰਬਰ ਦੇ ਵਿੱਚ ਵਿਕਦੀ ਬਹੁਤ ਹੈ, ਸਾਨੂੰ ਘਾਟਾ ਪੈਂਦਾ, ਤੇ ਉਹ ਕੁੱਟਮਾਰ ਵੀ ਕਰਦੇ ਸੀ। ਜਦੋਂ ਲਗਾਤਾਰ ਇੱਕ ਤੋਂ ਬਾਅਦ ਇੱਕ ਸੰਧਾਲੀਆ ਸਭ ਗੱਲਾਂ ਚੱਲੀ ਜਾਂਦੀਆਂ, ਜਦੋਂ ਰੌਲਾ ਪਈ ਜਾਂਦਾ ਸੀ, ਜਦੋਂ ਵਿਰੋਧੀ ਧਿਰਾਂ ਨੇ ਵੀ ਕਿਹਾ ਕਿ ਭਾਈ ਐਕਸਾਈਜ਼ ਦੇ ਮਾਮਲੇ ਦੇ ਵਿੱਚ ਘਾਟਾ ਕਿਉਂ ਪੈ ਰਿਹਾ, ਸਰਕਾਰ ਨਾਕਾਮ ਹੈ, ਜੇ ਉਦੋਂ ਵੀ ਸਰਕਾਰ ਦੀਆਂ ਅੱਖਾਂ ਨਹੀਂ ਖੁੱਲੀਆਂ ਤੇ ਹੁਣ ਆਪਾਂ 40 ਤੋਂ ਵੱਧ ਲੋਕ ਮਰਵਾ ਲਏ ਆ, ਘਰਾਂ ਦੇ ਵਿੱਚ 70 ਵਿਸ਼ੇ ਆ, ਸ਼ਮਸ਼ਾਨ ਘਾਟਾਂ ਦੇ ਵਿੱਚ ਇੱਥੋਂ ਤੱਕ ਕਿ ਚਿਤਾ ਜਲਾਉਣ ਦੇ ਲਈ ਫਰਸ਼ਾਂ ਦੇ ਉੱਤੇ ਲੱਕੜਾਂ ਰੱਖਣੀਆਂ ਪੈ ਗਈਆਂ। ਹੁਣ ਭਾਵੇਂ ਕਹਿੰਦੇ ਜੀ ਅਦਾਲਤੀ ਜਾਂਚ ਹੋਊਗੀ, ਨਿਆਇਕ ਜਾਂਚ ਹੋਊਗੀ, ਕੋਈ ਪਾਰਟੀ ਕਹੀ ਜਾਂਦੀ ਫਲਾਣੇ ਦਾ ਕਸੂਰ ਹੈ, ਪਰ ਇਹ ਤਾਣਾ ਬਾਣਾ ਸੰਧਾਲੀਆ ਸਭ ਆਪਾਂ ਉਲਝਾ ਲਿਆ, ਬਹੁਤ ਔਖਾ ਕਰ ਲਿਆ। ਹੁਣ ਤੁਸੀਂ ਇਹ ਗੱਲ ਦੇਖੋ, ਪਿੰਡ ਪਿੰਡ ਠੇਕਾ ਖੁੱਲਿਆ, ਤੁਸੀਂ ਘਰੋਂ ਤੁਰੋ ਕਿਲੋਮੀਟਰ ਦੇ ਅੰਦਰ ਅੰਦਰ ਤੁਹਾਨੂੰ ਵਧੀਆ ਪਾਈਆ ਬੋਤਲ ਕੁਛ ਨਾ ਕੁਛ ਮਿਲ ਜੂ। ਇਹਦੇ ਬਾਵਜੂਦ ਵੀ ਜੇ ਪੰਜਾਬ ਦੇ ਪਿੰਡਾਂ ਦੇ ਵਿੱਚ 2 ਨੰਬਰ ਦੀ ਸ਼ਰਾਬ ਵਿਕੀ ਜਾਂਦੀ ਹੈ, ਸੈਨੀਟਾਈਜ਼ਰ ਪਾ ਕੇ ਬਣਾਈ ਜਾਂਦੇ ਆ, ਵੇਚੀ ਜਾਂਦੇ ਆ, ਲੋਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕਰੀ ਜਾਂਦੇ ਆ, ਇਹ ਗੱਲ ਬਿਲਕੁਲ ਮੰਨਣ 'ਚ ਨਹੀਂ ਆਉਂਦੀ ਕਿ ਕਿਸੇ ਨੂੰ ਪਤਾ ਨਹੀਂ ਹੋਊਗਾ, ਰਲ ਮਿਲ ਕੇ ਕੰਮ ਚੱਲਿਆ ਹੋਣਾ। ਆਹੀ ਤਾਂ ਰੌਲਾ ਨਾ ਬਾਠ ਸਾਹਿਬ। ਇਹਦੇ 'ਚ ਨਾ ਇੱਕ ਚੀਜ਼ ਜਦੋਂ ਮੈਂ ਸੋਚਦਾ ਸੀ ਵੀ ਇਹ ਵਾਪਰਦਾ ਕਿਵੇਂ ਹੋਊਗਾ ਸਾਰਾ ਕੁਛ, ਜੀ, ਤਾਂ ਮੈਨੂੰ ਲੱਗਦਾ ਚੇਨ ਹੈ। ਜਿੱਦਾਂ ਹੁਣ ਮੰਨ ਲਓ ਕਿ ਵੀ ਇੱਕ ਬੰਦਾ ਉਹਨੂੰ ਇਹ ਆ ਵੀ ਮੈਂ ਸਵੇਰ ਦਾ ਥੱਕਿਆ ਟੁੱਟਿਆ, ਜਾਂ ਕੋਈ ਫਿਕਰ ਹੈ ਜਾਂ ਕੋਈ ਟੈਨਸ਼ਨ ਹੈ, ਉਹ ਕਹਿੰਦਾ ਯਾਰ ਵੈਸੇ ਨੀਂਦ ਨਹੀਂ ਆਉਂਦੀ, ਮੈਂ 2 ਪੈਗ ਲਾ ਲਾਂ ਤੇ ਇਹਨਾਂ ਨਾਲ ਸੁੱਤਾ ਰਹਿਣਾ। ਘਰਦਿਆਂ ਨੂੰ ਵੀ ਹੁੰਦਾ ਵੀ ਯਾਰ ਦਵਾਈ ਮੂੰਹ ਹੀ ਵੀ ਆਪਾਂ ਬਹੁਤ ਜ਼ਿਆਦਾ ਉਜੜੇ ਆ, ਡਾਕਟਰ ਵੀ ਕਹਿੰਦਾ ਵੀ ਕੋਈ ਗੱਲ ਨਹੀਂ ਪਰਾਂ ਦਫਾ ਕਰੋ, ਜੇ ਲਾਉਂਦਾ 2 ਪੈਗ ਲਾ ਲੈਣ ਦਿਆ ਕਰੋ। ਘਰਦਿਆਂ ਨੂੰ ਵੀ ਹੁੰਦਾ ਵੀ ਚੱਲ ਇਹਨਾਂ ਸੁੱਤਾ ਰਹਿੰਦਾ, ਉਹਨੇ ਆਪਾਂ ਡਾਕਟਰ ਨੂੰ ਦੇਣੇ, ਉਹਨੇ ਇੱਧਰੋਂ ਗਲਾਸੀ ਲਾ ਕੇ ਪਿਆ ਰਹਿੰਦਾ। ਹੁਣ ਉਹ ਜਿਹੜੀ ਚੇਨ ਹੈ, ਹੌਲੀ ਹੌਲੀ ਜਦੋਂ ਆਪਾਂ ਇੱਕ ਚੀਜ਼ ਨੂੰ ਐਕਸੈਪਟ ਕਰ ਲੈਂਦੇ ਵੀ ਨਹੀਂ ਇਹ ਇੱਦਾਂ ਹੀ ਆ, ਨਹੀਂ ਇਹਨੇ ਪੀਣੀ ਆ, ਨਹੀਂ ਇਹ ਪੀਂਦਾ ਹੀ ਆ, ਫਿਰ ਉਹ ਪੀਣੀ ਆ ਤੇ ਪੀਂਦਾ ਹੀ ਵਾਲੇ ਜਿਹੜੇ ਬੰਦੇ ਪਿਆਉਣ ਵਾਲੇ ਨੇ। ਹੁਣ ਤੁਸੀਂ ਆਪਾਂ ਜਦੋਂ ਪਿਛਲੇ ਸਮੇਂ 'ਤੇ ਦੇਖਿਆ ਸੀਗਾ ਤੇ ਸ਼ਰਾਬ ਦੇ ਰੇਟ ਬਹੁਤ ਜ਼ਿਆਦਾ ਵੱਧ ਗਏ। ਹੁਣ ਜੇ ਇੱਕ ਚੀਜ਼ ਮਹਿੰਗੀ ਹੋਊਗੀ ਤਾਂ ਬਦਲੇ ਦੇ ਵਿੱਚ ਜਿਹੜੀ ਉਹਦੀ ਕਹਿ ਲਓ ਕਿ ਬਲੈਕ ਮਾਰਕੀਟਿੰਗ ਆ, ਜਾਂ ਜਿਹੜਾ ਕਹਿ ਲਓ ਕਿ 2 ਨੰਬਰ ਵਾਲਾ ਧੰਦਾ, ਉਹਨਾਂ ਹੀ ਵੱਧਦਾ ਫੁੱਲਦਾ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਵੀ ਹੁਣ ਮਹਿੰਗੀ ਚੀਜ਼ ਦੇ ਖਰੀਦਣ ਦੇ ਵਾਲਿਆਂ ਦੀ ਪਹੁੰਚ ਘਟ ਗਈ ਤੇ ਉਹ ਹਮੇਸ਼ਾ ਸਸਤੀ ਵਾਲੇ ਪਾਸੇ ਨੂੰ ਆਉਣਗੇ। ਫਿਰ ਇਹਦਾ ਮਤਲਬ ਇਹ ਹੋ ਗਿਆ ਵੀ ਜਿਹੜਾ ਕਾਰੋਬਾਰ ਹੈ ਉਹ ਜਦੋਂ ਮੰਨ ਲਓ ਕਿ ਮੈਂ ਕੋਈ ਨਿਗਰਾਨੀ ਰੱਖਣੀ ਆ ਤੇ ਮੈਂ ਕਹਿੰਦਾ ਓਏ ਤੁਸੀਂ ਆਹ ਕੰਮ ਕਿਉਂ ਕਰਦੇ ਹੋ, ਅਗਲਾ ਕਹਿੰਦਾ ਕੋਈ ਗੱਲ ਨਹੀਂ ਸਾਹਿਬ, ਆ ਤੁਹਾਡੇ ਵਾਲਾ ਹਿੱਸਾ, ਤੁਸੀਂ ਬਸ ਟੈਨਸ਼ਨ ਨਹੀਂ ਲੈਣੀ, ਮੈਂ ਚੁੱਪ ਕਰ ਗਿਆ। ਇੱਦਾਂ ਜਦੋਂ ਹਰ ਬੰਦਾ ਇੱਕ ਤੋਂ ਬਾਅਦ ਦੂਸਰਾ, ਦੂਸਰੇ ਤੋਂ ਬਾਅਦ ਤੀਸਰਾ, ਭਾਵੇਂ ਉਹ ਘਰ ਦੇ ਹੋਣ ਜਿਹੜੇ ਕਿ ਡਾਕਟਰ ਤੋਂ ਡਰਦੇ, ਸ਼ਰਾਬ ਪੀਣੋਂ ਨਹੀਂ ਰੋਕਦੇ, ਫਿਰ ਸ਼ਰਾਬ ਵਾਲੇ ਦਾ ਡੇਲੀ ਦਾ ਕੰਮ ਹੋਵੇ, ਫਿਰ ਸ਼ਰਾਬ ਵੇਚਣ ਵਾਲੇ ਦਾ ਕੰਮ ਹੋਵੇ, ਫਿਰ ਸ਼ਰਾਬ ਵੇਚਣ ਵਾਲੇ 'ਤੇ ਨਿਗਾਹ ਰੱਖਣ ਵਾਲੇ ਦਾ ਚੁੱਪ ਕਰਨਾ ਹੋਵੇ, ਫਿਰ ਉਸ ਚੁੱਪ ਕੀਤੇ ਬੰਦੇ ਦਾ ਉੱਪਰਲਾ ਬੰਦਾ ਜਦੋਂ ਦਬਕਾ ਮਾਰਦਾ ਤੇ ਉਹਦੇ ਤੱਕ ਵੀ ਉਹ ਹਿੱਸਾ ਪੱਤੀ ਪਹੁੰਚਦਾ ਹੋਵੇ, ਫਿਰ ਉਸ ਚੇਨ ਨੂੰ ਆਪਾਂ ਕਿੱਦਾਂ ਤੋੜ ਸਕਦੇ ਹਾਂ? ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਸੰਧਾਲੀਆ ਸਾਹਿਬ। ਮੈਂ ਨਾ ਸਾਰਾ ਖਾਕਾ ਜਿਹਾ ਰਾਤੀ ਬਣਾ ਕੇ ਦੇਖਾਂ ਕਿ ਭਾਈ ਕਹਾਣੀ ਕਿੱਥੇ ਵਿਗੜੀ ਆ। ਦੇਖੋ ਏਡੀਆਂ ਵੱਡੀਆਂ ਧਾਰਮਿਕ ਸੰਸਥਾਵਾਂ ਨੇ, ਇੰਨੇ ਸੈਮੀਨਾਰ ਹੁੰਦੇ ਆ, ਇਹਨਾਂ ਧਰਮਾਂ ਦਾ ਪ੍ਰਚਾਰ ਹੁੰਦਾ ਹੈ, ਇੰਨਾ ਕੁਝ ਕਿਹਾ ਜਾਂਦਾ, ਇਹਦੇ ਬਾਵਜੂਦ ਵੀ ਨਸ਼ਾ ਪੱਤਾ ਪੰਜਾਬ 'ਚ ਘਟਦਾ ਨਹੀਂ। ਇਹਦਾ ਮਤਲਬ ਹੈ ਕਿ ਪਹਿਲੀ ਗੱਲ ਹੈ ਕਿ ਕਿਤੇ ਨਾ ਕਿਤੇ ਉਸ ਪ੍ਰਚਾਰ ਦੇ ਵਿੱਚ ਕੋਈ ਕਮੀ ਹੈ, ਕੋਈ ਘਾਟ ਹੈ, ਜਾਂ ਪੇਤਲੀ ਪੱਧਰ ਵਾਲਾ ਕੰਮ ਰਹਿ ਗਿਆ। ਇਹ ਨੈਤਿਕ ਤੌਰ ਦੇ ਉੱਤੇ ਗਿਰਾਵਟ ਕਿਉਂ ਆ ਰਹੀ? ਦੂਸਰਾ, ਕਾਨੂੰਨ ਭੰਗ ਕਰ ਰਹੇ ਅਸੀਂ, ਬਣਾਉਣ ਵਾਲੇ ਵੀ, ਵੇਚਣ ਵਾਲੇ ਵੀ, ਖਰੀਦਣ ਵਾਲੇ ਵੀ, ਜਾਨਾਂ ਦੇ ਨਾਲ ਖਿਲਵਾੜ ਕਰ ਰਹੇ ਹਾਂ। ਜਿਹੜੀ ਤੀਸਰੀ ਗੱਲ ਹੈ ਨਾ, ਤੁਸੀਂ ਦੇਖਿਆ ਹੋਣਾ ਜਦੋਂ ਆਪਾਂ ਛੋਟੇ ਹੁੰਦੇ ਸੀ ਤਾਂ ਉਦੋਂ ਪਿੰਡ ਦੇ ਵਿੱਚ ਬਹੁਤੇ ਬੰਦੇ ਸ਼ਰਾਬ ਨਹੀਂ ਸੀ ਪੀਂਦੇ, ਮਾੜਾ ਕਿਹਾ ਜਾਂਦਾ ਸੀ ਕਿ ਭਾਈ ਫਲਾਨਾ ਬੰਦਾ ਤਾਂ ਸ਼ਰਾਬ ਪੀਂਦਾ। ਹੁਣ ਜਿੱਦਾਂ ਦੇ ਨਵੇਂ ਨਸ਼ੇ ਪੱਤੇ ਚੱਲ ਪਏ ਨਾ, ਉਹਦੇ ਤੋਂ ਬਾਅਦ ਤਾਂ ਲੋਕਾਂ ਨੂੰ ਮਜਬੂਰ ਹੋ ਕੇ ਆਪ ਕਹਿਣਾ ਪਿਆ ਆਪਣੇ ਨਿੱਕੇ ਨਿਆਣਿਆਂ ਨੂੰ ਕਿ ਭਾਈ ਕੋਈ ਗੱਲ ਨਹੀਂ, ਤੂੰ ਆ ਮਾੜਾ ਮੋਟਾ ਹਾੜਾ ਹੂੜਾ ਲਾ ਲਿਆ ਕਰ, ਚਿੱਟੇ ਕਾਲੇ ਨੀਲੇ ਪੀਲੇ ਇਦਾਂ ਦੇ ਨਸ਼ਿਆਂ ਵੱਲ ਨੂੰ ਤੁਰੀ ਨਾ। ਜਾਣੀ ਕਿ ਇੱਕ ਤਰ੍ਹਾਂ ਦੀ ਜਿਹੜੀ ਸਮਾਜਿਕ ਪ੍ਰਵਾਨਗੀ ਆਮ ਹੀ ਮਿਲਣ ਲੱਗ ਪਈ ਨਾ, ਉਹਨੇ ਵੀ ਕੰਮ ਖਰਾਬ ਕੀਤਾ। ਲੋਕ ਇੰਨੇ ਕੁ ਆਦੀ ਹੋਈ ਜਾਂਦੇ ਆ, ਫਿਰ ਉਹਦੇ ਤੋਂ ਬਾਅਦ ਅਸੀਂ ਸਸਤੀ ਭਾਲਦੇ ਹਾਂ ਕਿ ਭਾਈ ਸਾਨੂੰ ਜਿੰਨੀ ਹੋ ਸਕੇ ਉਨੀ ਸਸਤੀ ਮਿਲੇ। ਅਸੀਂ ਇਹ ਦੇਖਦੇ ਹੀ ਨਹੀਂ ਕਿ ਭਾਈ ਉਹ ਕਿੱਦਾਂ ਬਣਾ ਰਿਹਾ ਹੋਊਗਾ, ਕਿੱਦਾਂ ਨਹੀਂ ਬਣਾ ਰਿਹਾ ਹੋਊਗਾ। ਮੈਨੂੰ ਚੇਤਾ ਹੈ ਕਿ ਇੱਕ ਵਾਰੀ ਇੱਕ ਪਿੰਡ ਦੇ ਵਿੱਚ ਗਏ ਤਾਂ ਉੱਥੋਂ ਬੰਦਾ ਢਿੱਲਾ ਜਿਹਾ ਹੋਂਦਾ ਜਿਹਾ ਆਵੇ। ਮੈਂ ਪੁੱਛਿਆ ਕਿ ਭਾਈ ਇਹ ਕੋਈ ਬਿਮਾਰ ਠਮਾਰਾ? ਕਹਿੰਦੇ ਨਹੀਂ, ਉਹ ਫਲਾਨੀ ਜਗ੍ਹਾ ਦੇ ਉੱਤੇ ਨਾ ਉਹ ਬੋਤਲਾਂ ਲੈ ਆਉਂਦੇ ਆ, ਘਰ ਦੀ ਕੱਢੀ ਵੀ ਹੁੰਦੀ ਆ, ਅੰਗਰੇਜ਼ੀ ਵੀ ਹੁੰਦੀ ਆ, ਤੇ ਮੁੜ ਕੇ ਪੈਗ ਬਣਾ ਕੇ ਵੇਚੀ ਜਾਂਦੇ ਆ। ਜਾਣੀ ਕਿ ਦੇਖੋ ਕਿੰਨਾ ਸੌਖਾ ਕਰ ਦਿੱਤਾ ਸੀ ਕੰਮ। ਘਰ ਵੀ ਕੱਢ ਲੈਣੀ ਉਹਨਾਂ ਨੇ 2 ਨੰਬਰ ਦੇ ਵਿੱਚ, 1-2 ਬੋਤਲਾਂ ਦੂਜੀਆਂ ਵੀ ਲੈ ਆਉਣੀਆਂ। 100 ਦੀ ਬੋਤਲ ਲਿਆਂਦੀ, ਵਿੱਚੋਂ ਜੇ 20 ਪੈਗ ਬਣਦੇ ਆ, 10 ਦਾ ਪੈਗ ਵੇਚ ਦਿੱਤਾ, ਅਗਲਿਆਂ ਨੇ 200 ਬਣਾ ਲਿਆ। ਹੁਣ ਉਹ ਜਿਹੜਾ ਪੈਗ ਬਣਾ ਕੇ ਦਿੱਤਾ, ਖੋਲ ਕੇ ਦਿੱਤਾ, ਉਹਦੇ ਵਿੱਚ ਕਿੰਨਾ ਕੁ ਕੰਮ ਚੰਗਾ ਤੇ ਕਿੰਨਾ ਕੁ ਮਾੜਾ। ਪਰ ਇਸ ਮੁੱਦੇ ਦੇ ਉੱਤੇ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਸਾਡੀਆਂ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੇ ਨਾ, ਉਹਨਾਂ ਨੂੰ ਵੀ ਉਸਾਰੂ ਰੋਲ ਜਿਹੜਾ ਉਹ ਅਪਣਾਉਣਾ ਪਊਗਾ। ਕਿਉਂਕਿ ਇੱਕ ਤਾਂ ਸਰਕਾਰਾਂ ਦੀਆਂ ਨਾਕਾਮੀਆਂ ਨਾ, ਪ੍ਰਸ਼ਾਸਨ ਦੀਆਂ, ਤੁਸੀਂ ਦੱਸ ਦਿੱਤਾ ਕਿ ਭਾਈ ਉੱਪਰ ਤੱਕ ਕੰਮ ਚੱਲਦਾ, ਉਹਨਾਂ ਨੇ ਤਾਂ ਜਿਹੜੇ ਸ਼ਰਾਬ ਵੇਚਣ ਵਾਲੇ ਆ, ਕੱਢਣ ਵਾਲੇ, ਉਹਨਾਂ ਤੇ ਸ਼ਿਕੰਜਾ ਕੱਸਣਾ। ਪਰ ਜੀਭ ਤਾਂ ਸਾਡੀ ਆ ਨਾ, ਮੂੰਹ ਤਾਂ ਸਾਡੇ ਆ ਨਾ, ਬੁੱਲ ਤਾਂ ਸਾਡੇ ਆ ਨਾ, ਜਿਹੜੇ ਹੱਥ ਦੇ ਨਾਲ ਚੱਕ ਕੇ ਸ਼ਰਾਬ ਅਸੀਂ ਮੂੰਹ ਨੂੰ ਲਾਉਣੀ ਹੈ ਉਹ ਤਾਂ ਸਾਡੇ ਹੈ।
ਇਹ ਗੱਲ ਤੁਹਾਡੀ ਠੀਕ ਹੈ ਕਿ ਲੋਕਾਂ ਨੂੰ ਫਿਕਰ ਆ, ਲੋਕ ਤੰਗ ਨੇ, ਲੋਕ ਪਰੇਸ਼ਾਨ ਨੇ, ਅੱਗੋਂ ਕੋ ਬਹੁਤਾ ਚੰਗਾ ਸੁਖਾਵਾਂ ਭਵਿੱਖ ਨਜ਼ਰ ਨਹੀਂ ਆਉਂਦਾ, ਪਰ ਫਿਰ ਵੀ ਸਾਨੂੰ ਉਹਦਾ ਕੋਈ ਨਾ ਕੋਈ ਬਦਲ ਤਾਂ ਲੱਭਣਾ ਪਊਗਾ। ਧਾਰਮਿਕ ਸੰਸਥਾਵਾਂ ਵਾਲੇ ਬੜੀਆਂ ਵੱਡੀਆਂ ਕਿਤਾਬਾਂ ਛਾਪਦੇ ਹੁੰਦੇ ਆ ਜੀ, ਇਸ ਸਾਲ ਅਸੀਂ ਵੱਖ-ਵੱਖ ਧਰਮਾਂ ਦੇ ਇੰਨਾ ਪ੍ਰਚਾਰ ਕੀਤਾ, ਆ ਵੀ ਕਰ ਦਿੱਤਾ, ਉਹ ਵੀ ਕਰ ਦਿੱਤਾ, ਪਰ ਲੋਕਾਂ ਦੇ ਉੱਤੇ ਅਸਰ ਕਿੰਨਾ ਕਾ ਇਹ ਦੇਖਣਾ ਪਊਗਾ। ਨਹੀਂ, ਬਿਲਕੁਲ ਸਹੀ ਆ। ਜੇ ਇਹ ਨਾ ਆਪਾਂ ਆਪਣੇ ਆਪ ਨੂੰ ਬਚਾਇਆ ਤਾਂ ਦੇਖੋ ਜੀ, ਲੀਡਰਾਂ ਨੇ ਤਾਂ ਤੁਹਾਨੂੰ ਬਚਾਉਣਾ ਨਹੀਂ। ਇਹੋ ਜਿਹਾ ਕੋਈ ਬੰਦਾ ਨਹੀਂ ਲੱਭਣਾ ਤੁਹਾਨੂੰ ਜਿਹੜਾ ਬੰਦਾ ਆਖੇ ਵੀ ਵੀਰ ਮੇਰਾ ਤੂੰ ਸ਼ਰਾਬ ਛੱਡ ਦੇ ਤੇ ਮੈਂ ਤੇਰੀ ਗਲੀ ਬਣਾ ਦੂੰਗਾ। ਇਹੋ ਜਿਹਾ ਕੋਈ ਬੰਦਾ ਨਹੀਂ ਆਪਾਂ ਨੂੰ ਮਿਲਣਾ ਜਿਹੜਾ ਬੰਦਾ ਆਖੇ ਵੀ ਮੈਂ ਤੇਰੇ ਕੋਲੋਂ ਕੁਛ ਨਹੀਂ ਮੰਗਦਾ, ਬਸ ਤੂੰ ਸ਼ਰਾਬ ਛੱਡ ਦੇਣੀ ਆ, ਤੂੰ ਬੰਦੇ ਦਾ ਪੁੱਤ ਬਣ ਜਾਣਾ ਤੇ ਵੋਟ ਭਾਵੇਂ ਤੂੰ ਮੈਨੂੰ ਪਾਵੀਂ ਭਾਵੇਂ ਨਾ ਪਾਈ। ਹੁਣ ਜਿਹੜੇ ਬੰਦੇ ਸ਼ਾਮ ਨੂੰ ਉਦੋਂ ਕਹਿੰਦੇ ਵੀ ਆਹ ਫੜ ਇੱਕਰਾਂ ਤੂੰ ਇਹਨੂੰ ਰੱਖ ਖੇਸ ਦੇ ਵਿੱਚ ਤੇ ਬਾਕੀ ਵੀ ਤੇਰਾ ਖਿਆਲ ਰੱਖਾਂਗੇ ਤੇ ਸਵੇਰੇ ਮਸ਼ੀਨ ਵਾਲੀ ਟੀ ਕਰਾਉਣੀ ਆ। ਹੁਣ ਇਹੋ ਜਿਹੇ 'ਚ ਆਪਾਂ ਜੇ ਆਖੀਏ ਵੀ ਭਾਈ ਸਾਹਿਬ ਬਾਕੀ ਕੁਛ ਨਹੀਂ ਚੱਲਣਾ ਤੇ ਉਹ ਤੇ ਮੁਸ਼ਕਿਲ ਹੈ ਨਾ। ਵਾਟ ਸਾਹਿਬ, ਇੱਕ ਚੀਜ਼ ਹੋਰ ਮੇਰੇ ਦਿਮਾਗ 'ਚ ਆਈ ਸੀ ਗੱਲਾਂ ਕਰਦੇ ਕਰਦੇ ਯਾਰ, ਤੁਸੀਂ ਕੱਲ੍ਹ ਦੇ ਫਿਰਦੇ ਤੁਰਦੇ ਕਿ ਮੈਨੂੰ ਜਾਪਦਾ ਆਹ ਕੀ ਗੱਲ ਰੰਗ ਜਿਹਾ ਕਿਵੇਂ ਕਾਲਾ ਹੋ ਗਿਆ? ਇਹ ਅਸਲ 'ਚ ਕਾਲਾ ਨਹੀਂ ਹੋਇਆ ਸੰਧਾਲੀਆ ਸਾਹਿਬ, ਤੁਸੀਂ ਚਲੋ ਛੋਟਾ ਭਾਈ ਆ ਮੈਂ ਤੁਹਾਡਾ, ਤੁਸੀਂ ਮਰ ਜਾ ਬਚਾ ਕਰ ਲੈਨੇ। ਅਸਲੀ ਰੰਗ ਆ ਜਿਹੜਾ ਮੈਂ ਇੱਥੋਂ ਲੈ ਕੇ ਗਿਆ ਸੀ, ਉਹ ਤਾਂ ਜਿੰਨੇ ਕੁ ਦਿਨ ਸਿਆਲ ਸੀ ਉਲਝਾ ਰਹੇ। ਉਹ ਮੈਂ ਤੁਹਾਨੂੰ ਤਾਂ ਕਿਹਾ ਯਾਰ, ਤੁਸੀਂ ਦੇਖੋ ਪਿੰਡਾਂ ਵਾਲੀ ਨਾ ਕਰਿਆ ਕਰੋ। ਹੁਣ ਤੁਸੀਂ ਚੱਲ ਗਏ ਵਿੱਚ ਕਨੇਡੇ, ਉਹ ਜਿਹੜੀ ਉਹ ਕਰੀਮ ਜੀ ਲਾਉਂਦੇ ਹੁੰਦੇ ਮੂੰਹ ਤੇ ਲਾ ਲਿਆ ਕਰੋ, ਮੁੜ ਕੇ ਸਨ ਬਰਨ ਜਿਹਾ ਹੋਈ ਫਿਰੂਗਾ, ਐਵੇਂ ਹੈ ਕਿ ਨਹੀਂ? ਆਂਦੇ ਸੂਰਜ ਨੇੜੇ ਆ, ਪਤਾ ਨਹੀਂ ਸੂਰਜ ਸਾਡੇ ਤੋਂ ਹੀ ਦੂਰ ਆ, ਪਰ ਬਾਕੀ ਤਾਂ ਸਾਰੇ ਤੋਂ ਹੀ ਨੇੜੇ ਆ। ਨਹੀਂ, ਨੇੜੇ ਹੀ ਆ। ਜਦੋਂ ਆਪਾਂ ਦੋਨੋਂ ਭਾਈ ਵੀ ਅਮਨ ਭਾਜੀ ਦੇ ਨਾਲ ਆਸਟ੍ਰੇਲੀਆ ਗਏ ਸੀ, ਉਦੋਂ ਵੀ ਮੈਂ ਇੱਥੋਂ ਮੱਥੇ ਦੇ ਉੱਪਰੋਂ ਆ ਛਿੱਲਾਂ ਜੀਆਂ ਲਹਾ ਲਈਆਂ ਸੀ। ਤੁਸੀਂ ਤਾਂ ਅਸਲ ਦੇਖੋ ਸਿਆਣੇ ਬੰਦੇ ਹੋ, ਪੜ੍ਹੇ ਲਿਖੇ ਹੋ, ਅੰਗਰੇਜ਼ੀ ਸਕੂਲਾਂ ਦੇ, ਤੁਹਾਨੂੰ ਪਤਾ ਕਿ ਉਹ ਲੇਪ ਜਿਹਾ ਕਿੱਦਾਂ ਲਾਈਦਾ ਮੱਥੇ ਦੇ ਉੱਤੇ, ਨੱਕ ਦੇ ਉੱਤੇ। ਇਹਨਾਂ ਨੇ ਇਹ ਰਗੜਨਾ ਸੰਧਾਲੀਆ ਸਾਹਿਬ ਨੇ, ਮੈਂ ਪਤਲੀ ਜੀ ਲੇਪੀ ਜੀ ਲਾਉਣੀ ਤਾਂ ਮੇਰੇ ਵਾਲਾ ਕੰਮ ਖਰਾਬ ਹੋ ਗਿਆ। ਐਤਕੀ ਵੀ ਸੰਧਾਲੀਆ ਸਾਹਿਬ ਕੰਮ ਇਦਾਂ ਹੀ ਹੋਇਆ, ਕਿਉਂਕਿ ਇੱਥੇ ਅਮਨ ਭਾਜੀ ਨੂੰ ਹੁੰਦਾ ਹੈ ਕਿ ਭਾਈ ਜੇ ਬਾਹਰ ਆਏ ਆ ਤਾਂ ਪ੍ਰੋਗਰਾਮ ਬਾਹਰੋਂ ਕਰਨਾ, ਆਊਟਸਾਈਡ ਕੇ ਦ੍ਰਿਸ਼ ਸਾਰਿਆਂ ਨੂੰ ਦਿਖਾਉਣੇ ਆ। ਧੁੱਪ ਹੁੰਦੀ ਆ ਠੋਕ ਵਜਾ ਕੇ, ਜਦੋਂ 2 ਘੰਟੇ ਫਿਰ ਧੁੱਪੇ ਸਿੱਧੇ ਬੈਠਣਾ ਤੇ ਅਸਲੀ ਰੰਗ ਫਿਰ ਬਾਹਰ ਆ ਜਾਂਦਾ। ਪਰ ਇੰਨੀ ਗੱਲ ਜ਼ਰੂਰ ਆ ਕਿ ਇੱਥੇ ਜਿਹੜੇ ਅੰਗਰੇਜ਼ ਆ ਉਹ ਤਾਂ ਭਾਈ ਤੁਰੇ ਫਿਰਦੇ ਆ ਕਿ ਸਾਡਾ ਰੰਗ ਕਿਤੇ ਭਾਰਤੀ ਲੋਕਾਂ ਵਰਗਾ ਕਣਕਵੰਨਾ ਜਿਹਾ ਹੋ ਜਵੇ। ਅਸੀਂ ਇਹਦਾ ਭਾਰ ਚੱਕਦੇ ਆ ਕਣਕਵੰਨਾ ਜਾਂ ਰੰਗ ਲਾਉਂਦੇ ਕਰੋੜਾਂ ਦੀਆਂ ਕਰੀਮਾਂ ਜਿਹੜੀਆਂ ਹਰ ਸਾਲ ਖਾ ਜਾਂਦੇ ਆ। ਇਹ ਕੁੱਤੋਂ ਵਾਟ ਸਾਹਿਬ ਐਨਕ ਲਾ ਲੈਨੇ ਤੁਸੀਂ। ਮੈਨੂੰ ਤੇ ਉਹ ਤੁਹਾਡਾ ਪ੍ਰੋਗਰਾਮ ਵੇਖ ਕੇ ਇੱਕ ਦੋ ਮੈਂ ਵੇਖੇ ਤੁਸੀਂ ਜੋ ਬਾਹਰ ਤੁਰੇ ਫਿਰਦੇ, ਮੈਂ ਧਰਮੀ ਗੱਲ ਪਹਿਲਾਂ ਪੁੱਛਣ ਲੱਗਾ, ਮੈਂ ਕਿਹਾ ਕੀ ਗੱਲ ਬਾਠ ਸਾਹਿਬ ਨੇ ਕਿਤੇ ਕੁੱਕਰਿਆਂ ਦਾ ਆਪਰੇਸ਼ਨ ਨਹੀਂ ਕਰਾ ਲਿਆ ਉੱਥੇ ਜਾ ਕੇ ਐਨਕ ਬੜੀ ਲਾਈ? ਫੇਰ ਮੈਨੂੰ ਕਹਿੰਦੇ ਦੱਸਿਆ ਵੀ ਨਹੀਂ ਭਰਾਵਾ ਧੁੱਪ ਦਾ ਕਰਕੇ ਲਾਈ ਆ ਜੀ। ਉਹ ਤਾਂ ਇੰਨਾ ਕੰਮ ਖਰਾਬ ਹੋਇਆ, ਦੇਖ ਲਓ ਨਿਆਣਾ ਬੰਦਾ ਨਿਆਣਾ ਹੀ ਹੁੰਦਾ। ਮੈਂ ਗਵਾ ਲਈ ਆ ਕੱਲ ਦੀ, ਅੱਜ ਮੈਂ ਉੱਦੇ ਹੀ ਬੈਠਾ, ਹੁਣ ਹੈ ਵੀ ਨਹੀਂ ਮੇਰੇ ਕੋਲੇ ਕੋਈ, ਤੇ ਡਾਲਰ ਅਗਲੇ 30 ਮੰਗਦੇ ਆ ਨਵੀਂ ਲੈਣੀ ਆ ਤਾਂ, ਸਸਤੀ ਤੋਂ ਸਸਤੀ ਵੀ ਜਿਹੜੀ ਹੁੰਦੀ ਨਹੀਂ। ਮੇਰੀ ਗੱਲ ਸੁਣੋ, ਆਦਤਾਂ ਛੱਡ ਦੋ। ਕਦੀ ਮੈਨੂੰ ਟਾਈ ਨਹੀਂ ਹੈਗੀ ਮੇਰੇ ਕੋਲੇ, ਅਗਲਾ ਟਾਈ ਦੇ ਜਵੇ, ਕਦੀ ਮੇਰੇ ਕੋਲੇ ਐਨਕ ਹੈ ਨਹੀਂ ਕੋਈ ਐਨਕ ਦੇ ਜਵੇ, ਏਦਾਂ ਥੋੜਾ ਚੰਗੇ ਲੱਗੀਦਾ। ਉਹ ਨਹੀਂ ਮਹਾਰਾਜ, ਮੇਰੀ ਗੱਲ ਸੁਣੋ, ਮੇਲਿਆਂ ਦੇ ਉੱਤੇ ਹੁੰਦੇ ਨਹੀਂ ਐਨਕਾਂ, ਉਹਨਾਂ ਨੇ ਰੱਖੀਆਂ ਹੁੰਦੀਆਂ ਉਹ ਗੱਤੇ ਜਿਹਾ ਦੇ ਉੱਤੇ ਲਾ ਕੇ। ਮੈਂ ਤਾਂ ਸਸਤੀ ਲਿਆ, ਮੈਨੂੰ ਪਤਾ ਸੀ ਮੈਂ ਗਵਾ ਲੈਣੀ ਆ। ਉਹ ਗੱਲ ਉਹੀ ਹੋਈ ਆ, ਸੱਚੀ ਅੱਜ ਮੇਰੇ ਕੋਲੇ ਹੈ ਨਹੀਂ ਕਿ ਅੱਜ ਮੈਂ ਲੈ ਆਉਣੀ ਆ ਇੱਥੋਂ। ਜਿਹੜੀ ਛੋਟੀ ਤੋਂ ਛੋਟੀ ਆ 30 ਦੀ ਮਿਲਦੀ ਆ, $3 ਉੱਪਰ ਟੈਕਸ ਲੱਗਦੇ, ਆਪਾਂ 33 ਅੱਜ ਖਰਚ ਦੇਣੇ ਇਕੱਠੇ। ਨੀਂਦ ਤਾਂ ਨਹੀਂ ਆਉਣੀ ਰਾਤ ਨੂੰ, ਚਲੋ ਕੋਈ ਗੱਲ ਨਹੀਂ। ਚਲੋ ਅੱਛਾ ਬਾਠ ਸਾਹਿਬ, ਇੱਕ ਗੱਲ ਦੱਸੋ ਯਾਰ, ਕੈਨੇਡਾ ਦੇ ਵਿੱਚ ਕਿਹੜੀ ਪਾਰਟੀ ਦੇ ਲੋਕ ਹਮਾਇਤੀ ਜਾਪਦੇ ਤੁਹਾਨੂੰ? ਹੁਣ ਤੱਕ ਤੁਸੀਂ ਬੜੇ ਬੰਦਿਆਂ ਨੂੰ ਮਿਲੇ ਹੋਵੋਗੇ, NRI ਬੰਦਿਆਂ ਦਾ ਹੁਣ ਕਿਹੜੀ ਪਾਰਟੀ ਵਾਲੇ ਪਾਸੇ ਝੁਕਾਅ ਹੈ? ਕਿਉਂਕਿ ਕੰਮ ਨਾ ਹੁਣ ਹੌਲੀ ਹੌਲੀ 2022 ਵਾਲਾ ਤੱਤਾ ਹੋਣ ਲੱਗ ਪਿਆ ਜੀ। ਦੇਖੋ ਸੰਧਾਲੀਆ ਸਾਹਿਬ, ਇਦਾਂ ਇਸ ਵੇਲੇ ਤਾਂ NRI ਜਿਹੜਾ ਨਾ ਉਹ ਬੜਾ ਦੁਚਿੱਤੀ ਦੇ ਵਿੱਚ ਪਿਆ ਹੋਇਆ, ਅਜੇ ਤੱਕ ਆਪਣੇ ਪੱਤੇ ਕੋਈ ਨਹੀਂ ਖੋਲਦਾ। ਹਾਂ, ਇੱਕ ਪਾਸੇ ਉਹਨਾਂ ਦਾ ਕੰਮ ਬੜਾ ਸਾਫ਼ ਹੈ, ਉਹ ਕਹਿੰਦੇ ਜਿਹੜਾ ਆਉਂਦਾ ਸਾਡੇ ਗੋਡੇ ਹੀ ਰਗੜਦਾ, ਸਾਡੇ ਗੋਡੇ ਦੀਆਂ ਨਾ ਛਿਲਤਾਂ ਛੁਲਤਾਂ ਲਾਹ ਜਾਂਦਾ, ਫਿਰ ਸਾਡੇ ਕਈ ਦਿਨ ਆਕੜ ਪਈ ਰਹਿੰਦੀ ਹੈ, ਕਿਉਂਕਿ ਵੱਖ-ਵੱਖ ਪਾਰਟੀਆਂ ਆਜ਼ਮਾ ਕੇ ਦੇਖੀਆਂ। ਇੱਕ ਗੱਲ ਇਹ ਵੀ ਪੱਕੀ ਹੈ ਕਿ NRI ਅਜੇ ਵੀ ਚਾਹੁੰਦਾ ਕਿ ਪੰਜਾਬ ਦਾ ਕੰਮ ਸੂਤਰ ਆ ਜਾਏ, ਪੰਜਾਬ ਦਾ ਕੰਮ ਠੀਕ ਹੋ ਜਾਏ, ਪੰਜਾਬ ਦੇ ਛੱਪੜ ਸਾਫ਼ ਹੋ ਜਾਣ, ਪੰਜਾਬ ਦੀਆਂ ਸੜਕਾਂ ਬਣ ਜਾਣ, ਨਿੱਕੇ ਨਿਆਣੇ ਚੰਗੇ ਤਰੀਕੇ ਪੜ੍ਹਨ, ਮਿਹਨਤ ਕਰਨ, ਨਸ਼ਿਆਂ ਤੋਂ ਪੰਜਾਬ ਉਰੇ ਪਰੇ ਹੋ ਜਾਏ। ਪਰ ਉਹਨਾਂ ਨੂੰ ਅਜੇ ਨਜ਼ਰ ਕੋਈ ਨਹੀਂ ਆਉਂਦਾ ਕਿਸੇ ਇੱਕ ਪਾਰਟੀ ਦੇ ਵੱਲ। ਹਾਲ ਦੀ ਘੜੀ ਪ੍ਰਵਾਸੀ ਪੰਜਾਬੀਆਂ ਦਾ ਪੂਰਾ ਝੁਕਾਅ ਨਹੀਂ ਹੈਗਾ। ਪਰ ਇੱਕ ਗੱਲ ਪੱਕੀ ਹੈ, ਅਕਾਲੀ ਦਲ ਦੇ ਸਪੋਰਟਰ ਵੀ ਹੈਗੇ ਆ, ਕਾਂਗਰਸ ਦੇ ਹਮਾਇਤੀ ਵੀ ਹੈਗੇ ਆ, ਤੇ ਜਿਨ੍ਹਾਂ ਨੂੰ ਇਹ ਲੱਗਦਾ ਸੀ ਨਾ ਕਿ ਆਮ ਆਦਮੀ ਪਾਰਟੀ ਤੋਂ ਪ੍ਰਵਾਸੀਆਂ ਦਾ ਸਾਰਾ ਹੀ ਮੋਹ ਭੰਗ ਹੋ ਗਿਆ, ਇਦਾਂ ਦੀ ਗੱਲ ਕੋਈ ਨਹੀਂ। ਆਮ ਆਦਮੀ ਪਾਰਟੀ ਦੇ ਲਈ ਵੀ ਬਹੁਤ ਸਾਰੇ ਪ੍ਰਵਾਸੀਆਂ ਦਾ ਮਨ ਅਜੇ ਤੱਕ ਉਬਾਲੇ ਜਿਹੜਾ ਉਹ ਮਾਰੀ ਜਾਂਦਾ ਹੈ। ਗੱਲਾਂ ਬਾਤਾਂ ਜੇ ਆਪਾਂ ਪਾਰਟੀ ਤੋਂ ਪਰੇ ਹੋ ਕੇ ਦੇਖਣੀਆਂ ਹੁਣ ਤਾਂ ਨਵਜੋਤ ਸਿੰਘ ਸਿੱਧੂ ਦੀਆਂ ਵੀ ਕਰਦੇ ਆ ਕਿ ਭਾਈ ਸਿੱਧੂ ਠੀਕ ਲੀਡਰ ਹੈ। ਪਰ ਜੇ ਇਦਾਂ ਕਹੀਏ ਕਿ ਇੱਕ ਪਾਰਟੀ ਦੀ ਹਨੇਰੀ ਆ ਗਈ, ਕਿਸੇ ਇੱਕ ਪਾਰਟੀ ਦੇ ਹੱਕ ਦੇ ਵਿੱਚ ਹੀ ਹੋ ਕੇ ਸਾਰੇ ਤੁਰ ਪਏ, ਇਦਾਂ ਦੀ ਗੱਲ ਕੋਈ ਨਹੀਂ। ਹਾਂ, ਇੰਨੀ ਗੱਲ ਜ਼ਰੂਰ ਹੈ ਕਿ ਸਰਕਾਰਾਂ ਦੇ ਕੰਮਾਂ-ਕਾਰਾਂ ਤੋਂ NRI ਪਹਿਲਾਂ ਵੀ ਨਿਰਾਸ਼ ਸੀ, ਐਤਕੀ ਵੀ ਨਿਰਾਸ਼ ਹੈ। ਖਾਸ ਤੌਰ ਤੇ ਕੋਵਿਡ ਦੇ ਕਰਕੇ ਪ੍ਰਵਾਸੀਆਂ ਦੇ ਬਹੁਤ ਸਾਰੇ ਕੰਮ ਧੰਦੇ ਜਿਹੜੇ ਰੁਕ ਗਏ, ਉਹਦੇ ਕਰਕੇ ਥੋੜਾ ਜਿਹਾ ਔਖਾ ਭਾਰਾ ਜਿਹਾ ਕੰਮ ਹੈਗਾ। ਹਾਂ, ਇੱਕ ਗੱਲ ਇਹ ਵੀ ਨਾਲ ਦੀ ਨਾਲ ਮੈਂ ਦੱਸ ਦਿਆਂ,
ਕਿ ਜਿਹੜੀ ਪਾਰਟੀ NRIs ਨੂੰ ਐਤਕੀ ਵੀ ਨਾਲ ਜੋੜ ਗਈ, ਫੰਡਾਂ ਦੀ ਘਾਟ ਨਹੀਂ ਆਉਂਦੀ, ਹਾਲਾਂਕਿ ਕੰਮਕਾਰ ਭਾਵੇਂ ਇਹਨਾਂ ਦੇ ਠੰਡੇ ਪਏ ਹੋਏ ਆ। ਆ ਫੰਡਾਂ ਵਾਲਾ ਹੀ ਤੇ ਸਾਰਾ ਰੌਲਾ, ਇਹੀ ਤੇ ਫੰਡਾ ਸਮਝ ਨਹੀਂ ਆਉਂਦਾ। ਆ ਪਿਛਲੇ ਦਿਨ ਹੀ ਤੁਸੀਂ ਦੇਖਿਆ ਹੋਣਾ, ਜਿਹੜੇ ਬੰਦੇ ਆਪਣੇ ਉਹ ਸਮਾਜ ਸੇਵਾ ਦਾ ਕੰਮ ਕਰਦੇ ਆ, ਉਹਨਾਂ ਦੇ ਫੰਡਾਂ ਦਾ ਵੀ ਰੌਲਾ ਪਿਆ। ਮੈਂ ਕਈ ਵਾਰ ਸੋਚਦਾ ਹੁੰਦਾ, ਚਲੋ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਕਿਉਂਕਿ ਜਿਹੜਾ ਬੰਦਾ ਵੀ ਭਾਵੁਕ ਹੋ ਕੇ ਉਧਰੋਂ ਪੈਸਾ ਧੇਲਾ ਪਾਉਂਦਾ, ਉਹ ਨਾ ਇੰਡੀਆ ਆ ਕੇ ਇੱਦਾਂ ਸੁਣਦਾ ਵੀ, ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ, ਜਿੱਦਾਂ ਸੁਣਦਾ ਹੈ ਨਾ। ਹੁਣ ਉਹ ਜਿਹੜਾ ਪੈਸਾ ਇੱਧਰ ਆ ਕੇ ਸੂ ਪੈਂਦਾ, ਉਹ ਤੋਂ ਬਾਅਦ ਕਿੰਨੇ ਪੈਸੇ ਉਹਦੇ ਬਣ ਜਾਂਦੇ ਆ। ਅਤੇ ਹੁਣ ਜਿਹੜਾ ਕੈਨੇਡਾ ਦੇ ਹਿਸਾਬ ਨਾਲ ਤੁਸੀਂ ਦੇਖਣਾ ਵੀ ਆਪਾਂ ਇੰਨੇ ਪੈਸੇ ਇਕੱਲੇ, ਚੱਲ ਕੀ ਬਣ ਗਿਆ ਹੋਣਾ। ਇੰਡੀਆ ਦੇ ਵਿੱਚ ਕੈਨੇਡਾ ਵਾਲੇ ਡਾਲਰਾਂ ਦੇ ਹਿਸਾਬ ਨਾਲ ਜਦੋਂ ਕਨਵਰਟ ਕਰਕੇ ਦੇਖੀਏ ਨਾ, ਤਾਂ ਫਿਰ ਕੋਈ ਇੰਨੀ ਮਹਿੰਗਾਈ ਹੈ ਨਹੀਂ। ਹੁਣ ਜਿੱਦਾਂ ਤੁਸੀਂ ਮੈਨੂੰ ਪਿਛਲੀ ਵਾਰ ਹੀ ਦੱਸਦੇ ਸੀ ਕਿ ਸ਼ਾਇਦ $1500 ਤੇ ਇੱਕ ਬੇਸਮੈਂਟ ਦਾ ਕਿਰਾਇਆ, ਹੁਣ $1500 ਦੇ ਹਿਸਾਬ ਨਾਲ ਉਹਦੇ 75-80 ਹਜ਼ਾਰ ਰੁਪਈਆ ਬਣ ਗਿਆ। ਅਤੇ 75-80 ਹਜ਼ਾਰ ਰੁਪਏ ਤੇ ਇੱਥੇ ਮੇਰੇ ਖਿਆਲ ਨਾਲ ਆਲੀਸ਼ਾਨ ਤੋਂ ਆਲੀਸ਼ਾਨ ਕੋਠੀ ਲੈ ਸਕਦਾ ਬੰਦਾ, ਉਹ ਵੀ VVIP ਏਰੀਏ ਦੇ ਵਿੱਚ। ਹੁਣ ਉਹ ਜਿਹੜਾ ਪੈਸਾ ਇੱਧਰ ਆਣ ਕੇ ਵੱਧ ਜਾਂਦਾ, ਉਹ ਹੋ ਸਕਦਾ ਵੀ ਜਦੋਂ ਇੱਕ ਬੰਦਾ ਠੀਕ ਕੰਮ ਕਰਦਾ, ਦੋ ਬੰਦੇ ਠੀਕ ਕੰਮ ਕਰਦੇ, ਤੀਜਾ ਵੀ ਠੀਕ ਕਰਦਾ, ਅਤੇ ਇੱਕ ਅੱਧਾ ਫਿਰ ਮਿਰਰ ਕੇ ਉਹਨੂੰ ਲੱਗਦਾ ਵੀ ਯਾਰ ਕੰਮ ਧੰਦਾ ਕੋਈ ਚੱਲਣ ਨਹੀਂ ਡਿਆ, ਆਹ ਕੰਮ ਵਧੀਆ, ਫਿਰ ਮਾਂ ਨਾ ਫੇਸਬੁੱਕ 'ਤੇ ਵੀਡੀਓ ਪਾਓ, ਕੋਈ ਇੱਧਰੋਂ ਉੱਧਰੋਂ ਮਾਤੜ ਧਮਾਤੜ ਲੱਭੋ, ਫਿਰ ਥੋੜ੍ਹੇ ਜਿਹੇ ਅਥਰੂ ਜਿਹੇ ਸੁੱਟੋ, 2-4 ਬੰਦਾ ਤਾਂ ਜਿਹੜਾ ਦੁਖੀ ਹੁੰਦਾ ਉਹਨੇ ਤਾਂ ਰੋਜ਼ ਪੈਣਾ। ਅਤੇ ਜਿਹੜੇ ਬੰਦੇ ਨੇ ਉਹ ਵੀਡੀਓ ਦੇਖ ਲਈ, ਉਹਨੇ ਕਸੀਸ ਜੀ ਵੱਟ ਕੇ ਆਖਣਾ ਵੀ ਯਾਰ ਮੈਂ ਇਹਦੀ ਮਦਦ ਕਰਾਂ, ਅਤੇ ਉਹ ਕੰਮ ਆਪਣਾ ਵੀ ਚੱਲ ਪਊਗਾ। ਮੇਰੇ ਖਿਆਲ ਨਾਲ ਉਹ ਵੀ ਜਿਹੜੇ ਬੰਦੇ ਵਿੱਚ ਆ ਗਏ ਆ ਨਾ, ਉਹਨਾਂ ਦਾ ਕਰਕੇ ਵੀ ਰੌਲਾ ਪਿਆ। ਇਸ ਕਰਕੇ ਜਿਹੜੇ NRIs, ਮੈਂ ਆਪਣੇ ਵੱਲੋਂ ਇੱਕ ਅਪੀਲ ਹੀ ਕਰਨੀ ਚਾਹੁੰਦਾ ਕਿ ਜ਼ਰੂਰ ਜੇ ਤੁਸੀਂ ਕਿਸੇ ਨੂੰ ਦੇਣਾ ਚਾਹੁੰਦੇ ਹੋ, ਕੁਝ ਚਾਹੇ ਤੁਸੀਂ ਆਪਣਾ ਕੋਈ ਦਾਨ ਦਕਸ਼ਨਾ ਕਰਨੀ ਚਾਹੁੰਦੇ ਹੋ, ਤਾਂ ਆਪਾਂ ਖੁਦ ਵੀ ਕਰ ਸਕਦੇ ਹਾਂ। ਕਿਉਂਕਿ ਤੁਹਾਡਾ ਜਿਸ ਵੀ ਮਿੱਟੀ ਤੋਂ ਤੁਸੀਂ ਗਏ ਹੋ, ਜਿਸ ਪਿੰਡ ਤੋਂ ਤੁਸੀਂ ਗਏ ਹੋ, ਜਿਸ ਵੀ ਏਰੀਏ ਤੋਂ ਗਏ ਹੋ, ਉੱਥੇ ਤੁਹਾਡੇ ਆਪਣੇ ਪਰਿਵਾਰਕ ਮੈਂਬਰ ਵੀ ਹੋ ਸਕਦੇ ਆ, ਉੱਥੇ ਲਾਗਲੇ ਆਂਢ ਗੁਆਂਢ ਦੇ ਬੰਦੇ ਵੀ ਹੋ ਸਕਦੇ ਆ, ਉਹਨਾਂ ਨੂੰ ਆਪਾਂ ਜਾਣਦੇ ਵੀ ਹੁੰਦੇ ਹਾਂ, ਅਤੇ ਉਸ ਪੈਸੇ ਨੂੰ ਟਰੈਕ ਵੀ ਕੀਤਾ ਜਾ ਸਕਦਾ। ਜਿਹੜਾ ਆਪਾਂ ਸੋਸ਼ਲ ਮੀਡੀਆ ਥਰੂ ਦਾਨ ਕਰਨ ਲੱਗ ਪਏ ਨਾ, ਉਹ ਅੱਜ ਕੱਲ੍ਹ ਗੱਲ ਚੱਲਣ ਲੱਗ ਪਈ ਹੈ ਕਿ ਕਈ ਪਾਸੇ ਜਾਣ ਲੱਗ ਪਿਆ। ਸੰਧਾਲੀਆ ਸਾਹਿਬ ਦੇਖੋ, ਆਪਾਂ ਦੋਏ ਭਾਈ ਬਾਰ-ਬਾਰ ਗੱਲ ਕਰਦੇ ਹੁੰਦੇ ਆ ਕਿ ਸਾਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ, ਬਾਂਹ ਫੜਨੀ ਚਾਹੀਦੀ ਹੈ, ਲੋੜਵੰਦ ਲੋਕ ਬਹੁਤ ਨੇ ਅਤੇ ਦਾਨੀਆਂ ਦੀ ਘਾਟ ਕੋਈ ਨਹੀਂ। ਇਹ ਗੱਲ ਬਿਲਕੁਲ ਠੀਕ ਹੈ, ਪਰ ਦੂਸਰੇ ਪਾਸੇ ਆ ਜਿਹੜਾ ਤੁਸੀਂ ਨੁਕਤਾ ਹੁਣ ਟੱਚ ਕਰ ਲਿਆ ਨਾ, ਮੈਂ ਸੋਚਦਾ ਸੀ ਕਿ ਜੇ ਅੱਜ ਤੁਸੀਂ ਟੱਚ ਕਰਨਾ ਠੀਕ ਹੈ, ਨਹੀਂ ਤਾਂ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਮਿਹਨਤ ਤਰਲਾ ਕਰਾਂਗੇ, ਪਰ ਆ ਤੁਸੀਂ ਚੰਗਾ ਕੀਤਾ। ਹੁਣ ਜਿਹੜੀ ਗੱਲ ਇਹ ਹੈ ਕਿ ਕਈ ਲੋਕ ਤਾਂ ਕਰਦੇ ਆ ਚੰਗਾ ਕੰਮ, ਉਹਨਾਂ ਦੀ ਪਿੱਠ ਥਾਪੜ ਦਿਓ। ਦੂਸਰੀ ਗੱਲ ਸੰਧਾਲੀਆ ਸਾਹਿਬ, ਜਿਹੜੇ ਲੋਕ ਇੱਥੋਂ ਪੈਸੇ ਭੇਜਦੇ ਆ ਨਾ, ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਬਹੁਤ ਸਾਰੇ ਲੋਕ ਇੱਥੇ ਹੈਂਡ ਟੂ ਮਾਊਥ ਹੀ ਆ। ਸਵੇਰ ਦੀ ਰੋਟੀ ਤੋਂ ਬਾਅਦ ਸ਼ਾਮ ਵਾਲੀ ਦੀ ਚਿੰਤਾ ਹੁੰਦੀ ਹੈ, ਇੱਥੋਂ ਤੱਕ ਕਿ ਬੰਦਾ ਕੋਈ ਚੀਜ਼, ਜਿਹੜੇ ਪੁਰਾਣੇ ਬੰਦੇ ਵੀ ਆਏ ਹੋ ਆ ਨਾ, ਇੱਦਾਂ ਨਹੀਂ ਹੈ ਕਿ ਨੋਟ ਇੱਥੇ ਇਹਨਾਂ ਦੇ ਕੋਲੇ ਵਾਧੂ ਆ, ਇੱਕ ਚੀਜ਼ ਲੈਣ ਲੱਗਿਆ 20 ਵਾਰੀ ਬੰਦਾ ਭਾਅ ਦੇਖਦਾ ਕਿ ਭਾਈ ਸੇਲ ਤੇ ਲੱਗੀ ਹੈ ਕਿ ਨਹੀਂ ਲੱਗੀ। ਇਹ ਮਾੜੀ ਗੱਲ ਨਹੀਂ ਹੈ, ਕੋਈ ਪੈਸੇ ਬਚਾਉਣੇ ਚਾਹੀਦੇ ਆ, ਵਾਧੂ ਤਾਂ ਕਿਸੇ ਕੋਲ ਹੈ ਨਹੀਂ। ਪਰ ਜਦੋਂ ਪੰਜਾਬ ਤੋਂ ਸਾਡੇ ਪ੍ਰਵਾਸੀ ਭੈਣਾਂ ਭਰਾਵਾਂ ਨੂੰ ਕੋਈ ਵੀਡੀਓ ਆਉਂਦੀ ਹੈ ਨਾ ਕਿ ਫਲਾਨਾ ਬੰਦਾ ਆਪਣੇ ਘਰੇ ਬਿਮਾਰ ਪਿਆ, ਕੋਠਾ ਉਹਦਾ ਚੋਂਦਾ, ਡਾਕਟਰ ਦੇ ਕੋਲੇ ਇੰਨੇ ਪੈਸੇ ਲੱਗਣੇ ਆ, ਫਲਾਨੇ ਦਾ ਨਿੱਕਾ ਨਿਆਣਾ ਜਿਹੜਾ ਬਹੁਤਾ ਬਿਮਾਰ ਹੈ, ਤਾਂ ਉਸ ਵੇਲੇ ਇਹ ਆਪਣਾ ਨਹੀਂ ਕੁਛ ਦੇਖਦੇ। ਕੋਈ ਗੱਲ ਨਹੀਂ, ਜਿਹੜੀ ਚੀਜ਼ ਐਤਕੀ ਲੈਣੀ ਆ ਮੈਂ ਅਗਲੇ ਮਹੀਨੇ ਤਨਖਾਹ ਤੋਂ ਬਾਅਦ ਲੈ ਲੂੰ, ਮੈਂ ਪਹਿਲਾਂ 150, 20, 40, $200 ਜਿਹੜਾ ਉਹਨਾਂ ਨੂੰ ਭੇਜਣਾ ਜ਼ਰੂਰ ਹੈ। ਦਿਲ ਇੰਨੇ ਜਿਹੜੇ ਇਹਨਾਂ ਦੇ ਨਰਮ ਨੇ। ਪਰ ਉਧਰਲੇ ਪਾਸਿਓਂ ਜਿਹੜੀਆਂ ਖਬਰਾਂ ਆਉਂਦੀਆਂ ਨਾ ਕਿ ਭਾਈ 100 ਦੇ ਵਿੱਚੋਂ 60 ਇੱਧਰ ਨੂੰ ਜਾਂਦੇ ਆ, 40 ਉੱਧਰ ਨੂੰ ਜਾਂਦੇ ਆ, ਆਪਾਂ ਸਾਰਿਆਂ ਦਾ ਨਹੀਂ ਕਹਿੰਦੇ, ਜਿਹੜੇ ਚੰਗਾ ਕੰਮ ਕਰਦੇ ਆ ਉਹਨਾਂ ਨੂੰ ਸਲੂਟ ਵੀ ਕਰਦੇ ਆ। ਪਰ ਜੋ ਖਬਰਾਂ ਪਿਛਲੇ ਦਿਨਾਂ ਦੇ ਵਿੱਚ ਆਈਆਂ ਸੀ ਸੰਧਾਲੀਆ ਸਾਹਿਬ, ਇੱਥੇ ਬਹੁਤ ਲੋਕ ਪਰੇਸ਼ਾਨ ਨੇ, ਸੱਚੀ ਬੜੇ ਪਰੇਸ਼ਾਨ ਆ ਕਿ ਭਾਈ ਅਸੀਂ ਤਾਂ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਨਿਆਣਿਆਂ ਦੇ ਹੱਥ ਦੇ ਵਿੱਚੋਂ ਖੋ ਕੇ ਉੱਥੇ ਭੇਜਦੇ ਆ, ਤੇ ਆ ਉੱਥੇ ਹੋਈ ਕੀ ਜਾਂਦਾ। ਇਹ ਗੱਲ ਤੁਹਾਡੀ ਠੀਕ ਹੈ ਕਿ ਥੋੜਾ ਜਿਹਾ ਉਦਮ ਹੋਰ ਕਰ ਲੈਣਾ ਚਾਹੀਦਾ। ਜਿੱਥੇ ਪੈਸਾ ਧੇਲਾ ਭੇਜਦੇ ਆ ਉੱਥੇ ਆਪਣੀਆਂ ਰਿਸ਼ਤੇਦਾਰੀਆਂ ਹੁੰਦੀਆਂ, ਉਹ ਰਿਸ਼ਤੇਦਾਰੀਆਂ ਦੇ ਵਿੱਚੋਂ ਜੇ ਕਿਸੇ ਤੋਂ ਤੁਸੀਂ ਡਾਇਰੈਕਟ ਜੇ ਕਿਸੇ ਨੂੰ ਸਹਾਇਤਾ ਦੇਣੀ ਹੈ ਤੇ ਉਧਰਲੇ ਪਾਸੇ ਕੰਮ ਚੱਲ ਜੂ ਤਾਂ ਵਧੀਆ ਹੈ। ਸੰਧਾਲੀਆ ਸਾਹਿਬ, ਸ਼ਾਇਦ ਤੁਸੀਂ ਸਹਿਮਤ ਹੋਵੋ, ਮੈਂ ਇਹ ਪਹਿਲਾਂ ਵੀ ਇੱਕ ਵਾਰੀ ਤੁਹਾਡੇ ਨਾਲ ਜਦੋਂ ਜਲੰਧਰ ਵਾਲੇ ਸਟੂਡੀਓ 'ਚ ਬੈਠਾ ਸੀ ਉਦੋਂ ਵੀ ਸੁਝਾਅ ਦਿੱਤਾ ਸੀ, ਅੱਜ ਫੇਰ ਦਿਨਾ ਸੁਝਾਅ ਕਿ ਪ੍ਰਵਾਸੀ ਆਪੋ ਆਪਣਾ ਪਿੰਡ ਸਾਂਭਣ। ਬਾਹਰਲੇ ਪਾਸੇ ਵੀ ਕੋਈ ਮਦਦ ਕਰਨੀ ਹੈ, ਕੋਈ ਬੰਦਾ ਇਨਕਾਰ ਨਹੀਂ ਕਰਦਾ, ਕਰੋ, ਪਰ ਆਪਣੇ ਪਿੰਡ ਦੇ ਵਿੱਚ ਕੌਣ ਨਿੱਕਾ ਨਿਆਣਾ ਪੜ੍ਹਨ ਵਾਲਾ, ਕਿਹੜਾ ਬਜ਼ੁਰਗ ਕੱਲਾ, ਕਿਹਨੂੰ ਨਿੱਕੇ ਨਿਆਣੇ ਨਹੀਂ ਸਾਂਭਦੇ, ਜਾਂ ਕਈਆਂ ਦੇ ਅੱਗੇ ਪਰਿਵਾਰ ਦੇ ਵਿੱਚ ਬੱਚੇ ਹੁੰਦੇ ਹੀ ਨਹੀਂ, ਕਿਹਨੂੰ ਬਿਮਾਰੀ ਠਮਾਰੀ ਦੇ ਵਿੱਚ ਪੈਸਿਆਂ ਦੀ ਲੋੜ ਹੈ। ਆਪਾਂ ਨੂੰ ਆਪਣੇ ਪਿੰਡ ਦਾ ਸਾਰਾ ਹੀ ਪਤਾ ਹੁੰਦਾ, ਗੁਆਂਢ ਪਿੰਡਾਂ ਦਾ ਵੀ ਪਤਾ ਹੁੰਦਾ। ਬਹੁਤ ਦੂਰ ਜਾ ਕੇ ਮਦਦ ਕਰਕੇ ਮੁੜ ਕੇ ਫਿਰ ਸ਼ਰਮਸਾਰ ਹੋਣ ਦੀ ਥਾਂ, ਜਾਂ ਧੱਕਾ ਧੋਖਾ ਕੀਤੇ ਜਾਂਦਾ ਮਹਿਸੂਸ ਹੋਣ ਦੀ ਥਾਂ, ਜਾਂ ਮੁੜ ਕੇ ਪੰਜਾਬ ਵੱਲੋਂ ਫਿਰ ਆਪਣਾ ਮਨ ਖੱਟਾ ਹੋਵੇ ਉਧਰਲੇ ਪਾਸੇ ਜਾਣ ਦੀ ਥਾਂ, ਮੈਂ ਤਾਂ ਇਹ ਹੋਕਾ ਹੀ ਦਿੰਦਾ ਤੁਹਾਡੇ ਵੱਲੋਂ ਵੀ, ਪ੍ਰਾਈਮ ਏਸ਼ੀਆ ਟੀ ਵੱਲੋਂ ਵੀ, ਕਿ ਆਪਾਂ ਆਪੋ ਆਪਣੇ ਪਿੰਡ ਨੂੰ ਸਾਂਭ ਲਈਏ ਤਾਂ ਸਮਝ ਲਓ ਕਿ ਸਾਰਾ ਪੰਜਾਬ ਆਪੇ ਹੀ ਸਾਂਭਿਆ ਗਿਆ। ਬਾਠ ਸਾਹਿਬ, ਤੁਸੀਂ ਜਿੱਦਾਂ ਹੁਣੇ ਗੱਲ ਕੀਤੀ ਨਾ ਵੀ ਇਹ ਗੱਲ ਕਰਨੀ ਸੀ, ਆਪਾਂ ਅਗਲੇ ਹਫ਼ਤੇ ਕਰਨੀ ਸੀ, ਮੈਂ ਕਿਉਂ ਕੀਤੀ ਜੀ?
ਇਹਦਾ ਗੱਲ ਕਰਦਿਆਂ ਪਿਛਲੇ ਹਫ਼ਤੇ ਹੀ ਇੱਕ ਘਟਨਾ ਵਾਪਰੀ ਇਸੇ ਤਰ੍ਹਾਂ ਹੀ। ਮੇਰੇ ਮਿੱਤਰਾਂ ਦੇ ਵਿੱਚੋਂ ਨਾ ਕਿਸੇ ਨੇ ਮੇਰੇ ਨਾਲ ਇੱਕ ਗੱਲ ਸਾਂਝੀ ਕੀਤੀ ਕਿ ਉਹਨੂੰ WhatsApp ਦੇ ਉੱਪਰ ਮੈਸੇਜ ਆਏ ਕਿ ਵੀ ਇਸ ਤਰ੍ਹਾਂ ਵੀ ਮੈਂ ਯਾਰ ਬੜੀ ਮੁਸ਼ਕਿਲ 'ਚ ਆ ਗਿਆ ਅਤੇ ਕੋਈ ਰਿਸ਼ਤੇਦਾਰੀ ਦੇ ਵਿੱਚ ਕੋਈ ਐਸਾ ਸਾਰਥ ਕਾਰਜ ਕਰਨ ਵਾਲਾ ਵੀ ਮੈਨੂੰ ਥੋੜ੍ਹੇ ਜਿਹੇ ਪੈਸਿਆਂ ਦੀ ਲੋੜ ਆ। ਹੁਣ ਇੱਕ ਮਿੱਤਰ ਨੂੰ ਮੈਸੇਜ ਗਿਆ, ਉਹਨੇ ਵੀ ਸਮਝ ਲਿਆ ਵੀ ਯਾਰ ਕਿਤੇ ਲੋੜ ਹੋਊਗੀ, ਕੋਈ ਗੱਲ ਨਹੀਂ ਆਪਾਂ ਕਰ ਦਿੰਦੇ ਹਾਂ। ਉਹਨੇ ਵੀ ਕਰ ਦਿੱਤੀ ਮਦਦ। ਫਿਰ ਉਹ ਕਿਤੇ ਚੱਲਦਿਆਂ ਗੱਲ ਚੱਲੀ ਵੀ ਉਹ ਇੱਕ ਹੀ ਗੱਲ ਇੱਕ ਤੋਂ ਵੱਧ ਮਿੱਤਰਾਂ ਦੇ ਨਾਲ ਵੀ ਹੋਈ ਸੀ ਅਤੇ ਉਹ ਨੀਅਰ ਅਬਾਊਟ ਕੋਈ 1.5 2 2.5 ਲੱਖ ਰੁਪਈਆ ਜਿਹੜਾ ਉਹ ਇਸੇ ਇੱਕੇ ਬਹਾਨੇ ਦੇ ਨਾਲ ਅਲੱਗ-ਅਲੱਗ ਬੰਦਿਆਂ ਤੋਂ ਲੈ ਲਿਆ ਗਿਆ। ਅਤੇ ਹੁਣ ਉਹ ਬੰਦੇ ਵਿਚਾਰੇ ਸ਼ਰਮਿੰਦੇ ਬਾਅਦ 'ਚ ਆਪਸ 'ਚ ਗੱਲ ਵੀ ਨਹੀਂ ਕਰਦੇ ਵੀ ਯਾਰ ਹੁਣ ਕਿਸੇ ਨੂੰ ਕਹੀਏ ਕਿ ਵੀ ਆਹ ਕੰਮ ਹੋ ਗਿਆ ਜੀ। ਸੋ ਮੈਂ ਤਾਂ ਕਿਹਾ ਕਿ ਵੀ ਦੇਖੋ ਜਦੋਂ ਆਪਾਂ ਉੱਧਰੋਂ ਸੋਚ ਲੈਂਦੇ ਨੇ ਵੀ ਚੱਲ ਹੋਰ ਕੋਈ ਨਹੀਂ ਯਾਰ ਕੀ ਫਰਕ ਪੈਂਦਾ, $1000 ਪਾ ਦੇ। ਹੁਣ $1000 ਤਾਂ ਆਪਾਂ ਸੋਚ ਲਿਆ, ਪਰ ਜਦੋਂ ਇੱਧਰ ਆ ਕੇ ਉਹਨੇ ਵੇਖਣਾ ਵੀ ਉਹ ਕਿੰਨੇ ਹਿਸਾਬ ਨਾਲ ਸੋਣਾ ਅਤੇ ਇੱਧਰ ਉਹਨੇ ਜਦੋਂ ਮੌਜ ਬਣ ਗਈ ਅਤੇ ਉਹਨੂੰ ਆਪਾਂ ਆਦਤ ਪਾ ਦਿੰਦੇ ਵੀ ਠੀਕ ਹੈ ਕੋਈ ਗੱਲ ਨਹੀਂ 6 ਮਹੀਨੇ ਜੇ ਇੱਕ ਅੱਧਾ NRI ਇੱਦਾਂ ਦਾ ਕਾਬੂ ਆ ਜਾਵੇ ਅਤੇ ਆਪਣੀ ਦੁਕਾਨਦਾਰੀ ਵਧੀਆ ਚੱਲੀ ਜਾਂਦੀ। ਸੋ ਇਸ ਕਰਕੇ ਮੈਂ ਬੇਨਤੀ ਕੀਤੀ ਆ ਕਿ ਆਪਾਂ ਇਹ ਕੰਮ ਨਾ ਕਰੀਏ ਕਿ ਵੀ ਅੱਜ ਤੋਂ ਜਿੱਦਾਂ ਆਪਣਾ ਲੀਡਰਾਂ ਤੋਂ ਮੋਹ ਭੰਗ ਹੋ ਗਿਆ, NRIs ਦੀ ਗੱਲ ਕਰ ਰਹੇ ਹਾਂ ਜਾਂ ਪੰਜਾਬ ਵਾਲਿਆਂ ਦਾ ਚਲੋ ਖੈਰ ਹੋਇਆ ਹੀ ਆ, ਇਹ 6 ਮਹੀਨੇ ਸਾਲ 2 ਸਾਲਾਂ ਤੱਕ ਜਿਹੜੇ ਸੱਚਮੁੱਚ ਲੋੜਵੰਦ ਲੋਕ ਨੇ ਉਹਨਾਂ ਦੀ ਵੀ ਮਦਦ ਨਾ ਕੋਈ ਕਰੇ, ਕਿਉਂਕਿ ਲੋਕਾਂ ਦਾ ਹੀ ਮੋਹ ਭੰਗ ਹੋ ਜਾਵੇ ਯਾਰ ਇਹਦੇ 'ਚ ਠੱਗੀ ਆ। ਇਹ ਗੱਲ ਤੁਹਾਡੀ ਸੰਧਾਲੀਆ ਸਾਹਿਬ ਬਿਲਕੁਲ ਠੀਕ ਹੈ। ਮੈਂ ਤਾਂ ਸਗੋਂ NRI ਭੈਣਾਂ ਭਰਾਵਾਂ ਨੂੰ ਵੀ ਇਹ ਕਹਿਣਾ ਕਿ ਠੀਕ ਹੈ ਤੁਹਾਡੇ ਨਾਲ ਧੋਖਾ ਵੀ ਇਸ ਮੁੱਦੇ ਤੇ ਹੋਇਆ ਹੋਵੇਗਾ, ਤੁਸੀਂ ਆਪਣੇ ਆਪ ਦੇ ਵਿੱਚ ਬੜਾ ਅਜੀਬ ਵੀ ਮਹਿਸੂਸ ਕਰਦੇ ਹੋਵੋਗੇ, ਪਰ ਆਪਣਾ ਮਦਦ ਕਰਨ ਵਾਲਾ ਹੱਥ ਪਿੱਛੇ ਨਾ ਖਿੱਚਿਓ। ਬੜੇ ਲੋਕ ਨੇ ਜਿਹੜੇ ਤੁਹਾਡੀ ਮਦਦ ਦੇ ਨਾਲ ਪੈਰਾਂ ਤੇ ਖਲੋ ਵੀ ਸਕਦੇ ਆ, ਅੱਗੇ ਵੱਧ ਵੀ ਸਕਦੇ ਆ। 5 7 10 ਬੰਦਿਆਂ ਦੇ ਧੋਖੇ ਦੇ ਕਰਕੇ ਆਪਾਂ ਬਾਕੀਆਂ ਨੂੰ ਪਛਾਣ ਨਹੀਂ ਛੱਡਣਾ। ਪਰ ਇਹਦੇ ਨਾਲ ਸੰਧਾਲੀਆ ਸਾਹਿਬ ਇੱਕ ਗੱਲ ਪੱਕੀ ਹੈ, ਮੈਂ ਬੜਾ ਹੈਰਾਨ ਹੁੰਨਾ ਇਸ ਗੱਲ ਤੋਂ ਕਿ ਬਹੁਤ ਸਾਰੇ ਲੋਕ ਜਿਹੜੇ ਆ ਨਾ ਉਹ ਅਜੇ ਵੀ ਚਾਹੁੰਦੇ ਆ ਕਿ ਭਾਈ ਚੱਲ ਕੋਈ ਗੱਲ ਨਹੀਂ ਆਪਾਂ ਇੱਦਾਂ ਕਰ ਲੈਂਦੇ ਹਾਂ, ਕਿਉਂਕਿ ਹੁਣ ਤਾਂ ਖੇਡ ਹੀ ਚੱਲ ਪਈ ਨਾ। ਹਰ ਇੱਕ ਬੰਦਾ ਹੀ ਚਾਹੁੰਦਾ ਕਿ ਭਾਈ ਆ ਤਾਂ ਕੰਮ ਹੀ ਵਧੀਆ, ਇੱਕ ਛੋਟੀ ਜਿਹੀ ਵੀਡੀਓ ਐ ਸ਼ੂਟ ਕੀਤੀ ਚੱਕ ਕੇ ਪਾਤੀ, ਉਹਦੇ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ। ਤੇ ਬਾਹਰਲਿਆਂ ਕੋਲੇ ਬਹੁਤਾ ਸਮਾਂ ਵੀ ਨਹੀਂ ਹੁੰਦਾ ਕਿ ਅਗਲੇ ਪਿੱਛੇ ਤੁਰੇ ਰਹਿਣ ਤੇ ਸਾਰਾ ਹਿਸਾਬ ਕਿਤਾਬ ਮੰਗਣ ਕਿ ਤੁਸੀਂ ਕਿਹਨੂੰ ਕੀ ਦੇ ਕੇ ਗਏ ਆ ਤੇ ਕੀ ਨਹੀਂ ਦੇ ਕੇ ਗਏ। ਪਰ ਫਿਰ ਵੀ ਯਤਨ ਇਹ ਕਰਨਾ ਚਾਹੀਦਾ ਕਿ ਭਾਈ ਤੁਹਾਡਾ ਕੋਈ ਰਿਸ਼ਤੇਦਾਰ ਹੈਗਾ, ਤੁਹਾਡਾ ਕੋਈ ਪਿੰਡ ਵਾਲਾ ਹੈਗਾ, ਕਈ ਵਾਰੀ ਬਹੁਤ ਮੋਹ ਵਾਲੇ ਸੱਜਣ ਹੁੰਦੇ ਆ, ਤੁਹਾਡੇ ਦੋਸਤ ਹੁੰਦੇ ਆ, ਉਹਨਾਂ ਦੇ ਰਾਹੀਂ ਜੇ ਕੋਈ ਕੰਮ ਕੀਤਾ ਜਾਵੇ ਤਾਂ ਚੰਗਾ। ਬਾਕੀ ਬਹੁਤ ਸਾਰੇ ਲੋਕ ਚੱਜ ਦਾ ਕੰਮ ਵੀ ਕਰਦੇ ਆ, ਚੰਗਾ ਵੀ ਕਰਦੇ ਆ, ਪਰ ਮੈਨੂੰ ਕਈ ਵਾਰੀ ਸੰਧਾਲੀਆ ਸਾਹਿਬ ਸੱਚੀ ਮੁੱਚੀ ਸ਼ਰਮਿੰਦਗੀ ਦਾ ਅਹਿਸਾਸ ਹੁੰਦਾ ਜ਼ਰੂਰ ਹੈ ਜਦੋਂ ਕੋਈ ਪ੍ਰਵਾਸੀ ਇਹ ਕਹਿੰਦਾ ਨਾ ਕਿ ਭਾਈ ਆਹ ਦੇਖੋ ਅਸੀਂ ਫਲਾਨੇ ਨੂੰ ਪੈਸੇ ਭੇਜੇ ਸੀ, ਪਤਾ ਨਹੀਂ ਉੱਥੇ ਕੀ ਹੋਇਆ ਹੋਣਾ, ਤੇ ਉਦੋਂ ਫਿਰ ਜਵਾਬ ਕੋਈ ਨਹੀਂ ਹੁੰਦਾ। ਫਿਰ ਬੰਦਾ ਇਹੀ ਕਹਿੰਦਾ ਜੀ ਥੋੜ੍ਹਾ ਜਿਹਾ ਦੇਖ ਚਾਹ ਕੇ ਭੇਜਿਆ ਕਰੋ ਜੀ, ਜਦੋਂ ਜਾਂਦੇ ਆ ਉਦੋਂ ਮਦਦ ਕਰ ਆਇਆ ਕਰੋ। ਪਰ ਆਹ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਠੱਗੀਆਂ ਮਾਰਦੇ, ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਭਾਈ ਤੁਹਾਡੇ ਕੋਲੇ ਤਾਂ 4 ਰੁਪਈਏ ਆ ਜਾਣਗੇ, ਪਰ ਤੁਸੀਂ ਲੱਖਾਂ ਲੋਕਾਂ ਦੀ ਜਿਹੜੀ ਮਦਦ ਕਿਸੇ ਨੇ ਕਰਨੀ ਸੀ ਉਹਨਾਂ ਦਾ ਰਾਹ ਬੰਦ ਕਰੀ ਜਾਂਦੇ ਹੋ। ਹਾਂ ਤੇ ਤੁਹਾਡੀ ਗੱਲ ਮੰਨ ਹੀ ਲੈਣੀ ਨਾ ਅਗਲੇ ਨੇ, ਜਿਹੜਾ ਬੰਦਾ ਠੱਗੀ ਮਾਰਨੀ ਤੁਰ ਪਿਆ। ਅੱਛਾ ਬਾਠ ਸਾਹਿਬ, ਤੁਸੀਂ ਅੱਗੇ ਗੱਲ ਕੀਤੀ ਆਪਣਾ ਸਿੱਧੂ ਸਾਹਿਬ ਦੀ, ਕਿ ਸਿੱਧੂ ਸਾਹਿਬ ਵਾਲੇ ਪਾਸੇ ਵੀ ਲੋਕ ਫਿਰਦੇ ਤੁਰਦੇ ਆ। ਮੈਨੂੰ ਸਮਝ ਨਹੀਂ ਆਈ ਕਿ ਵੀ ਸਿੱਧੂ ਸਾਹਿਬ ਤੇ ਕਾਂਗਰਸ ਪਾਰਟੀ 'ਚ ਨੇ ਤੇ ਕਾਂਗਰਸ ਪਾਰਟੀ ਦੀ ਸਰਕਾਰ ਹੈ, ਕੈਪਟਨ ਸਾਹਿਬ ਉਹਦੇ ਮੋਹਰੀ ਨੇ, ਬਾਕੀ ਲੀਡਰ ਕੰਮ ਕਰ ਰਹੇ ਆ, ਸਿੱਧੂ ਸਾਹਿਬ ਚੁੱਪ ਨੇ। ਹਾਂ 2 ਦਿਨ ਪਹਿਲਾਂ ਉਹਨਾਂ ਨੇ ਇੱਕ ਵੀਡੀਓ ਜ਼ਰੂਰ ਸ਼ੇਅਰ ਕੀਤੀ ਜਿਹਦੇ 'ਚ ਵੀਡੀਓ ਉਹਨਾਂ ਦੇ ਉੱਪਰ ਹੈ ਫਿਲਮਾਈ ਹੋਈ, ਵਿੱਚ ਉਹਨਾਂ ਦੇ ਬਹੁਤ ਸਾਰੇ ਭਾਸ਼ਣਾਂ ਦੇ ਜਿਹੜੇ ਅੰਗ ਨੇ ਉਹ ਵੀ ਹੈਗੇ ਆ, ਤੇ ਜਿਹੜਾ ਗਾਣਾ ਹੈ ਪਿੱਛੇ ਉਹ ਗਿੱਪੀ ਗਰੇਵਾਲ ਹੋਰਾਂ ਦਾ ਚੱਲ ਰਿਹਾ ਕਿ ਅਸੀਂ ਵਕਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ। ਹੁਣ ਇਸ ਸਾਰੇ ਕੁਛ ਨੂੰ, ਉਹਨਾਂ ਦੀ ਇਸ ਵੀਡੀਓ ਨੂੰ ਤੇ ਤੁਹਾਡੀ ਕੀਤੀ ਹੋਈ ਗੱਲ ਨੂੰ ਕੋਈ ਜਮਾ ਘਟਾਓ ਜੀ ਕਰਕੇ ਦੱਸੋ ਵੀ ਕੀ ਹਿਸਾਬ ਕਿਤਾਬ ਜਾਪਦਾ। ਇੱਕ ਉਹ ਵੀ ਸਰਗਰਮ ਹੋਣ ਨੂੰ ਫਿਰਦੇ ਆ, ਉਹਨਾਂ ਤੱਕ ਕੋਈ ਗੱਲ ਪਹੁੰਚ ਗਈ ਹੋਊਗੀ ਵੀ ਨਹੀਂ ਲੋਕ ਚਾਹੁੰਦੇ ਆ, ਜਾਂ ਫਿਰ ਜਿਹੜਾ ਪਿਛਲੇ ਸਮੇਂ 'ਚ ਰੌਲਾ ਪਿਆ ਸੀ ਲੈ ਸਿੱਧੂ ਗਿਆ ਤੇ ਸਿੱਧੂ ਸਾਹਿਬ ਨੂੰ ਉਹਨਾਂ ਆਖਿਆ ਵੀ ਮੈਂ ਤਾਂ ਕਿਤੇ ਨਹੀਂ ਚੱਲਿਆ, ਮੈਂ ਤਾਂ ਇੱਥੇ ਹੀ ਆ। ਇਹ ਨਾ ਹੋਵੇ ਹੁਣ ਵੀ ਰੌਲਾ ਹੀ ਹੋਵੇ। ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਹੈ ਨਾ ਕਿ ਸਿੱਧੂ ਸਾਹਿਬ ਹੈਗੇ ਤਾਂ ਕਾਂਗਰਸ 'ਚ ਹੀ ਹੈ, ਇਹਦੇ ਤੋਂ ਵੱਡਾ ਦੁਨੀਆ ਦਾ ਚੁਟਕਲਾ ਕੋਈ ਨਹੀਂ। ਉਹ ਮੈਂ ਇਸ ਕਰਕੇ ਕਹਿ ਰਿਹਾ, ਕਮਾਲ ਹੋ ਗਈ। ਅਗਲਾ ਬੰਦੇ ਨੂੰ ਭਾਈ ਸਾਹਿਬ ਇੱਥੇ ਤੁਹਾਨੂੰ ਕਿਤੇ ਕੈਨੇਡਾ ਤੁਹਾਡੇ ਖਬਰਾਂ ਨਹੀਂ ਪਹੁੰਚਦੇ, ਤੁਸੀਂ ਇੱਦਾਂ ਕਰੋ ਅਖਬਾਰ ਲਵਾਓ, ਸਾਈਕਲ ਤੇ ਬੰਦਾ ਸੁੱਟ ਕੇ ਆਵੇ ਤੁਹਾਡਾ ਬੂਹਾ ਖੜਕਾ ਕੇ। ਅੱਛਾ ਗੱਲ ਆ ਵੀ ਕਾਂਗਰਸ ਪਾਰਟੀ ਨੇ ਪੰਜਾਬ ਦੇ ਜਿਹੜੀ ਦਿੰਦੇ ਹੁੰਦੇ ਨੇ ਅਹੁਦੇਦਾਰੀਆਂ ਵੀ ਇਹ ਫਲਾਣੇ ਮਗਰ ਨਿੱਕਾ ਪੀਪਾ, ਵੱਡੇ ਮਗਰ ਵੱਡਾ ਪੀਪਾ, ਇਹਦੇ ਮਗਰ ਵੱਡਾ ਢੋਲ ਬੰਨ੍ਹ ਦਿਓ, ਉਹ ਬੰਨਿਆ ਜੀ। ਤੇ ਉਹਦੇ ਵਿੱਚ ਅਜੇ ਸਿੱਧੂ ਸਾਹਿਬ ਦੀ ਵਾਰੀ ਆਉਣੀ, ਉਹ ਕਹਿੰਦੇ ਬਹੁਤ ਵੱਡਾ ਢੋਲ ਬੰਨਣਾ ਆਪਾਂ ਸਿੱਧੂ ਸਾਹਿਬ ਦੇ ਨਾਲ। ਨਹੀਂ ਗੱਲ ਤੁਹਾਡੀ ਠੀਕ ਹੈ, ਜਿੱਦਾਂ ਸਿੱਧੂ ਸਾਹਿਬ ਕਾਂਗਰਸ ਨੇ ਇੱਦਾਂ ਹੀ ਢੀਂਡਸਾ ਸਾਹਿਬ ਵੀ ਅਕਾਲੀ ਦਲ 'ਚ ਸੀਗੇ, ਇੱਦਾਂ ਹੀ ਅਡਵਾਨੀ ਸਾਹਿਬ ਅਜੇ ਭਾਰਤੀ ਜਨਤਾ ਪਾਰਟੀ ਦੇ ਵਿੱਚ। ਆਹੋ ਹੁਣ ਮੈਂ ਬਹੁਤੀਆਂ ਗੱਲਾਂ ਇੱਧਰਲੇ ਪਾਸੇ ਨੂੰ ਨਹੀਂ ਕਰਨੀਆਂ, ਕਈ ਬੰਦੇ ਇੱਦਾਂ ਹੁੰਦੇ ਆ। ਇੱਦਾਂ ਨਾ ਕਰਿਆ ਕਰੋ ਤੁਸੀਂ ਬਾਠ ਸਾਹਿਬ, ਲਾ ਗੱਲਾਂ ਨਹੀਂ ਕਰਨੀਆਂ, ਅਸੀਂ ਨਹੀਂ ਖੇਡਦੇ ਫਿਰਨੀ ਤੇ। ਉਹ ਮਹਾਰਾਜ ਮੈਂ ਵੇਈ ਪੂਈ ਵਾਲੇ ਸਰਦਾਰ ਨੂੰ ਕੋਈ ਗੱਲ ਇੱਦਾਂ ਦੀ ਨਹੀਂ ਆਖੀ, ਮੈਂ ਤਾਂ ਉਦਾਹਰਣ ਦਿੱਤੀ ਹੈ, ਮੈਂ ਕਿਹਾ ਫਿਰ ਸੌਖੀ ਸਮਝ ਆ ਜਾਂਦੀ ਹੈ। ਚਲੋ ਹੁਣ ਤੁਸੀਂ ਜਿਹੜੀ ਆ ਢੋਲ ਦੀ, ਛੱਜ ਦੀ, ਪੀਪੇ ਦੀ, ਡਰਮ ਦੀ, ਪਤਾ ਨਹੀਂ ਕਿਹਦੀ ਗੱਲ ਕੀਤੀ ਹੈ।
ਦੇਖੋ ਇੱਕ ਗੱਲ ਤਾਂ ਪੱਕੀ ਹੈ ਨਾ ਕਿ ਇਸ ਵੇਲੇ ਨਵਜੋਤ ਸਿੰਘ ਸਿੱਧੂ ਜਿਹੜੀ ਮਰਜ਼ੀ ਪਾਰਟੀ ਦੇ ਵਿੱਚ ਹੋਣ, ਦਾਗ ਬੰਦੇ ਦੇ ਉੱਤੇ ਕੋਈ ਨਹੀਂ ਲੱਗਦਾ। ਪਰ ਹੁਣ ਇਹ ਗੱਲ ਪੱਕੀ ਹੈ, ਬਹੁਤ ਸਾਰੇ ਲੋਕ ਇਹ ਗੱਲ ਮਹਿਸੂਸ ਕਰਨ ਲੱਗ ਪਏ ਕਿ ਸਿੱਧੂ ਸਾਹਿਬ ਲੇਟ ਹੋਈ ਜਾਂਦੇ ਆ। ਸਿੱਧੂ ਸਾਹਿਬ ਨੇ ਜਿੱਧਰਲੇ ਪਾਸੇ ਨੂੰ ਜਾਣਾ, ਉਧਰਲੇ ਪਾਸੇ ਜਾਣ ਦੀ ਤਿਆਰੀ ਖਿੱਚ ਲੈਣ, ਫੇਰ ਹੋ ਸਕਦਾ ਕਿ ਮਾੜਾ ਮੋਟਾ ਕੰਮ ਸਰ ਜਾਏ, ਨਹੀਂ ਤਾਂ ਆਖਰੀ ਮੌਕੇ ਤੇ ਜਾ ਕੇ ਪਿਛਲੀ ਵਾਰ ਵਾਂਗ ਕਿਤੇ ਡਿੱਕੇ ਡੋਲੇ ਨਾ ਖਾਣ। ਹੁਣ ਪਿਛਲੀ ਵਾਰ ਵੀ ਦਾ ਆਪਾਂ ਨੂੰ ਚੇਤਾ ਹੈ, ਬੈਂਸ ਭਰਾ ਨਾਲ ਸੀ, ਪ੍ਰਗਟ ਸਿੰਘ ਨਾਲ ਸੀ, ਪਹਿਲਾਂ ਆਪਦਾ ਇੱਕ ਮੋਰਚਾ ਬਣਾ ਲਓ, ਉਹਦੇ ਤੋਂ ਬਾਅਦ ਜੇ ਕੰਮ ਨਾ ਚੱਲੇ ਤਾਂ ਫਿਰ ਉਹਦੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨਾਲ ਗੱਲਬਾਤ ਚੱਲੇ, ਜਿਹਦਾ ਜ਼ਿਕਰ ਵੀ ਹੋਇਆ ਸੀ, ਉਹਨਾਂ ਨੇ ਖੁਦ ਵੀ ਕਬੂਲ ਕੀਤਾ ਸੀ। ਫਿਰ ਕਾਂਗਰਸ ਪਾਰਟੀ ਚ ਆਉਣਾ ਪਿਆ, ਕਾਂਗਰਸ ਪਾਰਟੀ ਚ ਆ ਕੇ ਫਿਰ ਖੂੰਜੇ ਲੱਗਣਾ ਪਿਆ। ਆ ਕੱਲ ਪਰਸੋਂ ਦੀਆਂ ਕੁਝ ਖਬਰਾਂ ਚੱਲੀ ਜਾਂਦੀਆਂ, ਪਰ ਇੱਥੇ ਕਿਹੜਾ ਪਤਾ ਲੱਗਦਾ ਖਬਰਾਂ ਨਕਲੀ ਨੇ ਕਿ ਅਸਲੀ ਨੇ, ਕਿ ਭਾਈ ਭਾਰਤੀ ਜਨਤਾ ਪਾਰਟੀ ਵਾਲੇ ਫਿਰ ਸੋਚ ਰਹੇ ਆ ਕਿ ਭਾਈ ਸਿੱਧੂ ਸਰਦਾਰ ਤੋਂ ਬਿਨਾਂ ਬਣਨਾ ਕੁਛ ਨਹੀਂ। ਪਰ ਇੰਨੀ ਗੱਲ ਸੰਧਾਲੀਆ ਸਾਹਿਬ ਹੈਗੀ ਹੈ ਕਿ ਵਿਦੇਸ਼ਾਂ ਦੇ ਵਿੱਚ ਬੈਠੇ ਬਹੁਤ ਗਿਣਤੀ ਲੋਕ ਇਹ ਸੋਚਦੇ ਆ ਕਿ ਸਿੱਧੂ ਨੂੰ ਜੇ ਚੱਜ ਦੀ ਪਾਰਟੀ ਮਿਲ ਜਾਏ, ਸਿੱਧੂ ਨੂੰ ਜੇ ਇੱਕ ਵਾਰੀ ਕੰਮ ਕਰਨ ਦਾ ਮੌਕਾ ਮਿਲ ਜਾਏ ਤਾਂ ਬੰਦਾ ਕੰਮ ਕਰ ਸਕਦਾ। ਤੇ ਨਾਲ ਉਹ ਇਹ ਵੀ ਕਹਿੰਦੇ ਆ ਕਿ ਨਵੀਂ ਪਾਰਟੀ ਬਣਾ ਕੇ ਹੁਣ ਕੰਮ ਧੰਦਾ ਚਲਾਉਣਾ ਜਿਹੜਾ ਉਹ ਔਖਾ। ਹੁਣ ਇਹ ਤਾਂ ਤੁਸੀਂ ਪੰਜਾਬ 'ਚ ਬੈਠੇ ਹੋ, ਜ਼ਮੀਨੀ ਹਕੀਕਤਾਂ ਨੂੰ ਵੱਧ ਚੰਗੇ ਤਰੀਕੇ ਜਾਣਦੇ ਹੋ, ਕੰਮ ਕੀ ਹੋਊਗਾ। ਪਰ ਇਸ ਵੇਲੇ ਦੁਚਿੱਤੀਆਂ ਹੀ ਨੇ ਜੀ, ਕੰਮ ਜਿਹੜਾ ਸੱਜੇ ਖੱਬੇ ਹੀ ਆ ਸਾਰਾ। ਕਈ ਵੱਡੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਸਿੱਧੂ ਸਾਹਿਬ ਚੁੱਪ ਰਹਿੰਦੇ ਆ, ਕਈ ਛੋਟੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਸਿੱਧੂ ਸਾਹਿਬ ਆਵਾਜ਼ ਬੁਲੰਦ ਕਰ ਦਿੰਦੇ ਆ। ਪਰ ਪੰਜਾਬ ਦੇ ਵਿੱਚ ਜੇ ਉਹਨਾਂ ਨੇ ਆਪਣੀ ਪੈਂਠ ਬਣਾਉਣੀ ਹੈ, ਹੁਣ ਘਰੋਂ ਬਾਹਰ ਨਿਕਲਣਾ ਪਊਗਾ। ਜਿੰਨੀਆਂ ਕਿ ਸਰਕਾਰ ਨੇ ਖੁੱਲ੍ਹਾਂ ਤੇ ਛੋਟਾਂ ਦਿੱਤੀਆਂ, ਪਰ ਜਿੱਦਾਂ ਬਾਰ-ਬਾਰ ਉਹ ਆਪਣੀ ਸਰਕਾਰ ਦੇ ਉੱਤੇ ਤਵਾ ਲਾਈ ਜਾਂਦੇ ਆ, ਜਿਸ ਤਰੀਕੇ ਅਸਿੱਧੇ ਤਰੀਕੇ ਉਹ ਲੋਕਾਂ ਨੂੰ ਦੱਸੀ ਜਾਂਦੇ ਆ ਕਿ ਸਰਕਾਰ ਜੇ ਫੇਲ ਹੈ ਤਾਂ ਸਰਕਾਰ ਫੇਲ ਹੋਊ, ਸਿੱਧੂ ਨਹੀਂ। ਜੇ ਸਰਕਾਰ ਪਾਸ ਹੈ ਤਾਂ ਸਰਕਾਰ ਪਾਸ ਹੋਊ, ਸਿੱਧੂ ਨਹੀਂ। ਇੱਕ ਵੱਖਰਾਪਣ ਜਿਹਾ ਲਿਆ ਕੇ ਜਿਹੜਾ ਚੱਲ ਰਿਹਾ, ਲੱਗਦਾ ਹੈ ਕਿ ਪਟਾਕਾ ਉਹਨਾਂ ਨੇ ਕਿਸੇ ਵੇਲੇ ਪਾ ਦੇਣਾ। ਚਲੋ ਪਟਾਕਾ ਪਾ ਦੇਣ, ਜੇ ਆਪਾਂ ਪਟਾਕੇ ਦੇ ਹਿਸਾਬ ਨਾਲ ਲੇਖ ਲਿਖਣਾ ਹੋਵੇ ਨਾ, ਜਿੱਦਾਂ 15 ਨੰਬਰ ਦਾ ਲੇਖ ਆਵੇ, ਚਲੋ ਵੀ ਬੱਚੋ ਇਸ ਵੇਲੇ ਦੱਸੋ ਨਵਜੋਤ ਸਿੰਘ ਸਿੱਧੂ ਦੇ ਹਿਸਾਬ ਦੇ ਉੱਪਰ ਕੀ ਲਿਖਦੇ ਹੋ ਤੁਸੀਂ, ਤੇ ਉਸ ਹਿਸਾਬ ਦੇ ਵਿੱਚ ਗੱਲਾਂ ਬਹੁਤ ਆਉਂਦੀਆਂ ਕਿ ਨਵਜੋਤ ਸਿੰਘ ਸਿੱਧੂ ਹੈ, ਪੰਜਾਬ ਦੇ ਲੋਕ ਚਾਹੁੰਦੇ ਆ, ਬੰਦਾ ਇਮਾਨਦਾਰ ਹੈ, ਦੋਸ਼ ਕੋਈ ਲੱਗਦਾ ਨਹੀਂ। ਤੇ ਜੇ ਆਪਾਂ ਨਾਲ ਪਾਰਟੀ ਦੀ ਵੇਖੀਏ ਤੇ ਕਿਉਂਕਿ ਪਹਿਲਾਂ ਪਿਛੋਕੜ ਉਹਨਾਂ ਦਾ ਭਾਜਪਾ ਦਾ, ਤੇ ਅੱਗੇ ਹੁਣ ਭਾਜਪਾ ਆਉਣ ਨੂੰ ਫਿਰਦੀ ਆ, ਭਾਜਪਾ ਜਿਹੜੀ ਆ ਉਹ ਅਕਾਲੀ ਦਲ ਨਾਲੋਂ ਦੂਰ ਹੋਣ ਨੂੰ ਫਿਰਦੀ ਆ। ਤੇ ਸਿੱਧੂ ਸਾਹਿਬ ਦੇ ਨਾਲ ਡਾਇਰੈਕਟ ਤਾਂ ਭਾਜਪਾ ਦਾ ਕੋਈ ਰੌਲਾ ਹੈ ਨਹੀਂ ਸੀ, ਉਹ ਅਕਾਲੀ ਦਲ ਦਾ ਕਰਕੇ ਸੀ। ਜੇ ਭਾਜਪਾ ਦਾ ਅਕਾਲੀ ਦਲ ਦਾ ਗੱਠਜੋੜ ਨਹੀਂ ਰਹੂਗਾ ਤਾਂ ਫਿਰ ਸਿੱਧੂ ਸਾਹਿਬ ਨੂੰ ਕੀ ਪ੍ਰੋਬਲਮ ਆ। ਸਿੱਖ ਚਿਹਰਾ ਵੀ ਹੈਗੇ ਆ ਨਾਲ, ਜਿਹੜੇ ਸਿੱਖ ਬੰਦੇ ਹੋਰ ਜੋੜਨੇ ਆ, ਉਹ ਢੀਂਡਸਾ ਸਾਹਿਬ ਵਾਲਾ ਅਕਾਲੀ ਦਲ ਹੈਗਾ। ਇਹ ਲੇਖ ਤਾਂ ਬਣਦਾ ਬੜਾ ਸੋਹਣਾ ਭਾਈ ਸਾਹਿਬ, 15 ਦੇ ਵਿੱਚੋਂ 12-13 ਨੰਬਰ ਤੇ ਤੁਹਾਡੇ ਵਰਗੇ ਮਾਸਟਰ ਨੇ ਮੈਨੂੰ ਦੇ ਹੀ ਦੇਣੇ ਜੇ ਮੈਂ ਲਿਖਦੇ ਆ। ਪਰ ਇਹਦੇ 'ਚ ਇੱਕ ਘੁੰਡੀ ਹੋਰ ਸਮਝਣ ਵਾਲੀ ਹੈ। ਹੁਣ ਜੇ ਮੰਨ ਲਓ ਭਾਜਪਾ ਵਾਲੇ ਪੱਟ ਇਸ ਵਕਤ ਮਾਰੀ ਜਾਂਦੇ ਆ, ਉਹ ਬਾਊਆਂ ਨੇ ਗੱਡੀ ਨੂੰ ਟਾਇਰ ਨਵੇਂ ਪਵਾ ਲਏ, ਉਹ ਕਹਿੰਦੇ ਵੀ ਆਪਾਂ 2022 ਦੇ ਵਿੱਚ ਪੰਜਾਬ 'ਚ ਸਰਕਾਰ ਲਿਆਉਣੀ ਆ। ਤਾਂ ਪੰਜਾਬ ਸਰਕਾਰ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਇਕੱਲੀ ਪੰਜਾਬ ਦੇ ਵਿੱਚ ਜਿਹੜੇ ਫੈਸਲੇ ਲਏ ਜਾਂਦੇ ਸਰਕਾਰ ਵੱਲੋਂ, ਉਹਨਾਂ ਦੇ ਨਾਲ ਕੋਈ ਨਹੀਂ ਨਾ ਲਿੰਕ ਹੈਗਾ। ਪੰਜਾਬ ਦੇ ਤਾਂ ਜਿੰਨੇ ਮਸਲੇ ਉਹ ਕੇਂਦਰ ਨਾਲ ਸੰਬੰਧਿਤ ਨੇ। SYL ਨਹਿਰ ਦੀ ਗੱਲ ਕਰ ਲਓ, ਆਹ ਲੇਟੈਸਟ ਹੁਣ ਜਿਹੜਾ ਨਵੇਂ ਮੰਡੀਕਰਨ ਸਿਸਟਮ ਦੀ ਗੱਲ ਚੱਲੀ ਆ, ਜਿਹਦੇ ਵਿੱਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਜਾਂ ਪੰਜਾਬ ਦੇ ਕਿਸਾਨਾਂ ਨੂੰ ਇਸ ਗੱਲ ਦਾ ਸੈਂਸ ਆ ਕਿ ਕੱਲ੍ਹ ਨੂੰ ਪਤਾ ਨਹੀਂ ਵੀ ਜਦੋਂ ਪ੍ਰਾਈਵੇਟ ਹੱਥਾਂ 'ਚ ਸਾਰਾ ਕੁਝ ਦੇਤਾ ਤੇ ਸਾਡੀ ਏਜੰਟਸ ਕਿਸੇ ਨੇ ਚੱਕਣੀ ਹੈ ਕਿ ਨਹੀਂ ਚੱਕਣੀ। ਜਦੋਂ ਆਪਾਂ ਬੱਤੀ ਬਿਜਲੀ ਦੀ ਗੱਲ ਕਰਦੇ ਹਾਂ ਉਦੋਂ ਪੰਜਾਬ ਨੂੰ ਕੁਝ ਨਹੀਂ ਮਿਲਦਾ। ਜਦੋਂ ਆਪਾਂ ਪਾਣੀ ਦੀ ਗੱਲ ਕਰਦੇ ਤਾਂ ਅਗਲੇ ਪਾਸੇ ਇਹ ਗੱਲਾਂ ਚੱਲਦੀਆਂ ਵੀ ਨਹੀਂ ਜੀ ਇੱਧਰੋਂ ਫਲਾਣੇ ਥਾਂ ਤੋਂ ਵੀ ਆਪਾਂ ਪਾਣੀ ਇਕੱਠਾ ਕਰਕੇ ਤੁਹਾਨੂੰ ਉੱਧਰ ਨੂੰ ਲੈ ਜਾਣਾ। ਜਦੋਂ ਗੱਲ ਚੱਲਦੀ ਆ ਕੋਈ ਏਅਰਪੋਰਟ ਦੇਣ ਦੀ ਜਾਂ ਹੋਰ ਕੋਈ ਇੰਡਸਟਰੀਅਲ ਪੈਕੇਜ ਦੇਣ ਦੀ, ਉਦੋਂ ਵੀ ਪੰਜਾਬ ਨੂੰ ਕੁਝ ਨਹੀਂ ਮਿਲਦਾ। ਜੇ ਪੰਜਾਬ ਦੀ ਆਪਾਂ ਜਿਹੜਾ ਬਹੁਤ ਪੁਰਾਣਾ ਧੱਕਾ ਭਾਜਪਾ ਦੀ ਸਰਕਾਰ ਨੇ ਪਹਿਲਾਂ ਦਾ ਕੀਤਾ, ਜਿਹੜਾ ਅਜੇ ਤੱਕ ਵੀ ਚੱਲ ਰਿਹਾ, ਕਿ ਆਂਢ ਗੁਆਂਢ ਦੇ ਰਾਜਾਂ ਨੂੰ ਜਿਹੜਾ ਕਿ ਸਪੈਸ਼ਲ ਪੈਕੇਜ ਦਿੱਤਾ ਗਿਆ, ਸਪੈਸ਼ਲ ਸਟੇਟਸ ਦਿੱਤਾ ਗਿਆ, ਜਿਹਦਾ ਕਰਕੇ ਇੰਡਸਟਰੀ ਪੰਜਾਬ ਦੀ ਬਾਹਰ ਚਲ ਗਈ। ਇਹ ਜਿਹੜਾ ਇੰਨੇ ਕੁਛ ਦਾ ਪੰਜਾਬ ਨੂੰ ਕਦੀ ਇੱਧਰੋਂ ਲਫੇੜਾ ਕਦੀ ਉੱਧਰੋਂ ਲਫੇੜਾ ਵੱਜਦਾ ਆ ਰਿਹਾ ਵੱਖ-ਵੱਖ ਸਰਕਾਰਾਂ ਵੱਲੋਂ, ਕੇਂਦਰ ਵੱਲੋਂ। ਜੇ ਮੰਨ ਲਓ ਕਿ 2022 'ਚ ਭਾਜਪਾ ਸਰਕਾਰ ਬਣਾ ਲੈਂਦੀ ਹੈ ਤੇ ਕੀ ਉਹ ਰਾਤੋਂ ਰਾਤ ਜਾਦੂ ਦੀ ਛੜੀ ਨਾਲ ਠੀਕ ਕਰ ਦੇਣਗੇ, ਫਿਰ ਸਾਰਾ ਕੁਝ ਪੰਜਾਬ ਨੂੰ ਦੇ ਦੇਣਗੇ, ਹੱਕ ਮਿਲ ਜਾਣਗੇ? ਦੇਖੋ ਸੰਧਾਲੀਆ ਸਾਹਿਬ, ਉਧਰਲੇ ਪਾਸਿਓਂ ਤਾਂ ਪੂਣੀ ਵੀ ਕੱਤੇ ਜਾਣ ਦੀ ਕੋਈ ਸੰਭਾਵਨਾ ਨਹੀਂ। ਹਾਂ, ਚੋਣ ਤੋਂ ਪਹਿਲਾਂ, ਇਲੈਕਸ਼ਨ ਤੋਂ ਪਹਿਲਾਂ 2-4 ਚੀਜ਼ਾਂ ਹੋ ਸਕਦੀਆਂ। ਜਿਹੜੇ ਲੋਕਾਂ ਨੂੰ ਇਹ ਲੱਗਦਾ ਨਾ ਕਿ ਨਵਜੋਤ ਸਿੰਘ ਸਿੱਧੂ ਦੀ ਰਾਹੁਲ ਗਾਂਧੀ ਦੇ ਨਾਲ, ਬੀਬੀ ਪ੍ਰਿਯੰਕਾ ਗਾਂਧੀ ਦੇ ਨਾਲ ਗੂੜੀ ਸਾਂਝ ਆ ਤੇ ਉਹਨਾਂ ਨੇ ਕਾਂਗਰਸ ਪਾਰਟੀ ਛੱਡਣੀ ਨਹੀਂ, ਉਹ ਇਸ ਗੱਲ ਨੂੰ ਚੇਤੇ ਜ਼ਰੂਰ ਰੱਖਣ। ਹਾਲਾਂਕਿ ਕੋਈ ਬਹੁਤੀ ਤੁਲਨਾ ਬਣਦੀ ਨਹੀਂ ਕਿ ਜਿੰਨੀ ਜੋਤਿਰਾਦਿੱਤਿਆ ਸਿੰਧੀਆ ਦੀ ਬਣਦੀ ਸੀ ਗਾਂਧੀ ਪਰਿਵਾਰ ਦੇ ਨਾਲ, ਜਿੰਨੀ ਸਚਿਨ ਪਾਇਲਟ ਦੀ ਬਣਦੀ ਸੀ ਗਾਂਧੀ ਪਰਿਵਾਰ ਦੇ ਨਾਲ, ਉਨੀ ਤਾਂ ਨਹੀਂ ਕਿਸੇ ਦੀ ਬਣਦੀ ਹੋਣੀ ਨਾ। ਉਹ ਤਾਂ ਬੜੇ ਪੁਰਾਣੇ ਜੁੜੇ ਹੋ ਸੀ, ਖਾਨਦਾਨੀ ਜੁੜੇ ਹੋ ਸੀ, ਬੜੇ ਉਹਨਾਂ ਦੇ ਪਿਓ ਦਾਦੇ ਵੀ ਇਹਨਾਂ ਪਾਰਟੀਆਂ ਦੇ ਵਿੱਚ ਲੀਡਰ ਸੀ, ਅਗਲਿਆਂ ਨੇ ਮਿੰਟ ਨਹੀਂ ਲਾਇਆ ਛੱਡ ਕੇ ਜਾਣ ਨੂੰ। ਬਾਕੀ ਨਵਜੋਤ ਸਿੰਘ ਸਿੱਧੂ, ਇਹ ਗੱਲ ਤੁਸੀਂ ਬਿਲਕੁਲ ਠੀਕ ਨੁਕਤਾ ਫੜਿਆ ਕਿ ਜੇ ਭਲਕ ਨੂੰ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਸਿਆਸੀ ਤੌਰ ਤੇ ਪੈਂਦਾ ਪਟਾਕਾ, ਗੱਠਜੋੜ ਜਿਹੜਾ ਅੱਡੋ ਅੱਡ ਹੋ ਜਾਂਦਾ, ਖੱਖੜੀਆਂ ਕਰੇਲੇ ਹੋ ਜਾਂਦਾ, ਇੱਕ ਬਹੁਤ ਵੱਡੀ ਵਜ੍ਹਾ ਹੋਏਗੀ, ਇੱਕ ਬਹੁਤ ਵੱਡਾ ਕਾਰਨ ਹੋਏਗਾ। ਹੁਣ ਉਹਦੇ ਤੋਂ ਬਾਅਦ ਵੀ ਜੇ ਕਿਸੇ ਨੂੰ ਲੱਗਦਾ ਹੈ ਕਿ ਭਾਈ ਨਹੀਂ ਸਿੱਧੂ ਸਾਹਿਬ ਦਾ ਉਧਰ ਔਖਾ ਵੀ ਹੋ ਸਕਦਾ, ਪਰ ਰੌਲਾ ਕੀ ਸੀ? ਰੌਲਾ ਤਾਂ ਸਭ ਤੋਂ ਵੱਡਾ ਇਹੀ ਸੀ,
ਭਲਕ ਨੂੰ ਮੰਨ ਲਓ ਜੇ 3 ਐਲਾਨ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਕਰ ਦਿੰਦੀ ਹੈ ਕਿ ਅਸੀਂ ਲੁਧਿਆਣੇ ਦੇ ਚੱਲਣ ਵਾਲੇ ਹਵਾਈ ਅੱਡੇ ਤੋਂ ਫਲਾਣੇ ਮੁਲਕ ਨੂੰ ਆਹ ਫਲਾਈਟਾਂ ਚਲਾਵਾਂਗੇ ਜੀ, ਅਸੀਂ ਅੰਮ੍ਰਿਤਸਰ ਵਾਲੇ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਆਹ ਨਵੀਆਂ ਫਲਾਈਟਾਂ ਸਿੱਧੀਆਂ ਡਾਇਰੈਕਟ ਦੇਤੀਆਂ ਜੀ, ਸਾਡੇ ਵੱਲੋਂ ਸਹਿਮਤੀ ਪੱਤਰ ਹੈ ਜੀ। ਜੇ ਉਹ ਕਿਤੇ ਕਹਿ ਦੇਣ ਕਿ SYL ਦੇ ਮੁੱਦੇ ਦੇ ਉੱਤੇ ਕੇਂਦਰ ਦੀ ਸਰਕਾਰ ਇੱਕ ਵਾਰੀ ਫੇਰ ਇਨੀਸ਼ੀਏਟਿਵ ਲਊਗੀ ਕਿ ਪੰਜਾਬ ਦੇ ਹਿੱਤਾਂ ਦਾ ਵੀ ਖਿਆਲ ਰੱਖਣਾ ਤੇ ਹਰਿਆਣੇ ਵਾਲਿਆਂ ਦਾ ਵੀ ਰੱਖਣ ਨਾ ਰੱਖਣ, ਫਲਾਈਟ 2 ਮਹੀਨੇ ਚੱਲੇ 2 ਦਿਨ ਚੱਲੇ, ਜੇ ਉਹ ਲਿਖ ਕੇ ਦੇ ਦੇਣ ਕਿ ਪੰਜਾਬ ਦੇ ਵਿੱਚੋਂ ਮੰਡੀਕਰਨ ਦਾ ਢਾਂਚਾ ਜਿਹੜਾ ਉਹਨੂੰ ਅਸੀਂ ਐ ਨਹੀਂ ਹੋਣ ਦਿੰਦੇ, ਆਰਡੀਨੈਂਸ ਅਸੀਂ 4 ਮਹੀਨੇ ਲੇਟ ਲਾਗੂ ਕਰ ਦਾਂਗੇ, ਕਿਉਂਕਿ ਨਾ ਤਾਂ ਸੰਧਾਲੀਆ ਸਾਹਿਬ ਹਰਿਆਣੇ 'ਚ ਚੋਣਾਂ ਨੇ ਅਜੇ, ਨਾ ਹਿਮਾਚਲ 'ਚ ਚੋਣਾਂ ਅਜੇ, ਨਾ ਕੇਂਦਰ ਦੇ ਵਿੱਚ ਚੋਣਾਂ, ਵੋਟਾਂ ਹੈਗੀਆਂ ਪੰਜਾਬ ਦੇ ਵਿੱਚ। ਤੇ ਬੜੀ ਵਾਰੀ ਹੁੰਦਾ ਕਿ ਜਿਹੜੇ ਸੂਬੇ ਦੇ ਵਿੱਚ ਵੋਟਾਂ ਹੈਗੀਆਂ ਗ੍ਰਾਂਟ ਵੀ ਉਹਨੂੰ ਦੇ ਦਿਓ, ਜਿਹੜੇ ਸੂਬੇ ਦੇ ਵਿੱਚ ਵੋਟਾਂ ਹੈਗੀਆਂ ਵਾਅਦੇ ਵੀ ਉਹਦੇ ਪੱਖ ਦੇ ਕਰ ਦਿਓ, ਜਿਹੜੇ ਸੂਬੇ 'ਚ ਵੋਟਾਂ ਹੈਗੀਆਂ ਪ੍ਰਧਾਨ ਮੰਤਰੀ ਸਾਹਿਬ ਦੇ ਭਾਸ਼ਣ ਦੇ ਵਿੱਚ ਜ਼ਿਕਰ ਵੀ ਉਸ ਸੂਬੇ ਦਾ ਤੇ ਉਸ ਸੂਬੇ ਦੀ ਸੱਭਿਆਚਾਰ ਤੇ ਸੰਸਕ੍ਰਿਤੀ ਦਾ ਕਰ ਦਿਓ। ਤੇ ਜਦੋਂ ਫਿਰ ਵੋਟਾਂ ਨਿਕਲ ਜਾਣਗੀਆਂ ਬਾਅਦ ਵਿੱਚ ਦੇਖਾਂਗੇ ਕਿ ਜਿਹੜਾ ਹਰਾ ਪੈਨ ਤੁਸੀਂ ਕਹਿੰਦੇ ਹੁੰਦੇ ਆ ਉਹਦੇ ਨਾਲ ਘੁੱਗੀ ਕਿਹਦੀ ਮਾਰਨੀ ਹੈ ਤੇ ਕਿਹਦੀ ਨਹੀਂ ਮਾਰਨੀ। ਵੈਸੇ ਵੀ ਸੰਧਾਲੀਆ ਸਾਹਿਬ ਇਹ ਵੀ ਗੱਲ ਹੈ ਨਾ ਕਿ ਕੀਤੇ ਉਹ ਹੌਸਲੇ ਕਿਹੜਾ ਪਲਟਦੇ ਨਹੀਂ। ਅੱਜ ਗੱਲ ਬਾਟ ਸਾਹਿਬ ਤੁਸੀਂ ਮੇਰਾ ਤਾਂ ਸਹੀ ਸਮਝਾ ਦਿੱਤੀ ਆ ਕਿ ਵੀ ਜੇ ਇੱਕ ਵਾਰ ਉਹਨਾਂ ਨੂੰ ਪਤਾ ਵੀ ਜੇ ਹੁਣ ਕਾਂਗਰਸ ਆਉਂਦੀ ਆ ਜਾਂ ਉਦੋਂ ਬਾਅਦ ਆਪਣਾ ਕੋਈ ਅਕਾਲੀ ਦਲ ਆਉਂਦਾ, ਇੱਕ ਵਾਰਾਂ ਜਿਹਦੀ ਸਰਕਾਰ ਬਣ ਜਾਂਦੀ ਹੈ, ਲੋਕ ਦਬੜ ਘੁਸਰਜੇ ਦੇ ਵਿੱਚ ਪਾਈ ਤਾਂ ਜਾਂਦੇ ਨੇ ਦੇ ਵੋਟਾਂ, ਉਹ ਚੱਲ ਕੋਈ ਨਹੀਂ ਯਾਰ ਐਤਕੀ ਬਦਲ ਦਿਓ ਫਲਾਣੇ ਨੂੰ ਪਾ ਦੇ, ਉਹ ਨਹੀਂ ਨਾ ਕੁਝ ਨਹੀਂ ਕੀਤਾ ਐਤਕੀ ਫਲਾਣੇ ਨੂੰ ਪਾ ਦਿਓ। ਉਹ ਕਹਿੰਦੇ ਵੀ ਇੱਕ ਵਾਰ ਲੈਣ 'ਚ ਤੇ ਲੱਗੀਏ, ਸਾਨੂੰ ਸਿਲੰਡਰ ਤੇ ਮਿਲਣਾ ਸ਼ੁਰੂ ਹੋਵੇ ਨਾ, ਇੱਕ ਵਾਰ ਵਾਰੀ ਸਿਰ ਆਪੇ ਮਿਲਦਾ ਰਹੂਗਾ। ਇਹ ਗੱਲ ਹੋ ਸਕਦੀ ਆ ਵੀ ਇੱਕ ਵਾਰ ਥੋੜ੍ਹੇ ਜਿਹੇ ਗੱਫੇ ਜਿਹੇ ਦੇ ਕੇ ਤੇ ਉਦੋਂ ਬਾਅਦ ਉਹ ਕਹਿਣ ਤੇ ਆਪਾਂ ਆਪਣੇ ਹਿਸਾਬ ਨਾਲ ਕੰਮ ਚਲਾ ਦਿੰਦੇ ਆ। ਬਾਕੀ ਚਲੋ ਇਹ ਤਾਂ ਹੁਣ ਸਮਾਂ ਜੇ ਦੂਰ ਆ ਉਹਦੇ ਵਿੱਚ, ਤੇ ਆਪਣੇ ਕੋਲੇ ਮਿੰਟ ਡੇਢ ਕੁ ਬਚਿਆ, ਜੇ ਕੋਈ ਗੱਲ ਸਿਆਣੀ ਕੋਈ ਹੋਰ ਕਰਨੀ ਤੇ ਸੁਣਾ ਦਿਓ। ਨਹੀਂ ਸਿਆਣੀ ਦੇਖੋ ਸੰਧਾਲੀਆ ਸਾਹਿਬ, ਪਹਿਲੀ ਗੱਲ ਕਿ ਇੱਕ ਵਾਰੀ ਫੇਰ ਆਪਾਂ ਪ੍ਰਾਈਮ ਏਸ਼ੀਆ TV ਦੇ ਜਿੰਨੇ ਵੀ ਦਰਸ਼ਕ ਨੇ ਉਹਨਾਂ ਦਾ ਧੰਨਵਾਦ ਕਰਨਾ ਹੈ, ਮੈਨੇਜਮੈਂਟ ਵੱਲੋਂ, ਤੁਹਾਡੇ ਵੱਲੋਂ, ਸਾਰੀ ਟੀਮ ਵੱਲੋਂ ਵੀ, ਕਿ ਭਾਈ ਤੁਸੀਂ 10 ਲੱਖ ਪਰਿਵਾਰ ਦੇ ਮੈਂਬਰ ਜੋੜ ਦਿੱਤੇ ਆ। ਪਰ ਇੱਕ ਗੱਲ ਪੱਕੀ ਹੈ, ਮੇਰਾ ਵੱਡਾ ਭਾਊ ਸੰਧਾਲੀਆ ਜਾਂ ਸਾਡੀ ਟੀਮ ਦੇ ਵਿੱਚੋਂ ਕੋਈ ਵੀ ਬੰਦਾ ਤੁਹਾਨੂੰ ਲੱਗਦਾ ਕਿ ਲੀਹੋਂ ਹਟਦਾ, ਕੋਈ ਗੱਲ ਜਿਹੜੀ ਤੁਹਾਨੂੰ ਲੱਗਦਾ ਕਿ ਗੈਰ ਮਿਆਰੀ ਹੋ ਰਹੀ ਹੈ, ਤੁਸੀਂ ਉਸੇ ਵੇਲੇ ਸਾਨੂੰ ਦਬਕਾ ਵੀ ਮਾਰਨਾ, ਝੜਕਾਂ ਵੀ ਮਾਰਨੀਆਂ, ਜਿੱਦਾਂ ਰੋਟੀ ਖਵਾਉਂਦੀ ਬੇਬੇ ਝੜਕਾ ਮਾਰਦੀ ਹੁੰਦੀ ਹੈ। ਤੇ ਬਾਕੀ ਇਹ ਵੀ ਗੱਲ ਪੱਕੀ ਹੈ ਭਾਈ ਕਿ ਕੋਸ਼ਿਸ਼ ਤਾਂ ਟੀਮ ਦੇ ਹਰ ਇੱਕ ਮੈਂਬਰ ਵੱਲੋਂ ਪੂਰੀ ਕੀਤੀ ਜਾਂਦੀ ਹੈ, ਪਰ ਕਈ ਵਾਰੀ ਕੋਸ਼ਿਸ਼ਾਂ ਸਫਲ ਹੁੰਦੀਆਂ ਤੇ ਕਈ ਵਾਰੀ ਅਸਫਲ। ਪਰ ਤੁਸੀਂ ਰੱਖੜੀ ਦਾ ਬਹਾਨਾ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਮਿਆਰੀ ਚੀਜ਼ਾਂ ਨੂੰ ਪਿਆਰ ਦੇਣਾ ਸ਼ੁਰੂ ਕਰ ਦਿੱਤਾ ਹੈ, ਉਹਦੇ ਲਈ ਤੁਹਾਡਾ ਸਾਰਿਆਂ ਦਾ ਦਿਲੀ ਧੰਨਵਾਦ ਹੈ। ਤੇ ਆਪਾਂ ਰਲ ਮਿਲ ਕੇ ਚੱਲਣਾ, ਕੋਸ਼ਿਸ਼ ਕਰਨੀ ਹੈ ਸੰਧਾਲੀਆ ਸਾਹਿਬ ਕਿ ਆਪਾਂ ਇੱਕ ਲਹਿਰ ਜੀ ਸ਼ੁਰੂ ਕਰੀਏ ਜਿਹਦੇ ਵਿੱਚ ਕਿ ਆਉਣ ਵਾਲੀ ਵਿਧਾਨ ਸਭਾ ਦੀ ਚੋਣ ਬਿਨਾਂ ਰੈਲੀਆਂ ਤੋਂ, ਬਿਨਾਂ ਸ਼ਕਤੀ ਪ੍ਰਦਰਸ਼ਨਾਂ ਤੋਂ ਤੇ ਬਿਨਾਂ ਖਰਚਿਆਂ ਤੋਂ ਹੋਵੇ। ਉਹ ਪੈਸੇ ਆਪਾਂ ਪੰਜਾਬ ਦੀ ਭਲਾਈ ਵੱਲ ਲਾਉਣੇ ਆ। ਚਲੋ ਗੱਲ ਤਾਂ ਆਈਡੀਆ ਤੁਹਾਡਾ ਨੋ ਡਾਊਟ ਬਹੁਤ ਵਧੀਆ। ਆਪਾਂ ਆਪਣੇ ਵੱਲੋਂ ਰੌਲਾ ਪਾ ਲਾਂਗੇ, ਜਿੰਨਾ ਕੁ ਆਪਣੀ ਉਹ ਸਰਪੰਚੀ ਵੇਲੇ ਲੋਕਾਂ ਨੇ ਗੱਲ ਮੰਨੀ ਸੀ ਉਨੀ ਕੁ ਗੱਲ ਉਹਨਾਂ ਨੇ ਹੁਣ ਮੰਨ ਲੈਣੀ, ਕੋਈ ਨਹੀਂ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ। ਤੇ ਬਾਕੀ ਵਾਰ ਸਾਹਿਬ ਤੁਹਾਡਾ ਬੜਾ ਧੰਨਵਾਦ, ਮਹਾਰਾਜ ਜੈਕਟ ਪਾ ਕੇ ਆਏ ਤੁਸੀਂ, ਮਤਲਬ ਛੱਪੜ ਕੰਢਿਓ ਇੱਧਰੋਂ ਕੈਨੇਡਾ ਦਿਓ, ਵੱਡੇ ਛੱਪੜ ਵਾਲੇ ਪਾਸਿਓਂ ਮੇਰੇ ਨਾਲ ਗੱਲਾਂ ਬਾਤਾਂ ਕੀਤੀਆਂ, ਬੜਾ ਧੰਨਵਾਦ। ਬਹੁਤ ਸ਼ੁਕਰੀਆ ਜੀ, ਸ਼ੁਕਰੀਆ, ਮਿਹਰਬਾਨੀ। ਚਲੋ ਜੀ, ਫਿਰ ਇਸ ਪ੍ਰੋਗਰਾਮ ਨੂੰ ਆਪਾਂ ਹੁਣ ਇੱਥੇ ਸਮਾਪਤ ਕਰਦੇ ਹਾਂ। ਤੇ ਮੈਂ ਬੜਾ ਦਿਲੋਂ ਰਿਣੀ ਆ ਤੁਹਾਡੇ ਸਾਰਿਆਂ ਦਾ ਕਿ ਤੁਸੀਂ 10 ਲੱਖ ਦਾ ਜਿਹੜਾ ਅੰਕੜਾ ਹੈ ਉਹ ਪ੍ਰਾਈਮ ਏਸ਼ੀਆ TV ਦੇ ਹਿੱਸੇ ਲਿਆਂਦਾ YouTube ਦੇ ਉੱਪਰ। ਜੇਕਰ ਤੁਸੀਂ ਰੋਜ਼ ਦੇਖਦੇ ਹੋ, ਸਬਸਕ੍ਰਾਈਬ ਅਜੇ ਵੀ ਨਹੀਂ ਕਰ ਪਾਏ ਤਾਂ ਜ਼ਰੂਰ ਸਬਸਕ੍ਰਾਈਬ ਕਰ ਦੇਣਾ, ਤੇ ਉਹ ਜਿਹੜਾ ਲਾਈਕ ਵਾਲਾ ਬਟਨ ਹੈ ਉਹ ਜ਼ਰੂਰ ਦਬਦੇ ਰਿਹਾ ਕਰੋ। ਹੁਣ ਦਿਓ ਇਜਾਜ਼ਤ, ਗੁਰਪ੍ਰੀਤ ਸੰਧਾਵਾਲੀਆ ਨੂੰ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।